ਭਾਵਨੀ ਸਾਧ ਸੰਗੇੜ ਲਬਦੰਗ ਵੱਡ ਭਾਗਣ ਹੈ। ਭਾਵਨੀ ਸਾਧ ਸੰਗੇਣ ਲਬਦੰਗ ਵੱਡ ਭਾਗਣ ਹੈ। ਹਰ ਨਾਮ ਗੁਣ ਰਮਣੰਗ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਪਿਛਲੇ ਦਿਨਾਂ ਤੋਂ ਇਸ ਅਸਥਾਨ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਜੋ ਗਾਥਾ ਬਾਣੀ ਉਚਾਰਨ ਕੀਤੀ ਹੋਈ ਹੈ, ਉਸ ਦੀ ਲੜੀਵਾਰ ਵਿਚਾਰ ਆਪਾਂ ਕਰਦੇ ਆ ਰਹੇ ਹਾਂ। ਅੱਜ ਇਸ ਅੰਮ੍ਰਿਤ ਬਾਣੀ ਦਾ 9ਵਾਂ ਜੋ ਪਦਾ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਦੂਰ ਦੇਸ਼ਾਂ ਵਿਦੇਸ਼ਾਂ 'ਚ ਆਪ ਜੀ ਨੈਟ ਰਾਹੀਂ ਫੇਸਬੁੱਕ ਰਾਹੀਂ ਇਸ ਦਰਬਾਰ ਦੀ ਹਾਜ਼ਰੀ ਸੁਰਤ ਕਰਕੇ ਭਰ ਰਹੇ ਹੋ, ਆਪ ਜੀ ਬਖਸ਼ੋ ਆਸ਼ੀਸ਼। ਸਤਿਗੁਰੂ ਆਪਣੇ ਅੰਮ੍ਰਿਤ ਪਾਰਸ ਕਲਾ ਦੀ ਖੇਡ ਵਰਤਾਨ ਅੰਦਰ ਦਾ ਟਿਕਾ ਇਕਾਗਰਤਾ ਬਖਸ਼ ਕੇ ਅੱਜ ਦੇ ਇਸ ਪਵਿੱਤਰ ਅੰਮ੍ਰਿਤ ਬੋਲ ਵਿੱਚ ਬਖਸ਼ਿਸ਼ ਕਰਦੇ ਨੇ, ਭਾਵਨੀ ਸਾਧ ਸੰਗੇਨ। ਭਾਵਨੀ ਦਾ ਲਫ਼ਜ਼ੀ ਅਰਥ ਅਸੀਂ ਸ਼ਰਧਾ ਕਰਾਂਗੇ, ਭਾਵਨਾ। ਕਹਿੰਦੇ ਗੁਰੂ ਪ੍ਰਤੀ, ਨਾਮ ਪ੍ਰਤੀ, ਪ੍ਰਭੂ ਪ੍ਰਤੀ, ਸਿਮਰਨ ਪ੍ਰਤੀ ਜੇ ਸੱਚੀ ਸ਼ਰਧਾ ਉਪਜ ਸਕਦੀ ਹੈ ਤੇ ਕੇਵਲ ਸਾਧ ਸੰਗਤ ਵਿੱਚ ਹੀ ਉਪਜੇਗੀ। ਭਾਵਨੀ
ਸਾਧ ਸੰਗੇਨ ਨਾਲ ਬਚਨ ਲਬਦਿਆਂ ਵੱਡ ਭਾਗਣ ਹੈ। ਇਹ ਖੈਵੇਂ ਹਾਰੀ ਸਾਰੀ ਨੂੰ ਨਹੀਂ। ਸੱਚ ਇਹ ਵੇ ਕਿ ਕਰਮਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਦੇ ਬਹੁਤ ਭਾਗ ਵੱਡੇ ਨੇ। ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਸਾਧ ਸੰਗਤ ਨਸੀਬ ਹੁੰਦਾ ਹੈ। ਉਹਨਾਂ ਨੂੰ ਇਹ ਭਾਵਨੀ ਦੀ ਦਾਤ ਮਿਲਦੀ, ਸ਼ਰਧਾ ਮਿਲਦੀ ਹੈ। ਭਾਵਨੀ ਸਾਧ ਸੰਗੇਣ ਲਬਦਿਆਂ ਵੱਡ ਭਾਗਨੈ ਹਰ ਨਾਮ ਗੁਣ ਰਮਣੰ। ਜਿਹੜੇ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ, ਰਮਣੰ ਦਾ ਅਰਥ ਯਾਦ ਕਰਨਾ, ਉਸ ਦੇ ਗੁਣਾਂ ਨੂੰ, ਉਹਦੇ ਸ਼ਬਦ ਨੂੰ, ਉਹਦੇ ਨਾਮ ਨੂੰ ਚਿੰਤਨ ਕਰਦੇ ਨੇ, ਯਾਦ ਕਰਦੇ ਨੇ। ਤੇ ਮਹਾਰਾਜ ਕਹਿੰਦੇ ਨਾਨਕ ਗੁਰੂ ਅਰਜੁਨ ਦੇਵ ਜੀ ਬਚਨ ਕਰਦੇ ਆ ਕਿ ਸੰਸਾਰ ਸਾਗਰ ਨਹਿ ਵਿਆਪਣੇ। ਉਹਨਾਂ ਨੂੰ ਕਦੀ ਸੰਸਾਰ ਸਾਗਰ ਦੀਆਂ ਵਾਸ਼ਨਾ ਦੀਆਂ ਲਹਿਰਾਂ ਵਿਆਪਦੀਆਂ ਨਹੀਂ। ਅੱਜ ਦੀ ਵਿਚਾਰ ਦਾ ਇਹ ਹੈ ਸਾਡਾ ਵਿਸ਼ਾ। ਸਤਿਗੁਰੂ ਨੇ ਪਹਿਲਾਂ ਜ਼ੋਰ ਦਿੱਤਾ ਹੈ ਭਾਵਨੀ ਤੇ। ਸ਼ਬਦ ਦਾਸ ਨੇ ਵਰਤਿਆ ਹੈ, ਅਸੀਂ ਇੱਕ ਸ਼ਬਦ ਵਰਤਨੇ ਆ ਭਾਵਨਾ, ਭਾਵਨੀ। ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਰਧਾ, ਪ੍ਰਤੀਤ, ਵਿਸ਼ਵਾਸ, ਸਿਦਕ, ਭਰੋਸਾ, ਫੇਥ ਜਾਂ ਬਲਾਈਂਡ ਫੇਥ ਅਸੀਂ ਸ਼ਬਦ ਵਰਤਨੇ। ਅੱਜ ਜੋ ਸਤਿਗੁਰੂ ਨੇ ਬਚਨ ਕੀਤੇ ਆ, ਬਸ ਇਹਨੂੰ ਥੋੜਾ ਜਿਹਾ ਧਿਆਨ ਨਾਲ ਆਪਾਂ ਵਾਚਨ ਦਾ ਯਤਨ ਕਰਨਾ ਕਿ ਪਹਿਲੀ ਗੱਲ, ਸ਼ਰਧਾ ਦੀ ਧਰਮ ਵਿੱਚ ਬਹੁਤ ਵੱਡੀ ਥਾਂ ਹੈ। ਪਰਮਾਰਥ ਵਿੱਚ ਸ਼ਰਧਾ ਦੀ ਬਹੁਤ ਵੱਡੀ ਥਾਂ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਧਾਰਮਿਕ ਆਗੂ, ਧਰਮ ਦੀ ਗੱਲ ਕਰਨ ਵਾਲੇ ਅਵਤਾਰੀ ਪੁਰਸ਼, ਗੁਰੂ ਸਾਹਿਬਾਨ, ਉਹ ਤਰਕ ਨੂੰ ਨਾਲ ਲੈ ਕੇ ਗੱਲ ਕਰਦੇ ਆ, ਪਰ ਉਹਨਾਂ ਦਾ ਤਰਕ ਫਿਰ ਵੀ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਗੱਲ ਵਾਰ-ਵਾਰ ਕਰਦਾ ਹੈ। ਪਰ ਯਾਦ ਰੱਖਿਓ, ਉਹਨਾਂ ਦਾ ਤਰਕ ਜਿਹੜਾ, ਲੌਜਿਕ ਜਿਹੜਾ ਹੈ, ਹਕੀਕਤ ਵਿੱਚ ਕਿਸੇ ਦੇ ਅੰਦਰ ਰੁੱਖਾਪਨ ਤੇ ਸੁੱਕਾਪਨ ਪੈਦਾ ਨਹੀਂ ਹੋਣ ਦਿੰਦਾ। ਫਿਰ ਬੇਨਤੀ ਸੁਣਿਓ, ਉਹ ਸ਼ਰਧਾ ਥੋੜੀ ਜਿਹੀ ਸੀ, ਇਹਨੂੰ ਵਾਚਣਾ ਹੈ ਇਹਦੇ ਤੇ ਬਾਣੀ ਵਿੱਚੋਂ ਉਦਾਹਰਨਾਂ ਲੈ ਕੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੱਗੇ ਅਸੀਂ ਰੋਜ਼ ਅਰਦਾਸ ਕਰਨੀ ਹੈ। ਇਹ ਵੀ ਬੇਨਤੀ ਕਰਾਂਗਾ, ਸ਼ਰਧਾ ਤੇ ਐਵੇਂ ਭੇਡ ਚਾਲ, ਇਹਨਾਂ ਵਿੱਚ ਵੀ ਫਰਕ ਹੈ। ਸਾਨੂੰ ਵਿਵੇਕਤਾ ਨਾਲ ਬਾਣੀ ਦੇਖਣੀ ਪਏਗੀ। ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਰੋਜ਼ ਅਰਦਾਸ ਕਰਦੇ ਹਾਂ। ਉਸ ਅਰਦਾਸ ਵਿੱਚ ਅਸੀਂ ਆਪਣੇ ਸਤਿਗੁਰੂ ਤੋਂ, ਆਪਣੇ ਪ੍ਰਭੂ ਤੋਂ, ਆਪਣੇ ਵਾਹਿਗੁਰੂ ਜੀ ਤੋਂ ਦਾਨ ਮੰਗਨੇ ਆ। ਇੱਕ ਪੂਰੇ ਦਾ ਪੂਰਾ ਪਤਾ ਜਿਹੜਾ ਉਹ ਦਾਨ ਦਾ। ਤੇ ਸ਼ਾਇਦ ਕੱਲ ਕੇ ਅੱਜ ਮੈਂ ਬੇਨਤੀ ਸੁਬਾਹ ਦੇ ਦੀਵਾਨ 'ਚ ਕੀਤੀ ਸੀ, ਜਿਹੜਾ ਦਾਨ ਲਫ਼ਜ਼ ਹੈ ਨਾ, ਇਹ ਜਿਹਨੂੰ ਮਿਲਦਾ ਪਿਆ ਨਾ, ਉਹ ਕਦੀ ਇਹ ਮਤ ਸੋਚੇ ਵੀ ਮੇਰੀ ਕਮਾਈ ਕਰਕੇ ਮਿਲਿਆ ਹੈ। ਦਾਨ ਹਮੇਸ਼ਾ ਦਾਤੇ ਦੇ ਤਰਸ ਕਰਕੇ ਮਿਲਦਾ ਹੁੰਦਾ। ਦਾਨ ਕਮਾਈਆਂ ਨਾਲ ਨਹੀਂ ਮਿਲਦੇ ਹੁੰਦੇ। ਦਾਨ ਕਮਾਈ ਨਾਲ ਥੋੜਾ ਮਿਲੇਗਾ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਹੇ, ਕਹਿੰਦੇ ਨੇ ਕਦੀ ਦਾਤ ਲਫ਼ਜ਼ ਨੂੰ ਆਪਣੀ ਕਮਾਈ ਨਾਲ ਮਤ ਜੋੜਿਓ ਸਿੱਖੋ। ਫਿਰ ਬੇਨਤੀ ਹੈ, ਪਰਮਾਤਮਾ ਦਾਤ ਦਿੰਦਾ ਹੈ। ਅਸੀਂ ਕਹਿੰਦੇ ਹਾਂ ਠੀਕ ਹੈ, ਜਿਹੜੇ ਨਾਮ ਜਪਦੇ ਨੇ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਚੀਜ਼ ਆਪਣੀ ਮਿਹਨਤ ਨਾਲ, ਆਪਣੀ ਕਮਾਈ ਨਾਲ ਬੰਦਾ ਲੈ ਜਾਏ, ਉਹਨੂੰ ਕਿਵੇਂ ਦਾਤ ਕਹੇਗਾ? ਦਾਤ ਤਾਂ ਕਮਾਈਆਂ ਨਾਲ ਨਹੀਂ ਮਿਲਦੀ, ਦਾਤ ਤਾਂ ਉਹਦੀ ਬਖਸ਼ੀਸ਼ ਨਾਲ ਮਿਲਦੀ ਹੈ। ਅਸੀਂ ਬਚਨ ਪੜ੍ਹਨੇ ਆ, ਇਹ ਕਨੇ ਕੀ ਦਾਤ। ਇਹ ਕਾਹਦੀ ਦਾਤ ਹੋ ਗਈ ਬਈ? ਆਪਣੀ ਕਮਾਈ ਕਰਕੇ ਆ ਗਈ ਦਾਤ ਹੈ। ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ। ਜਿਹੜੀ ਆਪਣੇ ਆਪ ਚੀਜ਼ ਅਸੀਂ ਕਮਾਈਆਂ ਕੀਤੀਆਂ ਹੋਣ ਤੇ ਮਿਲੇ ਤੇ ਆਪਾਂ ਕਹੀਏ ਦਾਤ ਨਹੀਂ। ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ। ਜੋ ਮਿਲੇ ਉਹ ਹੀ ਉਹਦੀ ਬਖਸ਼ਿਸ਼ ਹੈ, ਜਿਹੜੀ ਉਹ ਤਰੁੱਟ ਕੇ ਢੋਲੀ ਵਿੱਚ ਜਾਤ ਪਾ ਦਿੰਦਾ ਹੈ। ਫਿਰ ਬੇਨਤੀ ਹੈ ਕਿ ਦਾਨ ਜਿਹੜਾ ਸ਼ਬਦ ਹੈ, ਦਾਤ ਜਿਹੜਾ ਸ਼ਬਦ ਹੈ, ਇਹ ਨਰੋਲ ਉਹਦਾ ਫਜ਼ਲ ਹੈ, ਨਰੋਲ ਉਹਦੀ ਕਿਰਪਾ ਹੈ, ਨਰੋਲ ਉਹਦੀ ਬਖਸ਼ਿਸ਼ ਹੈ।
दान ਜਾਂ ਦਾਤ ਸ਼ਬਦ ਜਿਹੜਾ ਹੈ ਇਹ ਵਸਤੂ ਸੱਚ ਐਵੇਂ ਕੇਵਲ ਤਾਂ ਕੇਵਲ ਆਪਣੀ ਕਮਾਈ ਨਾਲ ਨਹੀਂ ਮਿਲਦੀ, ਇਹ ਤਾਂ ਸਿਰਫ ਉਹਦੀ ਬਖਸ਼ੀਸ਼ ਹੈ, ਜਿਹਦੇ ਤੇ ਬਖਸ਼ਿਸ਼ ਕਰੇ ਉਹਦੀ ਝੋਲੀ 'ਚ ਉਹ ਪਾ ਦਿੰਦਾ ਹੈ। ਫਿਰ ਇੱਕ ਸਵਾਲ ਉੱਠੇਗਾ, ਜਿਹੜੀ ਘਾਲਣਾ ਦੀ ਅਸੀਂ ਗੱਲ ਕਰਨੇ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਅਸੀਂ ਇਹ ਸ਼ਬਦ ਵਰਤਨੇ ਖਾਂ, ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿੰਦੇ ਜਦੋਂ ਕੋਈ ਘਾਲਣਾ ਘਾਲਦਾ ਉਹ ਉਸ ਘਾਲਣਾ ਨੂੰ ਆਪਣੀ ਹਉਮੈ ਨਾਲ ਜੋੜਦਾ ਹੀ ਨਹੀਂ ਮੈਂ ਕੀਤਾ, ਉਹ ਇੱਕੋ ਸ਼ਬਦ ਕਹਿੰਦਾ ਇਹ ਘਾਲਣਾ ਵੀ ਤਾਂ ਹੋਈ ਜੇ ਘਾਲਣਾ ਦੀ ਤੂੰ ਦਾਤ ਦਿੱਤੀ ਤਾਂ। ਉਹ ਘਾਲਣਾ ਨੂੰ ਦਾਤ ਚ ਲੈਂਦਾ। ਫਿਰ ਬੇਨਤੀ ਕਿ ਉਸ ਕਮਾਈ ਨੂੰ ਆਪਣੇ ਨਾਲ ਨਹੀਂ ਜੋੜਦਾ, ਕਹਿੰਦੇ ਤਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਸੇ ਸਿਮਰਾ ਜਿਨ ਆਪ ਸਮਰਾਏ। ਆਪਣੇ ਆਪ ਥੋੜਾ ਮੈਂ ਸਿਮਰਿਆ, ਜੇ ਸਿਮਰਿਆ ਹੈ, ਜੇ ਜਪਿਆ ਹੈ, ਤੇਰੀ ਕਿਰਪਾ ਨਾਲ ਜਪਿਆ, ਤੇਰੀ ਬਖਸ਼ਿਸ਼ ਨਾਲ ਜਪਿਆ, ਤੇਰੀ ਰਹਿਮਤ ਨਾਲ ਜਪਿਆ। ਮੇਰੇ ਕੋਲ ਕੋਈ ਸਮਰੱਥਾ ਨਹੀਂ, ਸਿਮਰਨ ਕਮਾਈ ਤੇਰੀ ਬਖਸ਼ਿਸ਼ ਹੈ। ਇਹੀ ਕਾਰਨ ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਸੋਹਣਾ ਖੋਲਿਆ ਗੁਰੂ ਨਾਨਕ ਸਾਹਿਬ ਦੇ ਬਾਰੇ ਗੱਲ ਕਰਦਿਆਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਉਹਨਾਂ ਨੇ ਪਹਿਲਾਂ ਬਖਸ਼ਿਸ਼ ਪ੍ਰਾਪਤ ਕੀਤੀ, ਉਹ ਜਿਹੜੀ ਬਖਸ਼ਿਸ਼ ਹੈ ਉਦੋਂ ਬਾਅਦ ਘਾਲਣਾ ਦੀ ਗੱਲ ਕਰਦੇ ਆ। ਫਿਰ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਕਿ ਅਸੀਂ ਗੁਰੂ ਚਰਨਾਂ 'ਚ ਰੋਜ਼ ਇੱਕ ਬੇਨਤੀ ਕਰਨੀ ਹੈ, ਉਸ ਵਿੱਚ ਅਸੀਂ ਦਾਨ ਮੰਗਦੇ ਹਾਂ। ਤੇ ਗੁਰਮੁਖੋ ਉਹਨਾਂ ਦਾਨਾਂ ਦੇ ਵਿੱਚ ਖਾਸ ਕਰਕੇ ਦੋ ਦਾਨ ਨੇ ਜਿਹੜੇ ਅੱਜ ਦੀ ਵਿਆਖਿਆ ਨਾਲ ਜੁੜੇ ਹੋਏ ਨੇ। ਉਸ ਵਿੱਚ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ ਸਾਰੇ ਅਸੀਂ ਮੰਗਦੇ ਹਾਂ, ਸਾਰੇ ਸਿੱਖਾਂ ਲਈ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ। ਫਿਰ ਦੋ ਦਾਨ ਮੰਗੇ ਜਾਂਦੇ ਨੇ, ਵਿਸਾਹ ਦਾਨ ਤੇ ਭਰੋਸਾ ਦਾਨ। ਇਹ ਬੜੇ ਵੱਡੇ ਦਾਨ ਨੇ ਜੀ। हे ਪ੍ਰਭੂ ਤੂੰ ਕਿਰਪਾ ਸਤਿਗੁਰੂ ਮਿਹਰ ਕਰੀ, ਜੇ ਸਾਡੀ ਸ਼ਰਧਾ ਵਿਸ਼ਵਾਸ ਸਾਡਾ ਭਰੋਸਾ ਛਿੜ ਗਿਆ, ਸੱਚ ਇਹ ਵੇ ਕੁਛ ਵੀ ਪੱਲੇ ਨਹੀਂ ਰਹਿਣਾ। ਤੂੰ ਇੱਕ ਤਰਸ ਕਰ, ਸਾਡੇ ਕੋਲ ਇੰਨੀ ਮਿਹਨਤ ਨਹੀਂ ਅਸੀਂ ਭਰੋਸਾ ਬਣਾ ਸਕੀਏ, ਪ੍ਰਤੀਤ ਬਣਾ ਸਕੀਏ, ਵਿਸ਼ਵਾਸ ਬਣਾ ਸਕੀਏ। ਹਕੀਕਤ ਇਹ ਵੇ ਸਾਡਾ ਵਿਸ਼ਵਾਸ ਵੀ ਇੱਕ ਦਾਨ ਹੈ, ਸਾਡਾ ਭਰੋਸਾ ਵੀ ਇੱਕ ਦਾਨ ਹੈ। ਜੇ ਤੂੰ ਤਰਸ ਕਰੇ ਤੇ ਵਿਸ਼ਵਾਸ ਤੇ ਭਰੋਸਾ ਬਣ ਸਕਦਾ ਹੈ, ਤੇਰੀ ਕਿਰਪਾ ਤੋਂ ਬਿਨਾ ਇਹ ਵੀ ਸਾਡਾ ਨਹੀਂ ਬਣ ਸਕਦਾ। ਬੇਨਤੀ ਹੈ ਜੀ, ਵਿਸ਼ਾਹ ਦਾਨ ਤੇ ਭਰੋਸਾ ਦਾਨ ਅਸੀਂ ਦੋ ਸ਼ਬਦ ਵਰਤਨੇ। ਭਾਵੇਂ ਦੀ ਵਿਆਖਿਆ ਆਪਾਂ ਕਈ ਵਾਰ ਕੀਤੀ ਹੈ ਜੀ ਕਿ ਵਿਸ਼ਾਹ ਦਾ ਅਰਥ ਪ੍ਰਭੂ ਹੈ ਤੇ ਭਰੋਸੇ ਦਾ ਅਰਥ ਅਸੀਂ ਕਈ ਵਾਰੀ ਕਰਨੇ ਆ ਕੱਲਾ ਹੈ ਨਹੀਂ, ਉਹ ਮੇਰੇ ਅੰਗ ਸੰਗ ਹੈ। ਫਿਰ ਬੇਨਤੀ ਕਰਾਂਗਾ ਜੀ, ਜਿਹੜੀ ਸ਼ਰਧਾ ਹੈ, ਅਸੀਂ ਅੰਨੀ ਸ਼ਬਦ ਸ਼ਰਧਾ ਵੀ ਵਰਤਨੇ। ਜਿਨ੍ਹਾਂ ਵਿਚਾਰਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਪਖੰਡੀ ਵਰਗ ਲਾ ਕੇ ਲੈ ਜਾਂਦੇ ਆ। ਤੇ ਜੇ ਇਹ ਪਤਾ ਕਿ ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਬਖਸ਼ਿੰਦ ਹੈ, ਮੇਰਾ ਸਤਿਗੁਰੂ ਪੂਰਾ ਹੈ, ਤੇ ਫਿਰ ਉਹਦੇ ਉੱਤੇ ਸ਼ੱਕ ਕਰੀ ਜਾਣਾ, ਤਰਕ ਕਰੀ ਜਾਣਾ, ਖੁਜਤਾਂ ਕਰੀ ਜਾਣਾ, ਮੇਰਾ ਖਿਆਲ ਹੈ ਉਹ ਬਦਕਿਸਮਤੀ ਹੋ ਸਕਦੀ ਹੈ। ਕਿਉਂਕਿ ਸਮਰੱਥ ਗੁਰੂ ਜੋ ਕਹਿੰਦਾ ਫਿਰ ਉਹਨੂੰ ਸਤ ਬਚਨ ਕਰਕੇ ਸਵੀਕਾਰਨ ਵਿੱਚ ਹੀ ਭਲਾ ਹੈ। ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਚੋਂ ਦੇਖੀ ਅਸੀਂ। ਮੈਂ ਬੇਨਤੀ ਕੀਤੀ, ਸ਼ਬਦ ਆਇਆ ਭਾਵਨੀ, ਸ਼ਰਧਾ, ਪ੍ਰਤੀਤ, ਇਹ ਸਾਰੇ ਬਚਨ ਆਪਾਂ ਇਕੱਠੇ ਲੈ ਲਾਂਗੇ। ਹਰਜ਼ੂ ਹਜ਼ੂਰ ਦੇ ਅੰਮ੍ਰਿਤ ਬਾਣੀ ਵਿੱਚ ਬਚਨ ਨੇ ਕਿ ਦੇਖੋ, ਜਿੱਥੇ ਸਤ ਸੰਗਤ ਮਿਲ ਸ਼ਰਧਾ ਉਪਜੈ। ਸਤ ਸੰਗਤ ਜੇ ਕੋਈ ਬੰਦਾ ਕਰੇਗਾ ਉਹਦੇ ਅੰਦਰ ਸ਼ਰਧਾ ਪੈਦਾ ਹੋਵੇਗੀ, ਵਿਸ਼ਵਾਸ ਪੈਦਾ ਹੋਵੇਗਾ, ਭਰੋਸਾ ਪੈਦਾ ਹੋਵੇਗਾ। ਸੱਚ ਇਹ ਵੇ ਕਿ ਧਰਮ ਦੀ ਦੁਨੀਆ ਖਾਸ ਕਰਕੇ ਜਦੋਂ ਅਸੀਂ ਗੁਰਮਤ ਦੀ ਗੱਲ ਕਰਨੇ ਆ, ਇੱਥੇ ਤੇ ਭਰੋਸਾ, ਸ਼ਰਧਾ, ਪ੍ਰਤੀਤ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਹੈ। ਇਹਦੇ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਆਪਾਂ ਚੱਲ ਸਕਦੇ। ਜਿਸ ਦਾ ਰੂਪ ਕੋਈ ਨਹੀਂ, ਜਿਸ ਦਾ ਰੇਖ ਕੋਈ ਨਹੀਂ, ਜਿਹਦਾ ਚੱਕਰ ਚਿੰਨ ਕੋਈ ਨਹੀਂ, ਜਿਹਦਾ ਨਾਮ ਠਾਮ ਕੋਈ ਨਹੀਂ, ਜਿਹਦੀ ਜਾਤ ਕੋਈ ਨਹੀਂ, ਜਿਹਦਾ ਮਜ਼ਹਬ ਕੋਈ ਨਹੀਂ, ਇਹ ਭਰੋਸਾ ਬਣਾਉਣਾ ਉਹ ਹੈ। ਇਹ ਸ਼ਰਧਾ ਨਹੀਂ ਤਾਂ ਹੋਰ ਕੀ ਹੈ। ਜਾਪ ਸਾਹਿਬ ਦਾ ਅਸੀਂ ਪਹਿਲਾ ਛੰਦ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਜਿਹੜਾ ਛਪੈ ਛੰਦ ਹੈ। ਤੇ ਦਾਸ ਤੇ ਕਈ ਵਾਰੀ ਬੇਨਤੀ ਕਰਦਾ ਹੈ ਕਿ ਜਾਪ ਸਾਹਿਬ ਦੀ ਬਾਣੀ ਦਾ ਪਹਿਲਾ ਛੰਦ ਛਪੈ ਛੰਦ ਜਿਹੜਾ ਹੈ
ਉਹ ਬਾਕੀ ਸਾਰੀ ਬਾਣੀ ਜਿਹੜੀ ਹੈ ਇਸੇ ਸ਼ੰਤ ਦੀ ਹੀ ਵਿਆਖਿਆ ਕਰੀ ਜਾਂਦੀ ਹੈ। ਜਿਸ ਪਰਮ ਸਤ ਨੂੰ ਇਸ ਸ਼ੰਤ ਵਿੱਚ ਬਿਆਨ ਕੀਤਾ ਹੈ, ਬਾਕੀ ਸਾਰੇ ਜਿਹੜੇ ਬਚਨ ਨੇ ਹਕੀਕਤ ਵਿੱਚ ਉਹ ਇਸੇ ਹੀ ਸ਼ੰਤ ਦੀ ਵਿਆਖਿਆ ਚੱਲਦੀ ਪਈ ਹੈ। ਥੋੜਾ ਜਿਹਾ ਅਸੀਂ ਅਰਥ ਤਾਂ ਬੜੀ ਵਾਰੀ ਕੀਤੇ। ਭਰੋਸਾ ਕੀ ਚੀਜ਼ ਹੈ? ਮਹਾਰਾਜ ਸ਼ਬਦ ਵਰਦੇ ਆ ਕਿ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਿਹਨ ਜੇ, रूप रंग अर रेख भेद को कह न सकत कह। चक्र चिन्ह अर वर्ण जात अर पात नेण जे, रूप रंग अर रेख भेद को कह न सकत के। अचल मूर्त अनभव प्रकाश अमितोज कहीजै, कोट इंद्र इंद्रान शाह शहान गणीजै। त्रिभवन महीप सुर नर असुर नेत नेत बंतन कहत, तब सर्व नाम कथै कमन कर्म नाम वर्णत समात। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਉਸ ਦਾ ਕੋਈ ਰੂਪ ਨਹੀਂ, ਉਹ ਕਾਲਾ ਪੀਲਾ ਲਾਲ ਕੋਈ ਰੰਗ ਨਹੀਂ ਉਹਦਾ ਸਾਡੀ ਤਰ੍ਹਾਂ ਕੋਈ ਚੱਕਰ ਚਿੰਨ੍ਹ ਨਹੀਂ ਜਿਵੇਂ ਸਾਡੇ ਹੱਥਾਂ ਪੈਰਾਂ ਦੇ ਨਿਸ਼ਾਨ ਨੇ। ਉਹਦਾ ਕੋਈ ਇੱਕ ਵਰਨ ਨਹੀਂ, ਉਹਦੀ ਕੋਈ ਇੱਕ ਗੋਤ ਨਹੀਂ, ਉਹਦਾ ਕੋਈ ਇੱਕ ਫਿਰਕਾ ਨਹੀਂ। ਚੱਕਰ ਚਿੰਨ੍ਹ ਅਰ ਵਰਨ ਜਾਤ ਅਰ ਪਾਤ ਨੇਮ ਜੇ, ਰੂਪ ਰੰਗ ਅਰ ਰੇਖ ਭੇਖ, ਕੋਈ ਉਹਦਾ ਇੱਕ ਲਿਬਾਸ ਨਹੀਂ। ਕੋ ਕਹਿ ਨਾ ਸਕਦ ਕਿ, ਇੱਥੋਂ ਤੱਕ ਨਾ ਸ਼ਬਦ ਵਰਤੇ, ਨਾ ਰੂਪ ਹੈ, ਨਾ ਰੇਖ ਹੈ, ਨਾ ਜਾਤ ਹੈ, ਨਾ ਗੋਤ ਹੈ, ਨਾ ਰੰਗ ਹੈ, ਕੁਝ ਵੀ ਨਹੀਂ। ਹੁਣ ਅੱਗੇ ਆਸਥਾ ਬਣਾਉਂਦੇ ਨੇ, ਆਹ ਸ਼ਰਧਾ ਹੈ। ਕਹਿੰਦੇ ਜਿਹਦਾ ਕੁਝ ਵੀ ਮੈਂ ਤੈਨੂੰ ਕਹਿ ਦਿੱਤਾ ਹੈ ਹੀ ਨਹੀਂ, ਰੂਪ ਰੇਖ ਰੰਗ ਕੁਝ ਵੀ ਨਹੀਂ, ਪਰ ਅੱਗੇ ਬਚਨ ਕਰਦੇ ਆ ਚੇਤੇ ਰੱਖੀ ਉਹਦੀ ਹੋਂਦ ਹੈ। ਬਸ ਇਹ ਸ਼ਰਧਾ ਨੂੰ ਲੈ ਕੇ ਤੁਰੀ, ਜਿਹੜਾ ਅਦ੍ਰਿਸ਼ਟ ਨਹੀਂ ਦਿਸ ਰਿਹਾ ਉਹ ਉਹਦੀ ਸਤਿਆ ਕੰਮ ਕਰਦੀ ਪਈ ਹੈ। ਫਿਰ ਬੇਨਤੀ, ਰੂਪ ਰੰਗ ਅਰ ਰੇਖ ਭੇਦ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਉਹਦੀ ਜਿਹੜੀ ਹਸਤੀ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਹਸਤੀ ਹੈ ਉਹ ਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਉਹਦੀ ਸ਼ਕਤੀ ਉਹਦੇ ਬਲ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਸੱਚ ਇਹ ਕਰੋੜਾਂ ਇੰਦਰ ਵਰਗੇ ਦੇਵਤੇ ਜਿਹੜੇ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਕਤੀ ਸਾਹਮਣੇ ਝੁਕੇ ਹੋਏ। ਮੈਂ ਬੇਨਤੀ ਕਰਾਂਗਾ, ਰੂਪ ਰੇਖ ਕੁਝ ਵੀ ਨਹੀਂ, ਪਰ ਇਹ ਸ਼ਬਦ ਵਰਤਣਾ ਅਚਲ ਮੂਰਤ, ਇਹ ਸ਼ਬਦ ਕਹਿ ਰਿਹਾ ਕਿ ਉਹਦੀ ਹੋਂਦ ਹੈ। ਤਾਂ ਦਾਸ ਬੇਨਤੀ ਆਰੰਭ ਕੀਤੀ। ਪਹਿਲੀ ਗੱਲ ਕਿ ਜਿਸ ਦਾ ਰੂਪ ਰੇਖ ਰੰਗ ਕੁਝ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਉਸ ਦੀ ਹੋਂਦ ਨੂੰ ਸਵੀਕਾਰਦੀ ਹੈ। ਤੇ ਜਦੋਂ ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਮੇਰਾ ਖਿਆਲ ਬੰਦਾ ਬਾਹਰ ਜਦੋਂ ਜਿੰਨਾ ਮਰਜ਼ੀ ਕੋਈ ਤਰਕ ਕਟਾਕਸ਼ ਕਰੇ, ਜਦੋਂ ਗੁਰੂ ਅੱਗੇ ਮੱਥਾ ਟੇਕ ਦਿੱਤਾ ਨਾ, ਜਦੋਂ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਲਈ, ਵਾਹਿਗੁਰੂ ਜੀ, ਉਦੋਂ ਇੱਕੋ ਅਰਦਾਸ ਕਰਿਓ, ਸਭ ਕੁਝ ਬੰਦੇ ਦਾ ਜਾ ਸਕਦਾ ਹੈ, ਕੁਝ ਵੀ ਨਹੀਂ ਜਾਏਗਾ ਜੇ ਸਿਦਕ ਵੱਜਾ ਰਿਹਾ। ਜੇ ਸਿਦਕ ਚਲਾ ਗਿਆ ਤੇ ਸਭ ਕੁਝ ਹੋਣ ਦੇ ਬਾਵਜੂਦ ਸਭ ਕੁਝ ਚਲਾ ਜਾਏਗਾ। ਭਰੋਸਾ ਬੜੀ ਵੱਡੀ ਚੀਜ਼ ਹੈ, ਪ੍ਰਤੀਤ ਬੜੀ ਵੱਡੀ ਚੀਜ਼ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮਹਾਰਾਜ ਜੀ ਨੇ ਪ੍ਰਤੀਤ ਬਾਰੇ ਜਿਹੜੇ ਸ਼ਬਦ ਕਹੇ ਸੀ, ਜਦੋਂ ਪੜ੍ਹਦੇ ਖਾਂ, ਜਾ ਕੇ ਮਨ ਗੁਰ ਕੀ ਪ੍ਰਤੀਤ, ਜਿਸ ਦੇ ਮਨ ਵਿੱਚ ਗੁਰੂ ਲਈ ਪ੍ਰਤੀਤ ਹੋਵੇ। ਚੇਤੇ ਰੱਖਿਓ, ਰੱਬ ਵੀ ਉਹਦੇ ਚੇਤੇ 'ਚ ਚੱਲਦਾ ਹੈ। ਜਿਹਨੂੰ ਗੁਰੂ ਤੇ ਪ੍ਰਤੀਤ ਨੇ ਉਹਦੇ ਅੰਦਰ ਨਾਮ ਵੀ ਨਹੀਂ ਚੱਲਦਾ। ਜਾ ਕੇ ਮਨ ਗੁਰ ਕੀ ਪ੍ਰਤੀਤ, ਤੀਸ ਜਨ ਆਵੇ ਹਰ ਪ੍ਰਭ ਚੀਤ, ਪ੍ਰਭੂ ਵੀ ਉਹਦੇ ਚੇਤੇ 'ਚ ਹੈ ਜਿਹਦੇ ਅੰਦਰ ਗੁਰੂ ਦੀ ਪ੍ਰਤੀਤ ਹੈ। ਅਗਲਾ ਬਚਨ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਹੈ, ਸਤਿਗੁਰੂ ਕਹਿੰਦੇ ਨੇ ਜਿਸ ਦੇ ਅੰਦਰ ਪ੍ਰਤੀਤ ਵੱਜ ਜਾਏ ਉਹਨੂੰ ਪਰਮਾਤਮਾ ਚੇਤੇ ਆਉਂਦਾ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਦੋਂ ਅਸੀਂ ਕਹਿੰਦੇ ਆ ਉਹ ਇੱਕ ਪ੍ਰਤੀਤ ਨਹੀਂ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤੀ ਜਨ ਆਵੇ ਹਰ ਪ੍ਰਭ ਤੀਤ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭਾਇਆ। ਹੁਣ ਅੱਗੇ ਕੀ ਹੈ ਜੀ, ਕਿਹੜੀ ਸਾਧਨਾ ਦੱਸੀ ਉੱਥੇ? ਕਹਿੰਦੇ ਨੇ ਸਿਰਫ ਆ ਇੱਕ ਵਿਸ਼ਵਾਸ, ਜਿਸ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਏ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਸ ਦੇ ਅੰਦਰ ਤਤ ਗਿਆਨ ਪੈਦਾ ਹੋ ਜਾਂਦਾ ਹੈ, ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕਿਰਪਾ ਕਰਕੇ ਪ੍ਰੀਤ ਭਰੋਸਾ ਤੇ ਵਿਸ਼ਵਾਸ ਦੀ ਦਾਤ ਦੇ ਦਿੰਦਾ ਹੈ। ਤਾਂ ਬੇਨਤੀ ਕੀਤੀ ਜੀ, ਵਿਸ਼ਵਾਸ, ਭਰੋਸਾ, ਪ੍ਰਤੀਤ, ਸ਼ਰਧਾ, ਸਿਦਕ, ਫੇਥ,
इस तो अगे थोड़ी जी बेनती करा, परमात्मा भी सच्ची गल शरदा दी है, भरोसे दा ही है। जे कहो जी असी दिमागी गिनतियां मिनतियां नाल, असी अपने ढंग तरीके नाल जी भी इस तरह रब इस तरह नहीं, इस तरह इस तरह नहीं, इस तरह जिन्ना मर्जी सारी जिंदगी सच एवे कि तुसी एक नुकते नूं लैके खोजी जाओ प्यारो, ठीक है ज्ञानी बन सकांगे, पर प्रभु की प्राप्ति तां है जे साडे अंदर शरदा है। तां शरदा तो बिना नहीं। सतगुरु जी ने हजूर ने बख्शिश की तो उन्हें एक बख्शिश करदियां क्या कि प्रतीत और परमात्मा, प्रेम और प्रतीत, ये दोनों शब्द बड़े नेड़े थे। प्रेम ते शरदा दा बड़ा आपसी संबंध है जी। प्रेम उन्नी देर तक उछाली नहीं मारदा जिन्नी देर तक शरदा ना होवे। अशरदक बंदा प्रेम की कथा कर सकेगा, प्रेम का कीर्तन कर सकेगा, प्रेम बारे बोल सकेगा, पर ओदियां अखां नहीं छलकणगियां, क्योंकि शरदा ते प्रेम दोनों इकट्ठे रहिंदे ने। जिथे शरदा होवेगी उत्थे प्रेम जरूर झलक मारेगा। ये दोनों इकट्ठे रहेंगे। भगत रविदास है, आप सबनों पता है, उस बिरादरी विचों सन जिन्हां दा काम सी सिर्फ मरे हुए पशु ढूंढना। चमड़े का काम करते ने, चमार ने ना, चलो इनू जात नाल जोड़ के ना देखना, सिर्फ किरत सी चम दी, चमार ने। पर जिस थां ते रहिंदे ने वो लोग ये दावा करते हैं कि परमात्मा की इबादत, प्रभु की इबादत केवल असी उच्ची जात वाले कर सकने, ये नहीं। उस महापुरख ने एक वचन कहा, गुरु ग्रंथ साहिब जी दर्ज है, कहते देखो परमात्मा बारे कोई जात कोई धर्म, वैगुरु गल ध्यान नाल सुनियो, कोई धर्म कोई मजहब कोई जात कोई फिरका कोई इंसान ये जे दावा करके कहे जी पुश्तैनी रब साडा ही, चेते रखियो बिल्कुल झूठ है कि परमात्मा साडा है जी। हम ब्राह्मण होते हैं, प्रभु हमारा है, असी उच्ची जात दे, परमात्मा साडा है। भगत साहब ने एक दलील दी है, कहते ने इनू पदार्थ नाल परमार्थ नूं जोड़ के व्याख्या ना करिए। फिर सुनियो, पदार्थ ते परमार्थ। पदार्थ मेरा घर है, तुहाडा घर है, सानू साडे बाप ने जो कायदा कानून है मुल्क दा, असी बाप दे घर च रहिंदे हां, ते जे कोई बाहर दा आवेगा असी शब्द वरतांगे मेरे प्यो दा घर है, तेरी की उर्थ। दुकान सानू पुश्तैनी मिल सकती है, मकान सानू अपने पूर्वजों का मिल सकता है, जमीन उन्होंने मिल सकती है, बैंक विच पए कोई पैसे जे कह जान ते बजुर्गों के मिल सकते हैं। जिस तरह साडे बजुर्गों की जमीन पैसा जायदाद रजिस्टर्ड है, सच ए वे रब किसे दा भी रजिस्टर्ड नहीं, किसे दे प्यो दा नहीं खरीदिया होया। बाबा रविदास कहता सच ए वो ते भावना दा, जिथे पैदा हो जाए चमड़े वाले कोल भी आ जाता है। तां बेनती की जी भावनी बन जाए। भगत साहब का यह तोके जी, एक आपन बाप है ना ही किसी को, सीधे शब्द पंजाबी दे, रब किसी दे प्यो दा नहीं। आपन बाप है ना ही किसी को, परमात्मा वैगुरु किसी दे प्यो दा खरीदिया होया नहीं। भावन को हर राजा, जिदे अंदर गुरमुखो भावना बन जाए, परमात्मा उसे दा ही है। मैं बेनती करांगा, भावना शरदा विश्वास जिहड़े असीं शब्द वरते ने, प्रतीत, इन्हां करके प्रभु की बख्शिश है, परमात्मा है। सतगुरु ने अमृत बाणी च कुछ होर वचन कीते हैं इस संबंधी, पर मैं वो जरूरी आप नाल सांझे करने चाहना। पहली गल कि साडी शरदा, असी जपदे हां नहीं जपदे गल वखरी, पर यह तां कीदा होना चाहिए भी रब है। असी अजे गुरु नेड़े लगे हां कि नहीं, ये बाद की गल है, पर साडे अंदर ये यकीन तां होना चाहिए मेरा गुरु समर्थ है। शायद यही कारण जदों गुरु साहब की बाणी पढ़ने, मैं कहना असी लोग, मैं बोलिया तुसी मैनू सुन के अगे व्याख्या करोगे किसी होर नू सुन के, जदों गुरु ग्रंथ साहिब की पवित्र बाणी पढ़ोगे
ਉਦੋਂ ਸਮਝ ਪੈਗੀ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਨੇ ਜਿਸ ਸ਼ਰਧਾ ਨਾਲ ਗੁਰੂ ਦੀ ਗੱਲ ਕੀਤੀ ਹੈ, ਗੁਰੂ ਕੀ ਹੈ ਜੇ ਪ੍ਰਮਾਤਮਾ ਦੀ, ਗੁਰੂ ਦੀ, ਨਾਮ ਦੀ, ਸਿਮਰਨ ਦੀ, ਸਤ ਸੰਗਤ ਦੀ। ਅਸੀਂ ਇੱਕ ਵਾਰ ਇਹ ਪਵਿੱਤਰ ਬਚਨ ਵਿਚਾਰਿਆ ਸੀ ਇੱਥੇ ਕਿ ਆਪਣੇ ਸਤਿਗੁਰੂ ਨੂੰ ਕਦੀ ਵੀ ਛੋਟਾ ਜਾਂ ਨਗੁਣਾ ਨਹੀਂ ਸਮਝਣਾ। ਗੁਰੂ ਨਾਨਕ ਸਾਹਿਬ ਦੇ ਬਚਨ ਸਨ, ਸਤਿਗੁਰ ਵੱਡਾ ਕਰ ਸਹਾਈ ਹੈ। ਗੁਰੂ ਨੂੰ ਹਮੇਸ਼ਾ ਵੱਡਾ ਹੀ ਕਹੋ, ਕਦੀ ਛੋਟਾ ਨਹੀਂ। ਸਤਿਗੁਰ ਵੱਡਾ ਕਰ ਸਹਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ। ਹੁਣ ਵੱਡਾ ਕਰ ਸਹਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ। ਥੋੜੇ ਜਿਹੇ ਬਚਨ ਅਸੀਂ ਲੈ ਲਈਏ। ਜਨਮ ਸਾਖੀ ਨੇ ਕਿੰਨੀ ਸ਼ਰਧਾ ਰੱਖੀ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਕਿੰਨੀ ਸ਼ਰਧਾ ਰੱਖੀ, ਇੱਥੋਂ ਤੱਕ ਕਿ ਇੰਨਾ ਵੱਡਾ ਕਰਕੇ ਸਲਾਹ ਦੇਣਾ। ਇੱਕ ਦਿਨ ਇਹ ਵੀ ਅਰਜ਼ ਕੀਤੀ ਸੀ ਸ਼ਾਇਦ ਸੁਬਾਹ ਦੀ ਕਥਾ 'ਚ ਕਿ ਕੋਈ ਮੇਰੇ ਕੋਲ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਕੋਈ ਸਮਝ ਨਹੀਂ, ਸਿਰਫ ਇੰਨੀ ਕੋਈ ਸ਼ਰਧਾ ਹੈ ਕਿ ਗੁਰੂ ਨਾਨਕ ਮੇਰਾ ਸਭ ਤੋਂ ਵੱਡਾ ਹੈ। ਬਸ ਆਹੀ ਗੱਲ ਹੈ ਨਾ, ਇੱਕ ਹੀ ਸ਼ਰਧਾ ਨਹੀਂ ਤੇ ਹੋਰ ਕੀ। ਅਸੀਂ ਬਚਨ ਪੜ੍ਹਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੇਰੇ ਕੋਲ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਮੈਂ ਤੇਰੀ ਸਾਰ ਨਹੀਂ ਜਾਣੀ, ਤੇਰੀ ਕਦਰ ਨਹੀਂ ਜਾਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਭ ਤੇ ਵੱਡਾ ਸ਼ਬਦ ਵਰਤਣਾ ਤੇ ਵਰਤਦੇ ਵੀ ਗੁਰੂ ਅਰਜੁਨ ਦੇ ਪਏ ਨੇ। ਇਹਨੂੰ ਆਪਾਂ ਕਿਸ ਪਾਸੇ ਲਾਂਗੇ ਗੱਲ ਨੂੰ ਕਿ ਇਹ ਸ਼ਰਧਾ ਦੀ ਹੱਦ ਨਹੀਂ, ਇਸ ਤੋਂ ਅੱਗੇ ਸ਼ਰਧਾ ਕੀ ਹੈ। ਗੁਰੂ ਸਾਹਿਬ ਖੁਦ ਇਹ ਸ਼ਬਦ ਵਰਤਦੇ ਨੇ ਕਿ ਨਾਨਕ ਸੋਧੇ ਸਿਮਰਤ ਵੇਦ। ਹੁਣ ਇਹ ਸ਼ਰਧਾ ਦਾ ਜ਼ਿਕਰ ਹੈ। ਅਸੀਂ ਵਿਅਕਤੀ ਮਨੁੱਖ ਕਹਿ ਕੇ ਐਵੇਂ ਉਲਝੀ ਬੈਠੇ ਆ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ, ਪਾਰ ਬ੍ਰਹਮ ਗੁਰ ਨਾਹੀ ਭੇਦ ਕੀ ਹੈ। ਗੁਰ ਸਮਰੱਥ ਦਇਆਲ ਗੁਰ, ਗੁਰ ਪੂਰਨ ਨਾਰਾਇਣ ਹੈ। ਇਹਦੇ ਅਰਥ ਕੀ ਨੇ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਹਦੇ ਅਰਥ ਕੀ ਨੇ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਦੋਂ ਵੱਡੀ ਸ਼ਰਧਾ ਕੀ ਹੈ ਗੁਰਮੁਖੋ। ਮੈਂ ਇੱਕ ਸਵਈਆ ਚਲੋ ਪੜ੍ਹ ਦੇਣਾ। ਸਵਈਆ ਗੁਰੂ ਅਰਜੁਨ ਦੇਵ ਦਾ, ਭੱਟਾਂ ਦਾ ਇੱਕ ਵਚਨ ਸਿਰਫ ਲੈ ਨੇ, ਆਪ ਨਾਰਾਇਣ ਜੋਤ ਰੂਪ ਹਰ। ਆ ਸਵਈਆ ਗੁਰੂ ਨਾਨਕ ਸਾਹਿਬ ਦੀ ਸਿਫਤ ਦਾ ਜੀ ਕਿ ਪ੍ਰਭ ਦਾਤੋ ਦਾਤਾਰ ਪਰਿਓ, ਜਾਚਕ ਕੀ ਸ਼ਰਨਾ ਮਿਲੇ, ਦਾਨ ਸੰਤ ਰੇਨ ਜੇ ਲਗ ਭਵਜਲ ਤਰਨਾ। ਬਿੰਤ ਕਰੂੰ ਅਰਦਾਸ ਸੁਨੂ, ਜੇ ਠਾਕੁਰ ਭਾਵੈ ਦਿਓ, ਦਰਸ਼ ਮਨ ਚਾਓ ਭਗਤੇ ਮਨ ਠਹਿਰਾਵੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਅੱਗੇ ਕੀ ਹੈ ਜੀ। ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਬਾਹਰ ਬ੍ਰਹਮ। ਮੇਰੀ ਅਰਜ਼ ਹੈ ਕਿ ਭਾਵਨੀ ਸੰਗਤ ਤੋਂ ਬਿਨਾ ਨਹੀਂ ਬਣਦੀ, ਭਾਵਨਾ ਤੋਂ ਬਿਨਾ ਬੇੜਾ ਨਹੀਂ ਪਾਰ ਹੋਣਾ। ਸ਼ਰਧਾ, ਭਰੋਸਾ। ਇੱਕ ਗੁਰੂ ਗ੍ਰੰਥ ਸਾਹਿਬ 'ਚ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ। ਇੱਕ ਵਾਰ ਬਹੁਤ ਸਮਾਂ ਬਾਚੀ ਸੀ ਹੈ ਗੁਰੂ ਗ੍ਰੰਥ ਸਾਹਿਬ 'ਚ, ਤੇ ਕਿਤਾ ਕੋਈ ਸਮਝੇ ਜੀ ਇਹ ਬਾਹਰ ਦੀ ਪੁਰਾਣਿਕ ਕਥਾ ਸ਼ੁਰੂ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲੱਗਿਆ ਤੇ ਸਾਨੂੰ ਸਭ ਕੁਝ ਪੁਰਾਣ ਪੜ੍ਹਨੇ ਪੈਣੇ ਨੇ। ਵਾਹਿਗੁਰੂ ਜੀ, ਆ ਗੱਜ, ਅਜਾਮਲ, ਗਨਕਾ, ਧਰੂ, ਪ੍ਰਹਿਲਾਦ ਕੀ ਹੈ? ਸਾਰੇ ਪੁਰਾਣਾਂ ਵਿੱਚੋਂ ਆਈਆਂ ਕਹਾਣੀਆਂ ਨੇ, ਪੁਰਾਣਿਕ ਭਗਤ ਨੇ। यही कारण जो कथा वाले शब्द वरते ने पुराणिक भगत पुराने भगत नहीं पुराणिक दर ते जिहड़े पुराणा दे साहित्य विचों आए पुराण जिहड़े 18 पुराण गुरु ग्रंथ साहिब च एक तुक हुंदी है जूठन जूठ पई सिर ऊपर खिन मनवा तिल ना डुलावगो जातन जात देख मत भरमो सुख जनक पगी लग त्यागो जूठन जूठ पई सिर ऊपर खिन मनवा तिल ना डुलावोगी। पुराने सज्जन सन उस पाश कवि ने एक दो ना आए ने कविता है एक सुख जनक पगी लग त्यागो एक सुखदेव का है ना दूजा जनक का है आगरे ते शब्द भी गुरु रामदास ना चलाई है। मैं ता बेनती की क्योंकि आप जिस मुल्क च बैठे हो उंज तां वैसे चलो हर थां ते उनका मीडिया बिल्कुल सब कुछ नेड़े कर दिता हिंदुस्तान दे ਅਸੀਂ ਕਹਿੰਦੇ ਗਿਆਨ ਦੀ ਬੜੀ ਵੱਡੀ ਥਾਂ ਹੈ ਕੋਈ ਸ਼ੱਕ ਨਹੀਂ ਕਹਿੰਦਾ ਸ਼ਰਧਾ ਜਿੱਥੇ ਨਾਮ ਤੇ ਸ਼ਰਧਾ ਆ ਜਾਏ ਉੱਥੇ ਸੋ ਕਾਲ ਗਿਆਨ ਵੀ ਚੁੱਕ ਜਾਂਦਾ। सदा ही लाहौर बोले
छोड़ ਹੁਣ बैरो ਇਹ बाल पवित्र के वचन अमृतसर लाई है कि जनक नाभे के जो लोग सो तो राजा सदा है। की पुकारते हैं सुखदेव कहान ਜਾਂਦਾ के ਹੈ। रस्ते हर द्वार दी ਪਿਤਾ को जाए। ਭੇਜਦਾ ਹੈ ਵੀ ਤੂੰ और ਬ੍ਰਹਮ ਆਪਾਂ ਗਿਆਨ ਕਹਾਂਗੇ ਲੈਣਾ ਹੈ ਵੀ ਤੇ ਪਿੰਡਾਂ ਜਨਮ ਦੇ ਕੋਲ ਨਾਂ ਜਾਣਾ ਨੇ ਹੈ। ਨਾ, ਸ਼ਹਿਰਾਂ ਦੇ ਬਸ ਨਗਰਾਂ ਥੋੜੀ ਦੇ ਜਿਹੀ ਨਾਂ ਮੈਂ ਨੇ, ਇਸ ਪਰ ਸਾਹ ਸੱਜਣ ਲਈ ਕੀ ਹੈ ਜੀ, ਮੈਂ ਜਿਸਨੇ ਇਹ ਵੀ ਗਿਆਨ- ਬੇਨਤੀ ਕਰਨ ਮੈਂ ਲੱਗਾ ਕਹਿੰਦਾ ਉਹ ਕਿਉਂਕਿ ਬੰਦਾ ਅੰਦਰ ਝੂਠੀ ਦਾ ਝੂਠ ਬਹੁਤ ਪਈ ਸਿਰ ਜਾਣਕਾਰ ਉੱਪਰ ਇਹਦੇ ਹੋਵੇਗਾ। ਅਰਥ ਇਹ ਜਿਸਨੇ ਨੇ ਇੱਕ ਵਿਦ ਕਿ ਗਿਆ ਜਿੰਨੀ ਤੇ ਝੂਠ ਸੀ ਬੰਦੇ ਉਹ ਤੇ ਸਾਰੇ ਤਰਸ ਸਿਰ ਖਾ ਦੇ ਕੇ ਉੱਤੇ ਕਹਿੰਦਾ ਪਈ। ਪੂਰਬ ਕੀ ਕਮਾਈ ਸੁਖਦੇਵ ਜਨਕ ਇਹਦਾ ਦੇ ਅਰਥ ਪੈਰਾਂ ਨਾਲ ਪੂਰਬ ਜੁੜ ਦੀ ਕੇ ਦਿਸ਼ਾ ਉਹਦੀ ਨਹੀਂ। ਸਿਫਤ ਕਰ ਰਿਹਾ ਇਹਦਾ ਹੈ। ਮਤਲਬ ਇਹ ਬੰਦੇ ਤੇ ਸੱਚ ਜਨਮ ਤੋਂ ਸਾਰਾ ਪਹਿਲਾਂ ਸਿਰ ਕਿਤੇ ਤੋਂ ਪੈਰਾਂ ਪੂਰਬਲੇ ਤੱਕ ਕਰਮ ਲੰਗਰ ਸਨ ਦੀ ਦਾਲ ਤੇ ਦੀ ਤੇਰੇ ਝੂਠ ਮਨੁੱਖ ਨਾਲ ਭਰਿਆ ਮਿਲ ਗਈ। ਇੱਕ ਖਿੰਨ ਤੋਂ ਤਿਲ ਜਿੰਨਾ ਪੱਛਮ ਵੀ ਮੈਂ ਆਪਣਾ ਬੈਠ ਮਨ ਖਾਈ ਆਪਣੇ ਗੁਰੂ ਤੋਂ ਜਿਹੜੇ ਬੁਲਾਉਂਦਾ ਪੂਰਬ ਚਾਰ ਦਾਣੇ ਬੀਜੇ ਸਨ ਭਾਵੇਂ ਉਹਦੇ ਸਿਰ 'ਚ ਤਾਂ ਜੂਠੀ ਜਨਮ ਵਿੱਚ ਪੱਤਲਾਂ ਖਾ ਲਏ। ਡਿੱਗੀਆਂ ਪਈਆਂ। ਆਗਰੇ ਹੁਣ ਸ਼ਹਿਰ ਸਿਰਫ ਆਗਰਾ ਹੈ ਸਾਖੀ ਕਹਿ ਲਓ, ਆਗਰੇ ਦਾ ਬਾਣੀ ਦੇ ਵਿੱਚ ਜੋ ਵਚਨ ਹੈ। ਮਰਨ ਤੋਂ ਬਾਅਦ ਜਿੱਥੇ ਅੱਗੇ ਜਾਣਾ ਸੁਖਦੇਵ ਅੱਗੇ ਜਨਕ ਵਾਸਤੇ ਕੋਲ ਤੇਰੇ ਜਾਂਦਾ ਹੈ। ਭਲੇ ਬਾਪ ਕੀ। ਕਹਿੰਦਾ ਬ੍ਰਹਮ ਗਿਆਨ ਪੂਰਬ ਕੀ ਲੈਣਾ ਤੂੰ ਕਮਾਈ ਉਹਦੇ ਕੋਲ ਜਾਣਾ ਸੋ ਪਏਗਾ। ਤੋਂ ਪੱਛਮ ਮੈਂ ਬੈਠ ਖਾਈ ਉਹ ਜਦੋਂ ਰਾਜੇ ਆਗਰੇ ਜਨਕ ਕੀ ਕੋਲ ਜਾਂਦਾ ਖੇਤ ਉਹਦਾ ਤੋੜੇ ਰਾਜ ਨਾ ਭਾਗ, ਚਲਾਈ ਉਹਦਾ ਹੈ। ਰਾਣੀਆਂ, ਦਿੱਲੀ ਉਹਦੇ ਕੇ ਬੱਚੇ, ਦਲਾਲੋਂ, ਉਹਦਾ ਖਾਣਾ ਹੁਣ ਪੀਣਾ, ਉਹਦੇ ਦਿੱਲੀ ਸ਼ਹਿਰ ਗਹਿਣੇ, ਪਰ ਸੱਚ ਉਹਦੇ ਜਾਣਿਓ, ਹਾਵ ਇਹਦਾ ਭਾਵ ਦੇਖ ਅਰਥ ਕੇ ਉਹਦੇ ਮਨ 'ਚ ਕਰੀਏ ਸ਼ੰਕਾ ਪੈਦਾ ਹੋ ਕਿ ਜਾਂਦਾ ਜਿਹੜੇ ਹੈ। ਤੇਰੇ ਦਿਲ ਦੇ ਦਲਾਲ ਇਹ ਨੂੰ ਬ੍ਰਹਮ ਦਲਾਲ ਗਿਆਨ ਨਹੀਂ ਹੋ ਕਿਹੜੇ ਨੇ? ਸਕਦਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਇਹ ਹਰਕਤਾਂ ਕਿਹੋ ਜਿਹੀਆਂ ਕਰਦਾ ਪਿਆ? ਰਾਜਾ ਮਹਿਤਾ ਕੂੜ ਬਸ ਹੋਆ ਇੰਨਾ ਕੁ ਕਿਰਦਾਰ, ਸ਼ੰਕਾ ਪੈਦਾ ਹੁੰਦਾ ਹੈ। ਕਾਮਨੇਦ ਸਦ ਪੁੱਛਿਆ ਤੇ ਦੂਜਾ ਕੰਮ ਕੀ ਕਰਦਾ ਹੈ? ਵਿਚਾਰ ਕਿ ਆਪਣੇ ਆਪ ਨੂੰ ਸੁਖਦੇਵ ਤਿਆਗੀ ਕਹਿੰਦਾ। ਸੌਦਾ ਕੋਈ ਦੀ ਸਿਰੇ ਚਰਨ ਦੇ ਸਿਰਫ ਉਹ ਤਨ ਦੇ ਉੱਤੇ ਇੱਕ ਲੰਗੋਟ ਦਿਗਾਰ ਦਿਗਾ ਉਹ ਪੀਣ ਬੰਦ ਹੈ। ਜਗਾਦਰੀ ਕੀ ਲੂਟ ਹੁਣ ਉਹਦੇ ਕੋਲ ਇੱਕ ਬੰਨੀ ਹੈ, ਇੱਕ ਉਹਦੇ ਕੋਲ ਹੁੰਦੀ ਹੈ ਜਿੰਨਾ ਕੁਝ ਤੇ ਉਹ ਜਿਹੜੀ ਕੁਪੀਨ ਲੰਗੋਟੀ ਹੈ ਉਹ ਜਾਣ ਲੱਗਿਆ ਰਾਜੇ ਦੇ ਮਹੱਲ ਦੀ ਜੋੜੀ ਚ ਕੰਮ ਪੇਟ ਰੂਪੀ ਆਲੇ ਨੂੰ ਰੱਖ ਜਾਂਦਾ, ਮਿਲਣ ਚੱਲਿਆ, ਚਲੋ ਮੈਂ ਇੱਥੇ ਰੱਖ ਦਿੰਦਾ। ਜੋ ਕੁਝ ਕਮਾਇਆ ਉੱਥੇ ਜਾ ਪਹੁੰਚਦਾ ਗਿਆ ਨਾ ਜਗਾਦਰੀ ਕੀ ਲੂਟ ਪਟਿਆਲੇ ਸੁਖਦੇਵ ਮਾਨ ਦੇਖਦਾ ਪਾਈ ਜਨਕ ਹੈ। ਨੂੰ। ਸੰਗ ਕੇ ਜੋ ਜਨਕ ਸਾਥੀ, ਇੱਕ ਮਾਇਆ ਸੋ ਵਰਤਾਂ। ਸਦਾ ਹੀ ਲਾਹੌਰ ਬੋਲੇ ਨੌਕਰ ਆ ਕੇ ਕਹਿੰਦਾ, ਰਾਜਨ, ਹੁਣ ਪਾਕਿਸਤਾਨ ਵਿੱਚ ਸ਼ਹਿਰ ਨੂੰ ਅੱਗ ਲੱਗੀ। ਨਾਲ ਦੇ ਜਿਹੜੇ ਜੀ ਨੇ ਕਦੀ ਨਹੀਂ ਇਹਨਾਂ ਜਨਕ ਕਹਿਣਾ ਕਹਿੰਦਾ, ਬਸ ਕੋਈ ਹੁਣ ਬਾਤ ਬਾਹਰ ਨਾ ਨਹੀਂ। ਜਾਈਂ ਸੱਚ ਜਾਣੀ। ਦੂਸਰਾ ਹੁੰਦਾ ਉਹ ਕਹਿੰਦਾ, ਮਹਾਰਾਜ, ਕਹਿੰਦੇ ਨੇ ਅਜੇ ਅੱਧਾ ਕੁਝ ਸ਼ਹਿਰ ਨਹੀਂ ਛੱਡ ਬਣਿਆ, ਗਿਆ, ਚਾਰ ਕਹਿੰਦਾ ਮੈਨੂੰ ਕਿੱਲੇ ਪਤਾ ਲੱਗ ਹੋਰ ਗਿਆ। ਲੈਣੇ, ਜਾ ਇੱਕ ਚੱਕਰ ਕੋਈ ਗੱਲ ਹੋਣਾ। ਨਹੀਂ। ਇਹਨਾਂ ਨੇ ਲਿਆ ਤੀਸਰਾ ਹੋਰ ਆ ਕੇ ਲਿਆ, ਕਹਿੰਦਾ, ਹੋਰ ਮਹਾਰਾਜ, ਲੈਣੇ, ਕਿ ਕਦੀ ਦੇਖੋ ਸਿਰ ਧੋ ਕੇ ਆਪਣੇ ਨਹੀਂ ਤਾਂ ਕਹਿਣਾ ਬਹਿ ਮਹੱਲ ਦੀ ਗੁਰੂ ਜੂੜੀ ਗਈ ਤੱਕ ਅੱਗ ਆ ਗਈ। ਕੇ ਜੋ ਸਾਥੀ ਜਨਕ ਸੋ ਕਹਿੰਦਾ, ਤੋਂ ਮੈਨੂੰ ਸਦਾ ਪਤਾ ਹੀ ਮੈਂ ਲਾਹੌਰ ਬੈਠਾ ਜਿੱਦਾਂ ਬੋਲੇ, ਮਹੱਲੇ, ਤੁਸੀਂ ਕਿਉਂ ਛੋੜ ਡਰ ਰਹੇ ਹੋ? ਬੈਰੋਵਾਲ ਆਉਣ ਦਿਓ ਅੱਗ ਨੂੰ। ਬੈਰੋਵਾਲ ਕਸਬਾ ਹੈ। ਇੰਨੀ ਗੱਲ ਸਭ ਸੁਣ ਦੇ ਕੇ ਅੰਦਰ ਦੇ ਵੈਰ ਸੁਖਦੇਵ ਦੇ ਵੱਲ ਤਰਕ ਕੀਤਾ ਸੀ, ਅੰਮ੍ਰਿਤ ਰਾਜਾ, ਲਾਈ ਹੈ। ਇਹ ਸੋਨਾ, ਕਦੀ ਇਹ ਆਪਣੇ ਚਾਂਦੀ, ਅੰਦਰ ਇਹ ਦੇ ਰਾਣੀਆਂ, ਦਿਲ ਨੂੰ ਇਹ ਪੁੱਤਰ, ਇਹ ਅੰਮ੍ਰਿਤ ਬ੍ਰਹਮ ਗਿਆਨੀ ਸਰੋਵਰ ਕਿਉਂ ਵਿੱਚ ਮੇਰੇ ਨਾਮ ਕੋਲ ਨੇ ਦੀ ਕਿੱਥੇ ਜੋੜ। ਭੇਜ ਦਿੱਤਾ? ਅੱਗੇ ਉਹ ਕਹਿੰਦਾ ਜਦੋਂ ਨਾਭੇ ਨੌਕਰ ਕੇ ਜੋ ਨੇ ਕਿਹਾ ਲੋਕ ਵੀ ਨਾਭੇ ਅੱਗ ਦਰ ਜੋੜੀ ਨਾ ਤੱਕ ਆ ਗਈ, ਪਏ, ਜਿਨ੍ਹਾਂ ਸੁਖਦੇਵ ਨੇ ਲੋਕਾਂ ਨੂੰ ਕਿਹਾ, ਕਿਸੇ ਦਾ ਪਤਾ ਹੀ ਕੋਈ ਨਹੀਂ। ਡਰ ਨਹੀਂ, ਰੱਬ ਦੇ ਸੰਤ ਇਹ ਸੋਚਦੇ, ਅੱਗ ਲੱਗਦੀ ਵੀ ਕਿੱਦਾਂ ਪੱਥਰ ਦੇ ਨੇ। ਜਿਹੜੇ ਭੈ ਤੇ ਕਹਿੰਦਾ, ਜੇ ਮਹੱਲ ਦੀ ਜੂੜੀ ਨੂੰ ਅੱਗ ਲੱਗੀ, ਮੈਨੂੰ ਕਿਹੜਾ ਕਿਸੇ ਕੱਪੜਾ ਹੋ ਦੇਣਾ ਹੈ? ਮੇਰੀ ਕੁਪੀਨ ਉੱਥੇ ਟੰਗੀ ਪਈ ਹੈ, ਤਾਂ ਕੱਲ ਨੂੰ ਹੋਰ ਕਿਲਾ ਬਣਾ ਲਏਗਾ, ਮੈਂ ਕੱਪੜਾ ਕਿਦੋਂ ਦੂੰਗਾ? ਜਾਂਚ ਆ ਜਾਏ, ਨਿਮਰਤਾ ਉਹ ਵਿੱਚ ਆ ਇੱਕੋ ਜਾਏ, ਦਮ ਉਹ ਰੱਬ ਦੌੜਨ ਦੇ ਲੱਗਾ। ਦੁਆਰੇ ਤੇ ਪਹੁੰਚ ਜਾਂਦਾ। ਤੇ ਜਨਕ ਮੈਂ ਨੇ ਬੇਨਤੀ ਜਿਹੜੀ ਕਰ ਰਿਹਾ, ਸੁਖਦੇਵ ਅੱਗੇ ਨੂੰ ਵਾਸਤੇ ਪੁੱਛਿਆ, ਕੀ ਤੂੰ ਕੀਤਾ? ਕਿੱਥੇ ਜਾ ਰਿਹਾ? ਤੂੰ ਤਾਂ ਕੇਵਲ ਤਿਆਗੀ ਹੈ। ਵਿਛੋੜਾ ਪੈ ਗਿਆ, ਉਸ ਵਿਛੋੜੇ ਤਾਂ ਨੇ ਮੇਰੇ ਅੰਦਰ ਮਨ ਨੂੰ ਦੀ ਲੱਗੀ। ਕਾਲਖ ਨੂੰ ਜਨਮ ਦਿੱਤਾ। ਉਹ ਕਹਿੰਦਾ, ਠੀਕ ਹੈ ਤੂੰ ਰਾਜਾ, ਪਰ ਮੇਰੀ ਕੁਪੀਨ, ਦਾਤਾ ਮਿਹਰ ਕਰੇ, ਮੇਰੀ ਲੰਗੋਟ ਪਤਾ ਨਹੀਂ ਕਿਸ ਰਸਤੇ 'ਚ ਅੰਦਰ ਟੰਗੀ ਕਦੋਂ ਪਈ ਹੈ। ਗੁਰੂ ਕਲਗੀ ਵਾਲੇ ਦੀ ਰਹਿਮਤ ਵਰਤਣੀ ਤੂੰ ਹੈ। ਨਵਾਂ ਬਣਾ ਲੇਂਗਾ, ਪਹਿਲੀ ਮੇਰਾ ਗੱਲ, ਕੀ ਬਣੇਗਾ? ਬੰਦਾ ਤੇ ਦੋ ਉਹਨੇ ਤਰੀਕਿਆਂ ਇੱਕੋ ਗੱਲ ਨਾਲ ਕੀ ਕਹਿੰਦਾ, ਜਾ ਜਾਂ ਚਲਾ ਹਉਮੈ ਜਾ, ਵੀ ਜੀਂਦਾ, ਅਜੇ ਤੱਕ ਤੂੰ ਜਾਂ ਹੀਣ ਅੰਦਰੋਂ ਭਾਵਨਾ ਵੀ ਪਾਤਰ ਜੀਂਦਾ। ਹੀ ਨਹੀਂ ਬਣਿਆ ਬ੍ਰਹਮ ਕਦੀ ਵੀ ਗਿਆਨ ਲਈ। ਤਿਆਰੀ ਕਰਕੇ ਨਹੀਂ ਆਉਂਦਾ। ਤੁਰਿਆ ਫਿਰ ਤੂੰ ਕਿ ਜੰਗਲਾਂ 'ਚ ਐਤਕੀ ਮੱਥੇ ਵਿਸਾਖੀ ਮਾਰਦਾ। ਸੱਚੀ ਮੁੱਚੀ ਮੈਂ ਕਿਉਂ ਗੁਰੂ ਜੀ? ਦਾ ਖਾਸ ਰੂਪ ਹੋ ਕਹਿੰਦਾ, ਜਾਣਾ। ਸੁਣ ਤੂੰ, ਮੇਰਾ ਇੰਨੀ ਸੋਨਾ, ਹੀਣ ਮੇਰੀ ਭਾਵਨਾ ਚਾਂਦੀ, ਹੁੰਦੀ ਮੇਰੇ ਹੈ ਬੱਚੇ, ਕਿ ਮੇਰੀਆਂ ਨਹੀਂ, ਰਾਣੀਆਂ ਮੈਨੂੰ ਦੇਖ ਰੱਬ ਕੇ ਕਿੱਥੇ ਭਰਮ ਮਿਲ ਗਿਆ। ਸਕਦਾ ਹੈ। ਤੇਰੇ ਮੇਰੇ ਤੇ ਸੁਰਤਾਂ ਗੁਰੂ ਨੇ ਅਜੇ ਵੀ ਕੀ ਕਿਰਪਾ ਕੱਪੜੇ ਵਿੱਚ ਕਰਨੀ ਚੜਕੀ ਹੋਈ ਜੇ, ਇਹ ਪਿਆਰਿਓ, ਸੜ ਗਿਆ ਇੱਕ ਤਾਂ ਗੱਲ ਦੂਜਾ ਚੇਤੇ ਕੱਲ ਨੂੰ ਕਿੱਥੇ ਲਾਂਗਾ? ਤੂੰ ਕਿਹੜਾ ਰੱਬ ਦੇ ਗੁਰੂ ਭਰੋਸੇ ਕਹਿੰਦੇ ਦੀ? ਨੇ, ਜਦੋਂ ਤੂੰ ਹੋਇਆ ਗੁਰੂ ਦੀ ਕੁਛ ਵੀ ਨਹੀਂ ਸੰਗਤ ਸੀ। ਵਿੱਚ ਆਵੇਂ ਤੇ ਬਾਪ ਆਪਣੇ ਨੇ ਇੱਕ ਅੰਦਰ ਗੱਲ ਨੂੰ ਕਹੀ ਜਦੋਂ ਟਿਕਾਇਆ ਵਾਪਸ ਕਰ। ਆਇਆ। ਕਹਿਣ ਲੱਗੇ, ਗੁਰੂ ਕਹਿੰਦਾ, ਨਾਨਕ ਬੇਟੇ, ਸਾਹਿਬ ਸੰਗਤ ਵਿੱਚ ਤੂੰ ਨਜ਼ਰ ਗਲਤੀ ਟਿਕਾਉਂਦੇ ਬੜੀ ਨੇ, ਵੱਡੀ ਕੀਤੀ। ਜਿਹਦਾ ਅੰਦਰ ਜੁੜਦਾ ਹੈ, ਉਹਦੀ ਤੂੰ ਸੁਰਤ ਜਿਸ ਨੂੰ ਤੋਂ ਸਦਾ ਗਿਆਨ ਲੈਣ ਆਪਣੇ ਗਿਆ ਨਾਲ ਹੀ ਸੀ, ਲੈ ਜਾਂਦੇ। ਉਹਦੇ ਤੇ ਉਹਦੀ ਤਰਕ ਸਿਰਤ ਕਟਾਂਸ਼ ਖਿੰਡਦੀ ਕਰ ਨਹੀਂ, ਦਿੱਤਾ। ਉਹਦੀ ਸੁਰਤ ਬਿਖਰਦੀ ਹੁਣ ਨਹੀਂ, ਇੱਕ ਕੰਮ ਉਹਦੇ ਕਰ, ਅੰਦਰ ਟਿਕਾਅ ਹੈ। ਜਨਕ ਮੈਂ ਰੋਜ਼ ਇੱਕ ਸਾਧੂਆਂ ਘਟਨਾ ਆਪ ਨਾਲ ਨੂੰ, ਸਾਂਝੀ ਸੱਚੇ ਕਰਨੀ ਦੇ ਪ੍ਰਭੂ ਪਿਆਰਿਆਂ ਨੂੰ ਆਪਾਂ ਤਾਂ ਪ੍ਰਸ਼ਾਦਾ ਸਿੱਖਾਂ ਦੇ ਛਕਾਉਂਦਾ ਜੰਮ ਕੇ ਹੈ ਕਹਿੰਦੇ ਤੇ ਆ ਨਾ, ਮਹੱਲ ਦੇ ਮੈਂ ਉੱਤੇ ਸਿੱਖ ਹਾਂ। ਪੱਤਲਾਂ ਸੱਟਦਾ ਟੋਪੀ ਪਾਈ ਤਾਂ ਵੀ ਸਿੱਖ, ਝੂਠੀਆਂ। ਤੂੰ ਥੱਲੇ ਜਾ ਕੇਸਾਂ ਕੇ ਦੇ ਖੜਾ ਕਈ ਹੋ ਜਾ, ਤਰ੍ਹਾਂ ਦੇ ਤੇਰੇ ਦਾੜੇ ਸਿਰ ਦੇ ਤੋਂ ਕਿੰਗਰੇ ਪੈਰਾਂ ਬਣਾਏ ਤੱਕ ਤਾਂ ਵੀ ਪੈਣ, ਸਿੱਖ। ਪਰ ਤੇਰੇ ਮਨ 'ਚ ਪਿੱਛੇ ਆਪਣੇ ਜ਼ੁਲਮਾਂ ਮੁਰਸ਼ਿਦ ਛੱਡੀਆਂ ਪ੍ਰਤੀ ਕੱਟ ਕੇ ਕੋਈ ਤਾਂ ਵੀ ਗਲਤ ਫੁਰਨਾ ਸਿੱਖ। ਨਾ ਉੱਠੇ। ਸਿੱਖੀ ਕਿਸੇ ਇਹ ਨੂੰ ਗੁਰੂ ਮਾਂ ਦੇ ਰਾਮਦਾਸ ਨੇ ਪੇਟ ਦਰਜ ਵਿੱਚੋਂ ਨਹੀਂ ਮਿਲਦੀ। ਪਿਆਰਿਓ, ਸਿੱਖੀ ਤਾਂ ਉਹ ਖਲੋ ਗਿਆ। ਸ਼ਬਦ ਕਮਾਉਣ ਵਾਲਿਆਂ ਨੂੰ ਸੱਚਮੁੱਚ ਉਹਦੇ ਸਿਰ ਤੋਂ ਪੈਰਾਂ ਤੱਕ ਸ਼ਬਦ ਝੂਠ ਪਈ। ਇੱਕ ਹੁੰਦਾ ਬਿੰਦੀ ਤੇ ਮਹਾਰਾਜ ਨੇ ਬਾਣੀ 'ਚ ਦਰਜ ਇੱਕ ਹੁੰਦਾ ਕੀਤਾ, ਲਾਡੀ ਜਾਤਨ ਪੁੱਤਰ। ਜਾਤ ਦੇਖ ਮਤ ਬਿੰਦੀ ਦਾ ਭਰਮੋ। ਆਖਰੀ ਅਰਥ ਹੈ ਜਿਹੜਾ ਬਿੰਦ ਇੱਕ ਵਿੱਚੋਂ ਬ੍ਰਾਹਮਣ ਮਾਂ ਦੂਜਾ ਦੇ ਖੱਤਰੀ ਖੂਨ ਹੈ। ਵਿੱਚੋਂ ਪੈਦਾ ਹੋਇਆ, ਉਹ ਪਿਤਾ ਕਹਿੰਦਾ, ਦੇ ਤਾਂ ਬਿੰਦ ਕਿਹੜੀ ਵਿੱਚੋਂ ਗੱਲ, ਹੋਇਆ। ਬ੍ਰਾਹਮਣ ਭਾਵੇਂ ਤੇ ਉੱਚਾ ਹੋਵੇਗਾ, ਨਾਦੀ ਮੈਂ ਦਾ ਤਾਂ ਅਰਥ ਹੈ ਗਿਆਨ ਜਿਹੜਾ ਲੈਣਾ। ਗੁਰੂ ਦੇ ਨਾਦ ਵਿੱਚੋਂ ਜਿਹੜਾ ਸ਼ਬਦ ਜਾਤਨ ਵਿੱਚੋਂ ਜਾਤ ਨਿਕਲਿਆ। ਦੇਖ ਮਤ ਭਰਮੋ, ਨਾਦ ਦਾ ਸੁਖ ਅਰਥ ਜਨਕ ਸ਼ਬਦ। ਪਗੀ ਲਗ ਧਿਆ। ਜਿਸਨੇ ਅੰਮ੍ਰਿਤ ਦੀ ਦਾਤ ਲਈ ਝੂਠ ਗੁਰੂ ਪਈ ਨੇ ਸਿਰ ਨਾਦ ਉੱਪਰ ਬਾਣੀ ਗਾਈ, ਮਨਵਾ ਉਹਦੇ ਤਿਲ ਨਾ ਵਿੱਚੋਂ ਜਿਹੜਾ ਡੁਲਾਵੋਗੇ, ਜਨਮ ਹੁੰਦਾ ਝੂਠ ਉਹਨੂੰ ਝੂਠ ਖਾਲਸਾ ਪਈ ਕਹਿੰਦੇ। ਸਿਰ ਉੱਪਰ
ਪਰ मैं एक उदाहरण दे सिर देता तो मैं पैरों आपके तक समक्ष। सारा झूठ एक में और भरिया बंदा गया।
ਸਾਡੇ ਦੇ ਪਿੰਡ ਵਿੱਚ ਰਹਿਣ ਵਾਲਾ 5 ਵਕਤ ਦੀ ਨਮਾਜ਼ ਪੜ੍ਹਨ ਇੰਨੀ ਵਾਲਾ ਸ਼ਰਧਾ ਉਹਦੀ ਜਿੱਦਣ ਉਹਨੇ ਇੱਕ ਦਿਨ ਮਹਾਂਪੁਰਸ਼ ਦੀ ਰਸਨਾ ਜਿੰਨਾ ਗੁਰਬਾਣੀ ਸੁਣੀ ਸੱਚ ਕੱਲਾ ਇਹ ਵੇ ਕਿ ਅੰਮ੍ਰਿਤ ਨਹੀਂ ਆਪਣੇ ਛਕਿਆ ਅੰਦਰ ਨੂੰ ਉਹਦੇ ਡੋਲਣ ਨਹੀਂ ਪੁੱਤਰ ਨੇ ਇਹੋ ਮੈਂ ਜਿਹੇ ਬੇਨਤੀ ਸ਼ੁਭ ਕਰਾਂਗਾ ਕਰਮ ਜੀ, ਕੀਤੇ ਇਹ ਅੱਜ ਸ਼ਰਧਾ ਜਾਣਿਓ ਹੈ, ਇਹ ਮਹਾਨਤਾ ਤੋਂ ਵਿਸ਼ਵਾਸ ਹੈ। ਗੁਰਦੁਆਰੇ ਛਡਾਉਣ ਦੇ ਗੁਰੂ ਲਈ ਸਾਹਿਬ ਨੇ ਸਭ ਬਾਣੀ ਤੋਂ ਚ ਪਹਿਲਾ ਵਚਨ ਯੋਗਦਾਨ ਉਸ ਕੀਤੇ ਹਨ। ਮੁਸਲਮਾਨ ਕਹਿੰਦੇ ਨੌਜਵਾਨ ਦਾ ਆ ਸੀ ਕਿ ਜਿਹੜਾ ਅਸਤਿਰ ਗੁਰੂ ਦਾ ਰਹੋ, ਅੰਮ੍ਰਿਤ ਛਕ ਕੇ ਖਾਲਸਾ ਬਣ ਡੋਲੋ ਚੁੱਕਾ ਮਤ ਕਬ ਹੂੰ ਫਲੌਰ ਦੇ ਨੇੜੇ ਇੱਕ ਗੁਰ ਪਿੰਡ ਕੈ ਹੈ। ਬਚਨ ਆਧਾਰ ਥੋੜੀ ਕੀ ਜਿਹੀ ਸ਼ਰਧਾ ਦੂਰੀ ਤੇ ਉਸ ਅਸਤਿਰ ਪਿੰਡ ਦਾ ਨਾਮ ਹੈ ਬਕਾਪੁਰ। ਮਨਾ ਦੁੱਖ ਸ਼ਾਇਦ ਸੁੱਖ ਆਪਨੇ ਸਭ ਕੁਝ ਸੁਣਿਆ ਹੁੰਦਾ ਨਹੀਂ ਹੋਣਾ, ਹੈ ਗਏ ਵੀ ਬਸ ਹੋਵੋਗੇ। ਟਿਕ ਜਾਏ ਖਰੀ। ਜੀਟੀ ਰੋਡ ਦੇ ਉੱਤੇ ਅਸਤਿਰ ਰਹੋ, ਉੱਥੇ ਡੋਲੋ ਬੋਰਡ ਮਤ ਲੱਗਾ ਕਬ ਹੂੰ। ਬਕਾਪੁਰ। ਤੇ ਉੱਥੇ ਕਿਵੇਂ ਮਹਾਰਾਜ ਕਿਉਂ ਨਾ ਰਹਿੰਦਾ ਸੀ ਡੋਲੀਏ ਮੁਸਲਮਾਨ, ਅੰਦਰ ਉਹਦਾ ਖਿੰਨ ਨਾਮ ਖਿੰਨ ਸੀ ਤੀਲੇ ਦੀ ਕਰੀਮ ਤਰ੍ਹਾਂ ਬਖਸ਼। ਖਲਕਾ ਹੈ ਉਹਦੀ ਇੱਕ ਖਿੰਨ ਘਰਵਾਲੀ ਦਾ ਖੱਬੇ ਨਾਮ ਸੱਜੇ ਸੀ ਕਿੰਨੇ ਜਿੰਦੋ। ਫੁਰਨੇ ਡੁਲਾਉਂਦੇ ਨੇ ਉਹ ਫਾਰਸੀ ਦਾ ਕਿੰਨੇ ਬਹੁਤ ਕੰਮ ਵੱਡਾ ਕਰ ਵਿਦਵਾਨ ਕਾਲਾ ਸੀ। ਰਹੇਗਾ ਮੈਂ ਡੋਲੇਗਾ ਦਾਸ ਕੀਤੀ ਤੂੰ ਕਈ ਗੁਰੂ ਦੇ ਐਸੇ ਬਚਨ ਹੀਰੇ ਨੂੰ ਆਧਾਰ ਲੁਕੇ ਬਣਾ ਪਏ ਫਿਰ ਨੇ ਨਹੀਂ ਡੋਲੇ ਜਿਹੜੇ ਸਾਡੀ ਨਜ਼ਰ ਦੇ ਦੇਖੋ ਇਹ ਸਾਹਮਣੇ ਤੋਂ ਨਹੀਂ ਕਿ ਆਏ ਅਸਤਿਰ ਪਰ ਰਹੋ, ਕਮਾਈਆਂ ਉਹਨਾਂ ਦੀਆਂ ਬਹੁਤ ਨੇ। ਡੋਲੋ ਮਤ ਕਬ ਕਰੀਮ ਹੂੰ ਬਖਸ਼ ਗੁਰ ਕੈ ਫਾਰਸੀ ਬਚਨ ਦਾ ਵਿਦਵਾਨ ਆਧਾਰ ਹੈ। ਫਲੌਰ ਜੈ ਦੇ ਨੇੜੇ ਜੈਕਾਰ ਪੜ੍ਹਾਉਂਦਾ ਸਗਲ ਸੀ। ਭੂਮੰਡਲ ਇੱਥੇ ਇੱਕ ਮਹਾਂਪੁਰਸ਼ਾਂ ਦਾ ਸਥਾਨ ਸੀ ਨਿਰਮਲਿਆ ਇਸ ਦਾ। ਭੂਮੰਡਲ ਚ ਤੇਰੀ ਇਹਨੇ ਜੈ ਜਦੋਂ ਜੈਕਾਰ ਪੜ੍ਹਾਉਣ ਹੋਵੇਗੀ ਜਾਣਾ ਸਕੂਲ ਵਿੱਚ ਪਰਮਾਤਮਾ ਦੀ ਤੇ ਦਰਗਾਹ ਉਸ ਵਿੱਚ ਰੱਬ ਮਹਾਂਪੁਰਸ਼ਾਂ ਦੇ ਘਰ ਦੇ ਸਥਾਨ ਤੇ ਵਿੱਚ ਜਾਣਾ। ਸੱਚ ਇਹ ਉਹ ਵੇ ਨਿਮਰਤਾ ਵਾਲੇ ਕਿ ਬੜੇ ਉੱਥੇ ਜਾ ਕੇ ਤੇਰਾ ਮੁਖ ਕੱਟੜਤਾ ਤੋਂ ਉਜਲਾ ਉੱਪਰ ਹੋਵੇਗਾ ਆਏ ਤੇ ਹੋਏ ਜੇ ਨੂੰ ਆਪਣੇ ਗਲੇ ਪ੍ਰਤੀਤ ਨਾਲ ਨਾ ਲਾਉਣ ਆਈ, ਵਾਲੇ ਤੇ ਫਿਰ ਗੁਰੂ ਸਾਹਿਬ ਦਾ ਇੱਕ ਨਿਮਰਤਾ ਬਚਨ ਨਾਲ ਪਿਆਰ ਨਾਲ ਸਤਿਗੁਰ ਬੈਠੇਗੀ। ਕੀ ਪ੍ਰਤੀਤ ਨਾ ਧੱਕੇ ਆਇਆ ਮਾਰੋਗੇ ਤੇ ਸੱਚ ਜਾਣਿਓ ਕਿਸੇ ਸ਼ਬਦ ਨੇ ਨਾ ਨਹੀਂ ਲਾਗੋ ਰੱਖਣਾ। ਪਾਓ ਅਸੀਂ ਕੇਵਲ ਗੁਰੂ ਕੀ ਤੇ ਕਰਨੇ ਪ੍ਰਤੀਤ ਆ, ਨਹੀਂ ਆਪਣੇ ਆਪ ਤਾਂ ਨੂੰ ਬੇਨਤੀ ਬਹੁਤ ਮੈਂ ਵੱਡਾ ਇੱਕੋ ਕਰ ਰਿਹਾ ਸਿੱਖ ਹਾਂ ਲਈ ਜਿਹੜਾ ਕਿ ਬੰਦਾ ਆਪਾਂ ਕੁੱਤਾ ਨੂੰ ਜੋ ਇਹੋ ਗੁਰੂ ਜਿਹਾ ਕਹਿੰਦਾ ਤੋੜਨੇ ਪਰਤ ਕੇ ਗੁਰਦੁਆਰੇ ਹੁਣ ਜੇ ਜੁੜੇ ਨਾ ਕਹੀਏ ਜੀ ਅਕਲ ਨਾਲ ਪਿਆਰਿਓ, ਸੋਚੋ ਮੈਂ ਕਹਿੰਦਾ ਇੱਕ ਵਿਚਾਰ ਡਾਲਰ ਕਰੋ ਜ਼ਮੀਨ ਤੇ ਡਿੱਗ ਪਰ ਪਏ। ਜੋ ਗੁਰੂ ਗ੍ਰੰਥ ਸਾਹਿਬ ਨੇ ਅਸੀਂ ਕਹਿਤਾ 5 ਜੋ ਫੁੱਟ ਗੁਰੂ ਦੀ ਗੋਬਿੰਦ ਦੇਹ ਸਿੰਘ ਨੂੰ ਨੇ ਥੱਲੇ ਬਖਸ਼ ਝੁਕਾਣੇ ਕਰਨੀ ਆ ਕਾਦਾ ਤਰ ਤੇ ਜਿਹੜਾ ਬੰਦਾ ਡਿੱਗ ਚੁੱਕਾ ਕੁਝ ਉਸ ਦਿਨ ਆਪਾਂ ਗੁਰੂ ਨੂੰ ਰਾਮਦਾਸ ਦਾ ਅੱਜ ਵੀ ਕਿਉਂਕਿ ਗ੍ਰਹਿ ਚ ਪਾਠ ਡਿੱਗੇ ਨੂੰ ਕਰਦੇ ਚੁੱਕਣ ਹਾਂ ਵਾਸਤੇ ਮਾਰੇ ਦਾ ਆਪ ਚੁੱਕਣਾ ਬਚਨ ਪੈਂਦਾ। ਕਿ ਖਮ ਅੰਧਲੇ ਬਾਬੇ ਅੰਧ ਨੇ ਵਿਖੇ ਡਿੱਗਿਆ ਬਿਖਰਾਤੇ ਸੀ ਇੱਕ ਕਟੋਰਾ ਕਿਉਂ ਚੱਲ ਰਹੇ ਤੇ ਗੁਰ ਇਹਨੇ ਚਾਲੀ ਕਿਹਾ ਕਿ ਕਟੋਰਾ ਸਤਿਗੁਰ ਆਪਣੇ ਦਇਆ ਉੱਤੇ ਆ ਕਰੇ ਜਾਏ। ਸੁਖ ਦਾਤਾ ਇੱਕੋ ਹਮ ਗੱਲ ਲਾਵੇ ਕੀਤੀ ਲੈਣਿਆ ਆਪਣੀ ਚਿੱਕੜ ਵਿੱਚ ਡਿੱਗ ਪਿਆ ਹੈ। ਕਹਿਣ ਲੱਗੇ ਹੁਣ ਖੁੱਪਣ ਇਹ ਕਰੋ ਕੀ ਹੈ? ਕਿਉਂਕਿ ਚਿੱਕੜ ਇਹ ਵਿੱਚ ਸ਼ਰਧਾ ਨਹੀਂ ਤੇ ਡਿੱਗੇ ਹੋਰ ਹੋਏ ਨੂੰ ਕੀ ਦੱਸੋ? ਕੱਢਣ ਲਈ ਚਿੱਕੜ ਵਿੱਚ ਹੱਥ ਚਲੋ ਪਾਉਣਾ ਅਰਥ ਅਸੀਂ ਪਿਆ। ਕਰ ਦਿਆਂਗੇ ਬੜੇ ਪਰ ਸਿੱਧੇ ਰੱਬ ਨੇ ਅਰਥ ਮਿਹਰ ਕੀਤੀ, ਹਮ ਆਪ ਨੂੰ ਅੰਧਲੇ ਸੋਚ ਅਸੀਂ ਕਰ ਦਿੱਤਾ। ਅੰਨੇ ਖਾਂ ਉਸ ਤੇ ਉਸ ਦਿਨ ਮੈਂ ਕਰੀਮ ਬੇਨਤੀ ਕੀਤੀ ਸੀ ਰੋਜ਼ ਗੁਰਬਾਣੀ ਨਿਰਮਲੇ ਕਦੀ ਵੀ ਸਾਧੂ ਉਸ ਕੋਲ ਬੰਦੇ ਨੂੰ ਉਹਨਾਂ ਅੰਨਾ ਤੋਂ ਨਹੀਂ ਬਾਣੀ ਮੰਨਦੀ ਸੁਣਨੀ ਸ਼ੁਰੂ ਕਰ ਦਿੱਤੀ। ਜਿਹਦੀਆਂ ਅੱਖਾਂ ਦੀ ਜਪਜੀ ਜੋਤ ਸਾਹਿਬ ਉਹਨਾਂ ਚਲੀ ਨੇ ਜਾਏ ਇੱਕ-ਇੱਕ ਤੋਂ ਗੁਰਬਾਣੀ ਕਰਕੇ ਉਸ ਕੰਠ ਕਰਾ ਬੰਦੇ ਨੂੰ ਦਿੱਤਾ। ਅੰਨਾ ਮੰਨਦੀ ਹੁਣ ਜਿਹੜਾ ਘਰ ਅੱਖਾਂ ਹੋਣਾ, ਨਾਲ ਵੇਖ ਕੇ ਵੀ ਮਸੀਤ ਬਾਣੀ ਵਿੱਚ ਨਾਲ ਜਾਣ ਜੁੜਿਆ ਦੀ ਥਾਂ ਹੋਇਆ ਉਹ ਸਵੇਰੇ ਜਿਹੜਾ ਜਪਜੀ ਖਸਮ ਸਾਹਿਬ ਤੋਂ ਪੜ੍ਹਨ ਲੱਗ ਟੁੱਟ ਗਿਆ ਪਿਆ। ਅੰਨਾ ਕੁਝ ਦਿਨਾਂ ਤੋਂ ਅੰਧੇ ਬਾਅਦ ਇਹ ਨਾ ਘਰ ਵਾਲੀ ਆਖੀਏ ਨੂੰ ਵੀ ਚੇਚਕ ਲੱਗੀ। ਉਹ ਜਿਹਨੂੰ ਬਾਣੀ ਖਲੋਣਾ ਪੜ੍ਹਨ ਨਾ ਲੱਗਾ। ਹੈ ਕੇਵਲ ਜਿਨ੍ਹਾਂ ਦੇ ਜਪਜੀ ਮੂੰਹ ਨਹੀਂ, ਉੱਤੇ ਅੱਖਾਂ ਨਹੀਂ ਉਹਨਾਂ ਨੂੰ ਲੋਕਾਂ ਮਤ ਪਤਾ ਅੰਧੇ ਕਹੋ ਕੁਝ ਸਾਲਾਂ ਅੰਧੇ ਵਿੱਚ ਉਹਨੇ ਸੇ ਨਾਨਕਾ ਸੰਪੂਰਨ ਖਸਮੋ ਗੁਰੂ ਸਾਹਿਬ ਦੀ ਉੱਥੇ ਪੂਰੀ ਜਾਏ ਹੁਣ ਸਾਖਿਆ ਆ ਸ਼ਰਧਾ ਹੈ ਜੀ ਜੇ ਮਹਾਂਪੁਰਸ਼ਾਂ ਨੇ ਪੁੱਛੋ ਜੀ ਕਿਹੜੀ ਸ਼ਰਧਾ ਹੁਣ ਮਾਰੀ ਕਿਨੇ ਗੁਰਗੱਤਾ ਹਮ ਦੀ ਅੰਧਲੇ ਨਮਾਜ਼ ਪੜ੍ਹਨ ਅੰਧ ਵਾਲਿਆਂ ਵਿਖੇ ਦਾ ਬਿਕਰਾਤੇ ਉਹਦੇ ਜੈ ਚ ਅੰਦਰ ਗੁਰੂ ਪ੍ਰਗਟਾ ਦਾ ਪਿਆਰ ਕਿਵੇਂ ਅੰਨੇ ਮੈਂ ਖਾਂ ਅਰਜ਼ ਕੀਤੀ। ਕਿਉਂ ਚੱਲ ਮਤ ਹੈ ਗੁਰ ਸਮਝੀ ਚਾਲੀ ਅਸੀਂ ਸਿੱਖ ਦੇ ਸਤਿਗੁਰੂ ਘਰ ਜੰਮਦੇ ਤੇਰੇ ਤੇ ਦਸੀ ਵੱਡੇ ਚਾਲੀ ਸਿੱਖਾਂ ਤੇ ਰਸਤੇ ਤੇ ਜੇ ਕਿਵੇਂ ਗੁਰੂ ਦਾ ਚੱਲ ਬਚਨ ਨਹੀਂ ਮੰਨਿਆ ਤੇ ਸਿੱਖ ਸਤਿਗੁਰ ਨਹੀਂ। ਦਇਆ ਕਰੇ ਬਚਨ ਕਮਾਉਣ ਵਾਲਾ ਸੁਖ ਹੀ ਸਿੱਖ ਦਾਤਾ ਹੈ। ਹਮ ਉਸਨੇ ਲਾਵੇ ਆਪਣੇ ਘਰ ਦੇ ਅੰਦਰ ਤੂੰ ਇੱਕ ਦਇਆ ਸੋਹਣੀ ਕਰ ਥਾਂ ਸੁੱਖਾਂ ਦੇ ਬਣਾਈ, ਦਾਤੇ ਤਹਿਖਾਨਾ ਬਣਾਇਆ। ਸਾਨੂੰ ਆਪਣੀ ਪਾਲੀ ਤੇ ਆਪਣੇ ਮੇਰੇ ਪੱਲੇ ਨਾਲ ਕਿਹਾ, ਜੋੜ ਬਾਬਾ ਲੈ। ਜੀ ਹੁਣ ਮੇਰਾ ਅਗਲੀ ਇੱਕ ਜਿਹੜੀ ਘਰ ਹੈ, ਬੇਨਤੀ ਮੇਰੀ ਹੈ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੇਖੋ, ਪ੍ਰਕਾਸ਼ ਘਰ ਕਰ ਲਾ ਉਹਦੇ ਚ ਕਿਹੜਾ ਸੂਤਰ ਮਾਰ ਰੱਖਿਆ ਗੁਰੂ ਰਾਮਦਾਸ ਦਾ ਉਹਨਾਂ ਸ਼ਬਦ ਮਹਾਂਪੁਰਸ਼ਾਂ ਕਿਹਾ ਮਾਰੇ ਕਿੰਨੇ ਗੁਰ ਸਿੱਖ ਪੂਰੀ ਰਹਿ ਨੀਤ ਤੋਂ ਰੱਖਣ ਲੱਗ ਪਿਆ ਕਿ ਚਲੋ ਉਹਨੇ ਗੁਰ ਰੱਖ ਲਿਆ। ਚਾਲੀ ਬਾਣੀ ਆਉਂਦਿਆਂ ਜਾਂਦਿਆਂ ਮਿੱਤਰ ਉਹਨੇ ਗੁਰਸਿੱਖ, ਉੱਚੀ ਉੱਚੀ ਪੜ੍ਹਨੀ ਗੁਰੂ ਕਰਨੀ। ਦੀ ਦੱਸੀ ਕੋਈ ਲੋਕ ਚਾਲੀ ਤੇ ਗੁਰੂ ਦੁਨੀਆ ਦੇ ਤੋਂ ਦੱਸੀ ਗੁਰੂ ਕੋਈ ਗ੍ਰੰਥ ਰਹਿ ਸਾਹਿਬ ਤੇ ਦਾ ਚੱਲ ਘਰ ਪ੍ਰਕਾਸ਼ ਕੀਤਾ ਤੇ ਪਹਿਲਾਂ ਅਸੀਂ ਰੱਬ ਦਾ ਕਿਉਂ ਚੱਲ ਰਹੇ ਗੁਰ ਭਾਣਾ ਚਾਲੀ ਉਹਦੀ ਤੇ ਮਾਰੇ ਘਰਵਾਲੀ ਕਹਿਣ ਦੀ ਲੱਗੇ ਮੌਤ ਹੋ ਗਈ। ਗੁਰਸਿੱਖ ਮੀਤ ਚਲੋ ਜਦੋਂ ਗੁਰ ਉਹਨੂੰ ਚਾਲੀ ਇਸ਼ਨਾਨ ਕਰਾਇਆ ਸਵਾਲ ਤੇ ਫਿਰ ਉੱਤੀ ਤੇ ਖਲੋਤਾ ਸਾਰਾ ਜਗਿਆਸੂ ਪਰਿਵਾਰ ਪੁੱਛ ਰਿਹਾ ਕਿਉਂ ਬਰਾਦਰੀ ਚੱਲ ਰਹੇ ਇਕੱਠੀ ਗੁਰ ਚਾਲੀ ਤੇ ਤੇ ਕਰੀਮ ਗੁਰੂ ਜੀ ਬਖਸ਼ ਕਹਿੰਦੇ ਨੇ ਉਹਨਾਂ ਗੁਰਸਿੱਖ ਮੀਤ ਮਹਾਂਪੁਰਸ਼ਾਂ ਚਲੋ ਕੋਲ ਗੁਰ ਗਿਆ। ਚਾਲੀ ਕਿਹੜੀ ਉਸ ਹੁਣ ਅੱਗੇ ਅਸਥਾਨ ਗਏ ਤੋਂ ਬਲਾਈਂਡ ਜਦ ਫੇਥ ਗੁਰੂ ਕਰੋ ਜੋ ਗ੍ਰੰਥੀ ਗੁਰ ਸਾਹਿਬ ਕਹੇ ਜਾਂਦੇ ਉਹ ਪੜਨ ਸੋਈ ਲੱਗੇ ਪਲਮਾਂ ਨੂੰ ਅਸ਼ਰਧਾ। ਜਦੋਂ ਜ਼ਨਾਦੇ ਦੀ ਨਮਾਜ਼ ਜੋ ਗੁਰੂ ਕਹਿੰਦਾ ਤੇ ਉਹਨੇ ਕਿਹਾ ਕਿ ਜੋ ਗੁਰ ਕਹੇ ਸੋਈ ਪਲ ਮਨ ਗੁਰੂ ਹਰ ਹਰ ਨਾਨਕ ਸਾਹਿਬ ਕਥਾ ਦੀ ਨਿਰਾਲੀ ਪੜ੍ਹਦੀ ਸੀ। ਜੋ ਸਤਿਗੁਰੂ ਤੇ ਮੈਂ ਕਹਿੰਦੇ ਭਾਈ ਸਾਹਿਬ ਨੇ ਨੂੰ ਉਹਨੂੰ ਲਿਆਂਦਾ ਭਲਾ ਕਿ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਇਹ ਕਰਨ। ਤੇਰੇ ਜੀਵਨ ਦੀ ਕਥਾ ਸਾਰੇ ਛੱਡ ਕੇ ਸੰਸਾਰ ਚਲੇ ਤੋਂ ਗਏ। ਵੱਖ ਹੋ ਜਾਏਗੀ ਪਿਆਰਿਓ, ਪ੍ਰਭੂ ਦੀ ਉਸ ਕਥਾ ਵੇਲੇ ਬੰਦੇ ਵਾਕਈ ਤੇ ਨਿਰਾਲੀ ਕੀ ਹੈ ਵਾਪਰਦੀ ਉਹਦੀ ਹੋਵੇਗੀ। ਕਥਾ ਤੇਰੀ ਇੱਕੋ ਜੀਵਨ ਦੀ ਮੇਰੇ ਕਥਾ ਗੁਰੂ ਨੂੰ ਨਾਨਕ ਬਦਲ ਸਾਹਿਬ ਅੰਦਰ ਨੂੰ ਹਜ਼ੂਰ ਨੇ ਚਿੱਟਕ ਇੱਥੇ ਲਾਈਏ, ਬੁਲਾਈ ਪਹਿਲੀ ਸੀ। 7 ਵਜੇ ਚੱਲਣ ਮੈਂ ਦੀ ਸ਼ਬਦ ਬਾਤ ਵਰਤਿਆ ਹੈ। ਕਿ ਉੱਥੇ ਸਤਿਗੁਰ ਕੀ ਉਹਨਾਂ ਪ੍ਰਤੀਤ ਨਾ ਗੁਰਮੁਖਾਂ ਨੇ ਆਇਆ ਅਰਦਾਸ ਕੀਤੀ, ਸ਼ਬਦ ਨਾ ਲਾਗੋ ਸੰਸਕਾਰ ਭਾਵ ਕੀਤਾ। ਉਸ ਨੂੰ ਉਦੋਂ ਪੰਜ ਸੁਖ ਨਾ ਖਾਲਸਾ ਉਪਜੇ ਦੀਵਾਨ ਵਾਲੇ ਭਾਵੇਂ 100 ਬਾਊ ਗੇੜਾ ਤੇਜਾ ਹਾਂ ਸਿੰਘ ਹੋ ਜੀ ਜਾਓ ਪਸੌੜ ਵਾਲੇ 100 ਉਦੋਂ ਵਾਰੀ ਅਜੇ ਗੁਰਦੁਆਰੇ ਉਹ ਚੱਕਰ ਪੰਥ ਮਾਰ ਛੁਛੇ ਦਿਸਣ ਗਏ। ਪ੍ਰਤੀਤ ਤੋਂ ਚਾਹੇ ਬਿਨਾਂ ਉਹ- ਕਿਵੇਂ ਉਹ ਆਏ ਉੱਥੇ ਜਿਨ੍ਹਾਂ ਨੂੰ ਦੀਵਾਨ ਪ੍ਰਤੀਤ ਸਜਿਆ, ਆ ਭੋਗ ਪਾਇਆ ਗਏ ਗਿਆ। ਚਲੋ ਇੱਕ ਬਚਨ ਹੋਰ ਅਸੀਂ ਲੋਕ ਉਹਦਾ ਭਾਵਨੀ ਵਿਰੋਧ ਸ਼ਬਦ ਕਰਨ ਲੈ ਲੱਗੇ। ਲੈਣੇ ਪਤਾ ਨਹੀਂ ਉਹਨੂੰ ਇੰਨੀ ਜਿਨ੍ਹਾਂ ਨੂੰ ਚੇਤਕ ਪ੍ਰਤੀਤ ਆ ਲੱਗ
ਅੱਜ ਮੈਂ ਦੋ ਬਚਨ ਉਹਨੇ ਪੜਾਣਾ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਚੋਂ ਲੈਣੇ ਆ। ਚਾਰ ਉਹਦੇ ਪੁੱਤਰ ਸਨ ਤੇ ਦੋ ਹੀ ਤੁਹਾਨੂੰ ਇੱਕ ਤਕਰੀਬਨ ਉਹਦੀ ਧੀ ਸੰਗਤ ਸੀ। ਨੂੰ ਯਾਦ ਹੋਣਗੇ ਉਹਨੇ ਕਿ ਤਾਂ ਕਹਿੰਦਾ ਪੱਕੇ ਮੈਂ ਮੈਨੂੰ ਗੁਰੂ ਗੁਰੂ ਸਾਹਿਬ ਨਾਨਕ ਦੀ ਸਾਹਿਬ ਦਾ ਕੀਰਤਨ ਕਰਨ ਵਾਲੇ ਸਿੱਖ ਗੁਰੂ ਸਿੱਖ ਕਰਦੇ ਆ। ਤੇ ਫਿਰ ਉਹਦੇ ਉਹ ਸ਼ਬਦ ਘਰ ਪੜ੍ਹਦੇ ਉਹ ਚ ਦੀਵਾਨ ਭਾਵੇਂ ਸਜਾਇਆ ਦਾ ਗਿਆ। ਜ਼ਿਕਰ ਹੈ। ਚਾਰ ਪੁੱਤਰਾਂ ਨੂੰ, ਕਰੀਮ ਬਖਸ਼ ਨੂੰ ਤੇ ਉਹਦੀ ਗੁਰੂ ਬੱਚੀ ਨੂੰ, 6 ਜਣਿਆਂ ਨੂੰ ਦੋਨੋਂ ਪੱਖ ਉੱਥੇ ਰੱਖੇ ਨੇ। ਖੰਡੇ ਇੱਕ ਬਾਟੇ ਹੋਰ ਤੇ ਬੇਨਤੀ ਅੰਮ੍ਰਿਤ ਕਰਾਂ। ਦੀ ਦਾਤ ਦਿੱਤੀ ਗਈ।
ਉਸ ਦਾ ਜੇ ਨਾਮ ਰੱਖਿਆ ਗਿਆ ਅੰਨੇ ਤੇ ਸ਼ਰਧਾ ਬਣਾ ਭਾਈ ਲਓਗੇ ਫਿਰ ਲਖਮੀਰ ਕੀ ਸਿੰਘ। ਬਣੇਗਾ? ਸੰਤ ਲਖਮੀਰ ਸਿੰਘ ਇੱਕ ਵਾਰ ਇੱਕ ਪਿਆਰੇ ਬਹੁਤ ਪੜ੍ਹ ਵੱਡੇ ਕੇ ਉਹਨੇ ਪਿੰਡ ਛੱਡ ਦਿੱਤਾ। ਤਾਰਕਿਕ ਨੇ ਸਾਰੀ ਜ਼ਿੰਦਗੀ ਖਰਮੰਦਰ ਕਿਸੇ ਹਿੰਦੁਸਤਾਨ ਦੇ ਸਾਧੂ ਨੂੰ ਇਹ ਸ਼ਬਦ ਕਹੇ ਸਨ। ਝਾੜੂ ਲਾਉਂਦੇ ਸਨ। ਕਹਿੰਦਾ ਇਸ ਬਾਬੇ ਕੋਲ ਇਸ ਸਾਧੂ ਕੋਲ ਆ ਕੇ ਬੈਠੇ ਰਹੋ। ਕਰਦੇ ਸਨ। ਵੱਡੇ ਵੱਡੇ ਧਰਮ ਸਰਦਾਰ ਤੋਂ ਅੰਧਵਿਸ਼ਵਾਸ ਉਹਨਾਂ ਦੇ ਕੋਲ ਆ ਕੇ ਬੈਠਦੇ ਸਨ। ये तो ਤੇ अंधविश्वास है। ਭਾਈ ਸਾਹਿਬ ਭਾਈ ਵੀਰ शब्द ਸਿੰਘ कहे। ਵਰਗੇ ਉਹ ਸੰਤ ਅਨਪੜ੍ਹ ਲਿਖਾਰੀ, ਬੰਦਾ ਉਹਨੇ ਅੱਗੋਂ ਉੱਤਰ ਉਹ ਵੀ ਦਿੱਤਾ, ਸੰਤ ਕਹਿੰਦਾ ਲਖਮੀਰ ਓਰੇ ਸਿੰਘ ਦੇ ਚਰਨਾਂ ਵਿੱਚ ਬੈਠ ਕੇ प्रभु ਗੁਰੂ ਦੀ का ਗੱਲ रास्ता ਸੁਣਦੇ तो ਹੁੰਦੇ। है ही अंधविश्वास ਜਪਣ पर ਵਾਲਾ अंधे ਇੱਕ पर विश्वास मत ਪੰਜ करो। ਵਕਤ ਦਾ ਨਮਾਜ਼ੀ ਅੰਮ੍ਰਿਤ ਦੀ ਦਾਤ ਲਈ ਮੈਂ ਤਾਂ ਅਰਜ਼ ਕਰਨ ਲੱਗਾ ਕਿ ਉਸ ਅੰਮ੍ਰਿਤ Blind ਨੇ faith। ਕਿੱਡੀ ਵੱਡੀ ਕ੍ਰਾਂਤੀ ਲਿਆਂਦੀ। ਅੰਮ੍ਰਿਤ ਹੁਣ ਦਾ ਦੇਖੋ ਸ਼ਬਦ ਲਿਆ। ਸ਼ਰਧਾ ਕੀ ਕਹਿੰਦੀ, ਜਦੋਂ ਸ਼ਰਧਾ ਨਾਲ ਇਹਦੇ ਵੱਡੇ ਪੁੱਤਰ ਦਾ ਨਾਮ ਸੀ ਇਹ ਸਮਝ ਲੈਣਾ ਹੁਣ ਵੀ ਉਹਨੂੰ ਅੰਮ੍ਰਿਤ ਜੋ ਛਕਾਉਣ ਮੈਂ ਤੋਂ ਬਾਅਦ ਗੱਲ ਤਾਂ ਉਹਦਾ ਬਸ ਇਹ ਨਾਂ ਗੱਲ ਰੱਖਿਆ ਸ਼ਰਧਾ ਗਿਆ ਸਭ ਤੋਂ ਪਹਿਲੀ ਮਹਿਤਾਬ ਗੱਲ ਸਿੰਘ। ਵੀ ਜਦੋਂ ਆਪਣੀ ਅੰਮ੍ਰਿਤ ਛਕ ਕੇ ਗਿਆਨ ਨੂੰ ਹਰਿਮੰਦਰ ਆਪਣੀ ਸਾਹਿਬ ਹੋ ਜ਼ਬਾਨ ਗਏ, ਨੂੰ ਆਪਣੇ ਉਸ ਵੇਲੇ ਵਿਗਿਆਨ ਪੁਜਾਰੀਆਂ ਨੂੰ ਦਾ ਆਪਣੀ ਕਬਜ਼ਾ ਸੀ। ਖੋਪੜੀ 'ਚ ਜੋ ਭਾਈ ਕੁਝ ਸਾਹਿਬ ਭਰਿਆ ਦੇ ਪਿਆ ਨਾ ਪੁੱਤਰ ਨੂੰ ਸੰਤ ਬਸ ਲਖਮੀਰ ਸੱਚੀ ਸਿੰਘ ਮੁੱਚੀ ਦੇ ਪੁੱਤਰ ਨੂੰ ਇੱਥੇ ਮੱਥਾ ਟੇਕ ਕੇ ਅੰਦਰ ਕਹਿ ਦੇਣਾ ਦੇਗ ਮੇਰਾ ਨਾਲ ਸਭ ਦਿੱਤੀ ਕੁਝ ਝੂਠਾ ਕਹਿ ਹੈ ਦਿੱਤਾ ਗਿਆ ਕੇਵਲ ਸੱਚ ਤੁਸੀਂ ਤੂੰ। ਮੁਸਲਮਾਨ ਹੋ, ਤੁਹਾਡੀ ਦੇਖ ਤਾਂ ਕਦੀ ਪ੍ਰਵਾਨ ਨਹੀਂ ਹੋ ਸਕਦੀ। ਭਾਈ ਸਾਹਿਬ ਨੇ ਉਸ ਸ਼ਬਦ ਵਰਤੇ। ਮਹਿਤਾਬ ਸਿੰਘ ਨੇ ਬਣਾਈ ਤੇ ਉਹ ਕਹਿੰਦੇ ਨੇ ਜਦੋਂ ਸ਼ਰਧਾ ਵਾਲਾ ਖਾਲਸਾ ਬਰਾਦਰੀ ਜਦੋਂ ਗੁਰੂ ਸ਼ਰਧਾ ਦੇ ਬਦਲੇ ਕੀ ਮਿਲਦਾ ਹੈ? ਪਤਾ ਨਹੀਂ ਇੱਕ ਕਿਹਦੇ ਕਦਮ ਸਿਰ ਤੁਰਦਾ ਤੇ ਹੈ। ਹੱਥ ਰੱਖ ਕੇ ਉਹਨੇ ਕੌਮ ਨੂੰ ਤੇ ਕਿਉਂ ਗੁਰੂ ਵੱਡਾ ਜਿਹਾ ਚਮਤਕਾਰ ਦੇ ਦੇਣਾ। ਸਤਿਗੁਰੂ ਇਹ ਤਾਂ ਅਚਿੰਤ ਉਹਦੇ ਖੇਡ ਉਹਨੂੰ ਵਾਪਰ ਲੈਣ ਗਈ। ਲਈ ਕਰੋੜਾਂ ਹੁਣ ਕਦਮ ਭਾਈ ਅੱਗੇ ਮਹਿਤਾਬ ਹੁੰਦੇ। ਸਿੰਘ ਨੇ ਤੁਸੀਂ ਖਾਲਸਾ ਕਵਿਤਾ ਪੜ੍ਹ ਬਰਾਦਰੀ ਸੁਣਦੇ ਹੋ, ਬਣਾਈ। ਭਾਵਨੀ ਸ਼ਬਦ ਜਲਿਆਂ ਲਿਖੋ। ਵਾਲੇ ਬਾਗ ਵਿਖੇ 1920 ਨੂੰ ਇੱਕ ਗੁਰਮਤ ਮਹਾਰਾਜ ਸਮਾਗਮ ਕੀਤਾ। ਕਹਿੰਦੇ ਜੇ ਇੱਕ ਉਹਨੇ ਕਦਮ ਜਿਨ੍ਹਾਂ ਤੁਰਦਾ ਨੂੰ ਹੈ, ਸ਼ੂਦਰ ਕਿਹਾ ਜਾਂਦਾ ਗੁਰੂ ਸੀ, ਕਰੋੜ ਛੂਤ ਕਿਹਾ ਸ਼ਬਦ ਜਾਂਦਾ ਵਰਤਿਆ, ਸੀ, ਕਰੋੜਾਂ ਉਹਨਾਂ ਕਦਮ ਨੂੰ ਹੁੰਦੇ ਪੱਲੋਂ ਨੇ। ਫੇਰ ਕੇ ਕਿਹਾ ਆਓ ਤੇ ਇੱਕ ਬਚਨ ਗੁਰੂ ਚੋਂ ਦੇਖ ਗੋਬਿੰਦ ਕਿਹਾ ਸਿੰਘ ਕਹਿੰਦੇ ਨੇ ਜੀ ਦੇ ਸਿੱਖ ਅੰਮ੍ਰਿਤ ਦੀ ਇੱਕ ਵਾਰੀ ਦਾਤ ਲਓ। ਆਵਾਜ਼ ਮਾਰਦਾ, ਠੀਕ ਸਤਿਗੁਰੂ ਹੈ, ਜੀ। ਵਕਤੀ ਤੌਰ ਤੇ ਫਿਰ ਪੁਜਾਰੀ ਸੁਣੋ। ਨਫ਼ਰਤ ਕਰਦੇ ਨੇ ਧੰਨ ਗੁਰੂ ਪਰ ਨਾਨਕ ਅੰਮ੍ਰਿਤ ਸਾਹਿਬ ਜੀ। ਛਕੋਗੇ ਤੇ ਗੁਰੂ ਗੋਬਿੰਦ ਸਿੰਘ ਆਪਣੇ ਸਿੱਖ ਗਲੇ ਇੱਕ ਨਾਲ ਵਾਰੀ ਜ਼ਰੂਰ ਆਵਾਜ਼ ਲਾਵੇ। ਮਾਰਦਾ, ਮੇਰੇ ਪ੍ਰੀਤਮ ਅੰਮ੍ਰਿਤ ਸਤਿਗੁਰੂ ਛਕਿਆ, ਜੀ। ਦੇਗ ਲੈ ਕੇ ਆਏ, ਸ਼ਰਧਾ ਨਾਲ ਆਵਾਜ਼ ਮਾਰਦਾ ਹਰਿਮੰਦਰ ਹੈ। ਸਾਹਿਬ ਪਹੁੰਚੇ ਤੇ ਸੱਚ ਤੇ ਇਹ ਵੇ ਕਿ ਪੁਜਾਰੀਆਂ ਨੇ ਗੁਰੂ ਕਹਿ ਦਿੱਤਾ ਵਾਰ-ਵਾਰ ਤੁਹਾਡੀ ਦੇਗ ਮਾਰਦਾ ਪ੍ਰਵਾਨ ਨਹੀਂ ਹੋ ਮੇਰੇ ਸਿੱਖ ਸਕਦੀ। ਜੀ। ਦੇਖੋ ਇੱਕ ਪੜਾਉਣ ਇੱਕ ਵਾਲਾ ਦੇ ਬਦਲੇ ਟੀਚਰ ਵਾਰ-ਵਾਰ। ਮੁਸਲਮਾਨ ਜਦੋਂ ਉਹਦਾ ਫਿਰ ਗੁਰੂ ਸੁਣੋ, ਕੀ ਬਾਣੀ ਕਿਉਂਕਿ ਤੇ ਕਵਿਤਾ ਕੀਦਾ ਤੁਸੀਂ ਬਣਿਆ, ਬੜੀ ਵਾਰੀ ਸੁਣਿਆ, ਉਹਦੇ ਪਰ ਪੁੱਤਰ ਥੋੜ੍ਹਾ ਨੇ ਜਿਹਾ ਕਿੰਨੀ ਗਹਿਰਾਈ 'ਚ ਕੁ ਵੱਡੀ ਜਾਣਾ। ਕ੍ਰਾਂਤੀ ਕੌਮ ਵਿੱਚ ਲਿਆਂਦੀ। ਡੂੰਘਾਈ ਦੇਖ ਲੈ ਜਾਈਏ, ਕੇ ਸਿੱਧੇ ਅਰਥ ਮੈਂ ਕਰ ਦਿਆਂ। ਗਏ। ਉੱਥੇ ਸ਼ਰਧਾ ਸਿੱਖ ਦਾ ਆਗੂ ਇੱਕ ਇਕੱਠੇ ਕਦਮ ਹੋਏ। ਪੱਟੋ। ਜਦੋਂ ਇਹਨਾਂ ਕਿਹਾ ਤੇ ਵੀ ਭਾਈ ਸਾਡੀ ਸਾਹਿਬ ਕਰਾ ਕਹਿੰਦੇ ਕੋਈ ਗੁਰੂ ਸ਼ਾਦੀ ਸ਼ਰਧਾ ਪ੍ਰਵਾਨ ਵਾਲੇ ਲਈ ਕੀਤੀ ਕਰੋੜਾਂ ਜਾਏ। ਕਦਮ ਪੁਜਾਰੀਆਂ ਅੱਗੇ ਨੇ ਵੱਧਦਾ ਕਿਹਾ ਹੈ। ਤੁਸੀਂ ਆਪਣੇ ਵੱਲ ਸ਼ਰਧਾ ਝਾਤੀ ਨਾਲ ਨਹੀਂ ਇੱਕ ਮਾਰਦੇ। ਵਾਰੀ ਜ਼ਬਾਨ ਤੋਂ ਤੁਸੀਂ ਸਿਰਫ ਹੈ ਕੌਣ? ਸਤਿਗੁਰੂ ਕੋਈ ਮਾਤਰ ਰਮਦਾਸੀਆ, ਕਹਿ ਦਿਓ। ਕੋਈ ਨਾਈ, ਗੁਰੂ ਕੋਈ ਝੂਠ, ਵਾਰ-ਵਾਰ ਕੋਈ ਸਿਰ ਮੁਸਲਮਾਨ ਕਰਦਾ ਕਹਿੰਦਾ ਹੈ। ਤੁਹਾਡਾ ਵਕਤ ਭਾਵਨਾ ਦੇਖਦਾ ਤੇ ਲੱਗ ਚੁੱਕਾ ਭਗਤੀ ਹੈ। ਨਾਲ ਕੁਝ ਵੀ ਉਹਦੇ ਪੱਲੇ ਦਿਲ ਨਹੀਂ। ਖਲੋ ਕੇ ਮਹਿਤਾਬ ਉਦੋਂ ਸਿੰਘ ਨੇ ਕੌਡੀ ਕਿਹਾ ਸਾਹਿਬ ਨਹੀਂ ਤੋਂ ਛੋਟੀ ਪਿਆਰਿਓ, ਹੁੰਦੀ ਸੀ। ਤੁਹਾਨੂੰ ਅਸਲ ਵਿੱਚ ਇੱਕ ਗੁਰੂ ਕੌਡੀ ਗ੍ਰੰਥ ਜਿਵੇਂ ਆ ਸਾਹਿਬ ਦੀ ਪੈਸੇ ਬਾਣੀ ਸਨ ਨਾ, ਪੜ੍ਹਨ ਦੇ ਪੈਸੇ ਸਮਝ ਦੇਖੋ ਨਹੀਂ। ਨੇ ਬਜ਼ੁਰਗਾਂ ਉਹ ਨੇ। ਸਿਆਣਾ ਬੰਦਾ ਸੀ। ਬਾਣੀ ਪੈਸਾ, ਪੜ੍ਹਨ ਵਾਲਾ ਟਕਾ, ਜਦੋਂ ਨੇ ਧੇਲੀ, ਪ੍ਰਮਾਣ ਦਿੱਤਾ ਕਿ ਬਾਬਾ ਅਚਵਾਨੀ ਜੀ ਹੋਣੀ ਕਹਿੰਦੇ ਬੰਦ ਨੇ ਪਿੱਛੇ ਜਿਹੀ ਹੋਈ। ਕਿ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਕੌਡੀ ਤੋਂ ਹੁੰਦੀ ਸੀ। ਆਨ ਬਾਟ ਕਹਿੰਦੇ ਕਾਹੇ ਕੁਝ ਨਹੀਂ ਆਇਆ। ਪੱਲੇ, ਸਿਰਫ ਤੁਮ ਕਤ ਭਾਵਨਾ ਬ੍ਰਾਹਮਣ ਤੇ ਹਮ ਸ਼ਰਧਾ ਕਤ ਦਾ ਸੂਦ, ਭਿੱਜਿਆ ਹਮ ਹੋਇਆ ਕਤ ਗੁਰੂ ਲੋਹੂ, ਕੋਲ ਤੁਮ ਇੱਕ ਕਤ ਕੌਡੀ ਲੈ ਜਾਣਾ। ਦੂਧ। ਜਦੋਂ ਬਚਨ ਗੁਰੂ ਉਸ ਪੜਿਆ ਕੌਡੀ ਦੇ ਨਾਨਕ ਬਦਲੇ ਤਿੰਨ ਵੀ ਸਾਰੇ ਖੰਡ ਖਜ਼ਾਨੇ ਸਾਥ ਬਖਸ਼ੇ। ਵੱਡਿਆਂ ਸਿਉ ਕਿਆ ਰੀਸ। ਹੁਣ ਇਹ ਪਵਿੱਤਰ ਕਵਿਤ ਭਾਈ ਜੀ ਦਾ, ਭਾਈ ਸਾਹਿਬ ਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕੋਈ ਨਾਨਕ ਕਿਹੜਾ ਕਈਆਂ ਪੈਂਡਾ? ਪੈਰਾ ਸ਼ਰਧਾ ਦਾ ਪੈਂਡਾ। ਜਦੋਂ ਸ਼ਬਦ ਪੜੇ ਭਾਵਨਾ ਦਾ ਪੈਂਡਾ। ਉਸ ਮਿਰਗ ਮੈਂ ਖਰਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ। ਪਰਮਲ ਕਰਨਾ ਕੇਪਟ ਹੁਣ ਪਾਂਡਾ ਕੋਟ ਕਹਿ ਪੈਂਡਾ ਨਾ ਕਹਿਣ ਕੋਈ ਮਾਤਰ ਐਸਾ ਨਹੀਂ, ਭਗਤ ਗੁਰੂ ਵਰਨ ਨਾ ਹੋਏ। ਅਗਲੀ ਗੱਲ ਭਾਈ ਸਾਹਿਬ ਨਿਵੇ clear ਕਰਦੇ ਰਹਿ ਨੇ। ਲਾਏ ਨਾਨਕ ਕੋਟ ਤਿਲ ਪੈਂਡਾ ਬਹਿਰੇ ਕਿਵੇਂ? ਭੀਖਿਆ ਪਾਏ। सतगुर कोट पेंडा आगे बोले लेता है, एक बार सतगुर मंत्र सिमरन मात्र। तवारीख ਵਿੱਚ ਕਹਿੰਦਾ ਅਸੀਂ ਇਹਦੇ ਕੋਈ ਬਾਣੀ ਥੋੜਾ ਪੜ੍ਹਨੇ ਦੋ ਵਾਰੀ ਨਹੀਂ, ਬਾਰ ਕਰਨ ਵਾਸਤੇ ਆਉਂਦੇ ਆ। एक बार सतगुर मंत्र सिमरन मात्र, सिर्फ सिमरन मात्र एक बारी कह देता सतगुरु वाहिगुरु। ਸਜਣਾ ਨੂੰ ਲੈ ਕੇ ਇੱਕ ਸਿਮਰਨ ਅਰਦਾਸ ਤਾਂ ਕਰਵਾਈ। ਬਾਰ-ਬਾਰ ਹੇ ਬੇਨਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, गुरु जी ਉਹਨੂੰ ਜੇ ਵਾਰ ਤੇਰੇ ਵਾਰ ਘਰ ਦੀ ਪਿਆਰ ਨਾਲ ਮਰਿਆਦਾ ਨੂੰ ਆਵਾਜ਼ ਅਪਣਾ ਮਾਰ ਕੇ ਦੇ। ਤਵੱਜੋ ਦੇਣਾ। ਜੇ ਉਹਨੂੰ ਅੰਮ੍ਰਿਤ ਪੁਕਾਰ ਛਕ ਕੇ ਦੇ। ਵੀ ਅਸੀਂ ਛੂਤ ਹਾਂ। एक बार ਜੇ सतगुर ਅੰਮ੍ਰਿਤ मंत्र ਛਕ ਕੇ सिमरन ਵੀ मात्र, ਅਸੀਂ ਸ਼ੂਦਰ ਹਾਂ। सिमरन ताहे बार ਜੇ ਤੇਰੇ बार ਬਾਣੀ गुर ਦਾ भेजे। ਨਿਤਨੇਮ भावनी ਕਰਕੇ ਵੀ भगत ਅਸੀਂ पाए ਪ੍ਰਵਾਨ कौडी ਨਹੀਂ। अगर ਸਾਡੇ भावना ਤੋਂ के ਰੋਜ਼ पाए, ਰੋਜ਼ ਦੇ भावनी ਧੱਕੇ साथ ਨਾਲ ਦੇ से ਸਹਿ ਨਹੀਂ ਜਾਂਦੇ। ਭਾਵਨੀ ਹੋਵੇ। ਤੁਸੀਂ ਗੁਰੂ ਗ੍ਰੰਥ ਗੁਰੂ ਸਾਹਿਬ ਨੇ ਨਿਰਣਾ ਦੇਖਣਾ ਕਰੋ ਵੀ ਤੂੰ ਕੌਡੀ ਕਿ ਲਿਆ ਹੈ ਕਿ ਅਸੀਂ ਸਭ ਅੰਮ੍ਰਿਤ ਛਕ ਹੀਰੇ ਕੇ ਤੇਰੇ ਦਰ ਤੇ ਪ੍ਰਵਾਨ ਹੋ ਤੂੰ ਚੁੱਕੇ ਸ਼ਰਧਾ ਹਾਂ। ਲੈ ਕੇ ਆਇਆ। ਕਦੀ ਨਾਮ ਰੁਕਣ ਭਾਵਨੀ ਨਹੀਂ। ਭਗਤ ਪਾਏ ਅੱਜ ਕੌਡੀ ਮੈਂ ਅਗਰ ਸਿੰਘ ਨੇ ਭਾਕ ਜਦੋਂ ਰੱਖੇ, ਸ਼ਬਦ ਕਹਿ ਤਾਂ ਕੇ ਹੀ ਗੁਰ ਗੁਰਸਿੱਖ ਨੇ ਸਰਬ ਅਰਦਾਸ ਨਿਦਾਨ ਕੀਤੀ। दान ਤੇ देत ਕਹਿੰਦੇ है, ਉਸ ਵੇਲੇ ताहे गुर सर्व ਇਹ ਸ਼ਬਦ निदान ਮੈਂ दान ਤਾਂ ਇਹ देत ਕਹਿ है। ਰਿਹਾ, सतगुर ਮੇਰੇ दयानिधि ਬਜ਼ੁਰਗ महिमा अगाध बोध, ਦਾਦਾ ਜੀ नमो ਉਸ नमो ਵੇਲੇ नमो ਉਸ ਲਹਿਰ नमो ਵਿੱਚ ਸ਼ਾਮਲ नेत ਸਨ। नेत ਭਾਈ ਤੇਜਾ ਸਿੰਘ ਜੀ नेत ਚੂੜਕਾ। है। ਹੁਣ ਅੱਜ ਤੋਂ ਕਹਿੰਦੇ ਵੱਡੀ ਬਾਪੂ ਸ਼ਰਧਾ ਜੀ ਕੀ ਦੱਸਦੇ ਹੈ? ਸਨ ਬਜ਼ੁਰਗ ਪਹਿਲੀਆਂ ਕਿ ਤੋਂ ਕਾਹਤੋਂ ਉਸ ਸਾਰੇ ਵੇਲੇ ਸਮਝ ਡਾਂਗ ਆਏ। ਵੀ ਖੜਕਾਈ ਗਈ ਹਰਿਮੰਦਰ ਸਾਹਿਬ ਵਿੱਚ। ਜ਼ਮੀਨ ਤੇ। ਅਖੀਰਲੀ ਤੋਂ ਸ਼ਰਧਾ ਦਾ ਜ਼ਿਕਰ ਹੈ। ਅਰਦਾਸ ਕੀਤੀ ਤੇ ਗ੍ਰੰਥੀ ਸਾਹਿਬ ਸਤਿਗੁਰ ਵਿੱਚ ਦਇਆਨਿਧ ਭਾਈ ਗੁਰਬਚਨ ਸਿੰਘ ਜੀ ਮੇਰਾ ਸਤਿਗੁਰੂ ਅਰਦਾਸ ਦਇਆ ਬੜੀ ਦਾ ਭਿੱਜ ਕੇ ਖਜ਼ਾਨਾ ਕੀਤੀ ਤੇ ਮਹਿਤਾਬ ਸਿੰਘ ਦਾ ਮਹਿਮਾ ਅਗਾਧ ਬੋਧ, ਕਿਵੇਂ ਚਿਹਰਾ ਵੇਖਣ ਵਾਲਾ ਉਹਦੀ ਮਹਿਮਾ ਬੜੀ ਉਹਦੇ ਗਹਿਰੀ ਰੋ ਹੈ, ਰੋ ਕੇ ਬੜੀ ਸਾਰਾ ਡੂੰਘੀ ਦਾੜਾ ਹੈ। ਭਿੱਜ ਚੁੱਕਾ ਉਹਦੀ ਸੀ ਮਹਿਮਾ ਸੱਚੇ ਦਾ ਕੋਈ ਪਾਤਸ਼ਾਹ। ਅੰਤ ਨਹੀਂ।
ਬਾਪ ਨੇ ਨਮੋ ਅੰਮ੍ਰਿਤ ਛਕਿਆ, ਨਮੋ ਤੇਰਾ ਕਰ ਉੱਚਾ ਨਮੋ ਜਾਣ ਨਮੋ ਕੇ ਸਿਰਫ ਇੱਥੋਂ ਉਹਨੂੰ ਦੀ ਨਮਸਕਾਰ ਧਰਤੀ ਮੈਂ ਨਮਸਕਾਰ ਕਹਿੰਦੇ ਜਦੋਂ ਨਮਸਕਾਰ ਅਰਦਾਸ ਫਿਰ ਅੱਗੇ ਕਰਕੇ ਕਿਆ ਮੱਥਾ ਟੇਕਿਆ ਨੇਤ ਨੇਤ ਤੇ ਨੇਤ ਹੁਕਮ ਤਿੰਨ ਲਿਆ। ਵਾਰੀ ਸੋਚ ਇਹ ਸੰਸਕ੍ਰਿਤ ਦਾ ਮਹਲਾ ਨਾ ਇਤੀ ਤੀਜਾ, ਦੋ ਤੁਕੀ ਨਾ ਇਤੀ ਮੀਨਸ ਨਿਗੁਣਿਆਂ ਨੂੰ ਜੋ ਮੈਂ ਆਪੇ ਕਹਿ ਬਖਸ਼ ਦਿੱਤਾ ਲੈ ਤੂੰ ਉਸ ਤੋਂ ਭਾਈ। ਅੱਗੇ सतगुर की सेवा भाई लाए। साहब कहने मैं अगम सतगुर की अगाध सेवा बोध के उत्तम है भाई। सतगुर दयानिध राम महिमा नाम अगाध चित लाए। बोध अगाध हर बोध जियो कह देता है पर आपे गलत बख्श मनाए। नेत 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 कौन ना हीन इति ना हम इति ना इति अपराधी प्रभु पूरे के सतगुर लिए सतगुर लाए। इस तो अगे इस तो जदों अगे शब्द जो आया, मैं कौन कह हीन हम मेरे वाकां अपराधी तेनू पूरे मुकम्मल को सतगुर बयान लिए नहीं कर लाए। प्यारिओ आ है शब्द। वो पहला मौका सी एक है भावना। कलगी वाले तो अमृत दी दात लेके मैनू भाई मैं दात याद से रहिंदा भाई अरदास साहब ਨੂੰ ਕੀਤੀ। ਬਹੁਤ ਉਸ ਭਾਈ ਵੀਰ ਵੇਲੇ ਸਿੰਘ ਨੂੰ ਪੁਜਾਰੀ ਯਾਦ ਕਰਨਾ ਹਰਮੰਦਰ ਪੜਨਾ। ਸਾਹਿਬ ਨੂੰ ਛੱਡ ਕੇ ਚਲੇ ਉਹ ਗਏ। ਕਹਿੰਦੇ ਨੇ ਨਾਮ ਉਹ ਫਿਰ ਰਸੀਆ ਸਿੱਖ ਸੰਗਤਾਂ ਨੇ ਇਹਦੀ ਸੇਵਾ ਤੇ ਸਵਾਲ ਗਿਆਨੀ ਕੀਤੀ। ਦੋਨਾਂ ਚ ਬੜਾ ਅੰਤਰ ਜੀ ਜਿਸ ਨੂੰ ਗੁਰੂ ਕਿਤੇ ਰਹਿਮਤ ਕਰਕੇ ਸੱਚੇ ਦਾਤ ਦੇ ਨਾਮ ਦੇ, ਦਾ ਮਾਰਗ ਗੁਰੂ ਨਾ ਮਿਲ ਜਾਵੇ। ਸੌ ਕਾਲ ਪਿਆਰਿਓ, ਗਿਆਨੀਆਂ ਤੋਂ ਮੇਰਾ ਬੜਾ ਗੁਰੂ ਪਤਾ ਨਹੀਂ ਕਿਸ ਘੜੀ ਕਿਹਦੇ ਮੈਂ ਵਿੱਚ ਵੱਧ ਆਤਮ ਜਾਣਾ ਰਸੀ ਹੈ, ਗਿਆਨੀ ਲਿਖਿਆ। ਕਿਸ ਤੋਂ ਕੀ ਸੇਵਾ ਲੈ ਲੈਣੀ ਹੈ। ਉਹਨਾਂ ਦਾ ਇੱਕ ਮੈਂ ਵਚਨ ਹੈ ਬੇਨਤੀ ਕਰਨਾ ਆਪਣੇ ਵਿਸ਼ੇ ਵੱਲ ਫਿਰ ਆਵਾਂ ਕਿ ਜਿਨ੍ਹਾਂ ਜੁੜਨ ਵਿੱਚ ਉਚਾਈਆਂ ਕੀ ਉੱਤੇ ਸੁੱਖ ਹੈ, ਬੁੱਧੀ ਖੰਭ ਸਾੜ ਵਿਛੋੜਾ ਢੱਠੀ। ਦੁੱਖ ਨੂੰ ਜਨਮ ਦਿੰਦਾ ਹੈ। ਜੇ ਮੱਲੋ ਸਰੋਵਰ ਮੱਲੀ ਪਾਣੀ ਦਿਲ ਤੋਂ ਟੁੱਟ ਉੱਥੇ ਜਾਏ, ਮਾਰਦਾ ਉਹਦਾ ਉਡਾਏ। ਜੁੱਸਾ ਕਾਲਾ ਪੈ ਜਾਂਦਾ ਹੈ। ਉਹ ਜਿਹਦਾ ਬੁੱਧੀ ਦਾ ਅੰਦਰ ਵਿਸ਼ਾ ਰੱਬ ਤੋਂ ਹੈ। ਟੁੱਟ ਜਾਏ, ਸੱਚ ਜਾਣੋ ਦੇ ਹਾਂ, ਅੰਦਰ ਜਨਮਾਂ ਜਨਮਾਂ ਅਸੀਂ ਜੇ ਦੀ ਕਹਿੰਦੇ ਜੀ ਕਾਲ ਲੱਗ ਗੁਰਬਾਣਾ ਜਾਂਦੀ ਹੈ। ਕੱਲੀ ਬੁੱਧੀ ਦਾ ਵਿਸ਼ਾ ਮੈਂ ਉਦੋਂ ਬੁੱਧੀ ਆਪੇ ਪ੍ਰਮਾਣ ਆਪਾਂ ਹੋਰ ਬੋਲੇ ਅਰਜ਼ ਕਰਕੇ ਅੱਗੇ ਬਾਲ ਤੁਰਨਾ। ਬੁੱਧ ਚੰਚਲ ਬਾਬਾ ਬੁੱਧ ਕਬੀਰ ਸਾਹਿਬ ਨੇ ਇੱਕ ਆ ਬਚਨ ਸਾਰੀ ਕਿਹਾ ਖਰ ਬੁੱਧ ਆਪਾਂ ਮੰਦਿਰ ਵਿੱਚ ਵਿਵੇਕ ਬੁੱਧ ਦੇਖਦੇ ਹਾਂ, ਇਹ ਸਾਰੀਆਂ ਆਪਾਂ ਗੁਰਦੁਆਰਿਆਂ ਦੇਖੀਆਂ ਵਿੱਚ ਸੀ। ਵੀ ਉਹ ਸੰਖ ਪਿਆਰਿਓ ਵਜਾਇਆ ਜਾਂਦਾ ਸੀ। ਇਹ ਬੁੱਧੀ ਦਾ ਇਸ ਵਿਸ਼ਾ ਨਹੀਂ ਕਰਕੇ ਕੇਵਲ ਰੱਖਿਓ, ਇਹ ਤੇ ਕਿਸੇ ਵੀ ਅਪਾਰ ਧਰਮ ਦੇ ਬਖਸ਼ਿਸ਼ ਜਿਹੜੇ ਚਿੰਨ੍ਹ ਨੇ, ਆਤਮਾ ਤੇ ਕੁਝ ਪਰਮਾਤਮਾ ਦੇ ਸਮੇਂ ਤੋਂ ਸੰਜੋਗ ਬਾਅਦ ਦੀ ਖੇਡ ਲੋਕੀ ਜਦੋਂ ਜੀਵਨ ਬੁੱਧੀ ਦਾ ਨਾਲ ਤਲ ਵੀ ਨਹੀਂ ਸੰਸਾਰ ਮਾਰਦਾ। ਕਮਾਨ, ਉਹ ਚਿੰਨ੍ਹ ਕਈ ਵਾਰੀ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਪਰ ਢੱਠੀ ਉਹਨਾਂ ਦੇ ਅਰਥ ਬੜੇ ਸੜ ਗਏ ਡੂੰਘੇ। ਖੰਭ ਗਿਆਨ ਦੇ ਮੈਂ ਅਰਜ਼ ਕਰਾਂ, ਮੱਲੋ ਮੱਲੀ ਹੋਰ ਦਿਲ ਨੇ ਉੱਥੇ ਮਾਰਦਾ ਆਪਣੇ ਉਡਾਰੀਆਂ ਚੇਲਿਆਂ ਨੂੰ ਖਫਣੀ ਦਿੱਤੀ, ਪਿਆਲੇ ਖੋਜ ਅੰਡਿਤ ਦਿੱਤੀ। ਨਾਲ ਬੁੱਲ ਜਿਹਨੂੰ ਲੱਗ ਅਸੀਂ ਜਾਣ ਸ਼ਬਦ ਉੱਥੇ ਬਾਣੀ ਵਿੱਚ ਖਿੰਤਾ ਪੜ੍ਹਨੇ। ਨਾਮ ਜਪਣ ਕੁਝ ਵਾਲੀ ਦੀ ਕੁ ਅਵਸਥਾ ਲੋਕਾਂ ਨੇ ਆਪਣੇ ਪਿੰਡੇ ਤੇ ਕਹਿੰਦੇ ਸਵਾਹ ਪਿਆਲਾ ਲਈ। ਹੈ ਪਰ ਦਿਸਦਾ ਉਹਨੇ ਕੋਈ ਨਹੀਂ। ਰਾਜਿਆਂ ਉਂਝ ਦੇ ਭਾਈ ਪੁੱਤਰਾਂ ਸਾਹਿਬ ਨੇ ਨੂੰ ਇੱਕ ਸ਼ਬਦ ਰਾਜਕੁਮਾਰਾਂ ਵਰਤੇ ਦੇ ਹੱਥ ਵਿੱਚ ਖੱਪਰ ਪਕੜਾ। ਵਾਹਿਗੁਰੂ ਪਰ ਜਿਸ ਗੁਰ ਦਿਨ ਸ਼ਬਦ ਉਹਨੇ ਲੈ ਚੀਜ਼ ਤਿਰਮ ਚਲਾਈ, ਪਿਆਲਾ ਉਸ ਦਿਨ ਚੁੱਪ ਚ ਅਰਥੇ ਦੇ ਬੋਲਾ। ਮਾੜੇ ਨਹੀਂ ਸਨ। ਜਦੋਂ ਰਾਜੇ ਦਾ ਚੁੱਪ ਪੁੱਤਰ ਚ ਬੋਲਾ। ਕਿਸੇ ਦੇ ਆਮ ਤੌਰ ਬੂਹੇ ਤੇ ਕੋਈ ਚੀਜ਼ ਖੱਪਰ ਲੈ ਕੇ ਖਲੋਂਦਾ ਕੋਈ ਸੀ, ਸੱਚੀ ਇਹ ਤੇ ਬੋਲ ਇਹਦਾ ਮਿੱਟਿਆਂ ਮਤਲਬ ਕਦੀ ਕਿ ਕੋਈ ਚੀਜ਼ ਕੌਮੇ ਕੀਤੀ ਮਰ ਗਈ ਜਾਏ, ਮੈਂ ਰਾਜੇ ਦਾ ਪੁੱਤਰ ਨਹੀਂ। ਖਾਦੀ ਗਈ ਮੈਂ ਜੋ ਕਮਾਨ ਨਹੀਂ। ਤੁਰਿਆ ਮੈਂ ਕਿਸੇ ਪਰ ਦੇ ਭਾਈ ਘਰ ਸਾਹਿਬ ਦਾ ਕਹਿੰਦੇ ਨੇ ਟੁਕੜਾ ਖਾਨਾ ਜਿਹੜਾ ਵਾਂ। ਨਾਮ ਦਾ ਇਹਦੇ ਪਿਆਲਾ ਹੈ ਅੰਦਰੋਂ ਚੇਤੇ ਇਹ ਰੱਖੋ ਮਰ ਜਾਏ, ਮੈਂ ਬੋਲ ਰਾਜਾ ਨਹੀਂ, ਮਿੱਟੇ ਮੈਂ ਹੁੰਦੇ ਕੇਵਲ ਆ ਇੱਕ ਕੋਲ ਭਿਖਾਰੀ। ਦੇ ਨੂੰ ਵੀ ਪਤਾ ਨਹੀਂ ਇਹ ਲੱਗਦਾ ਤੋਂ ਸ਼ਬਦ ਆਇਆ ਸੀ ਜੋ ਬਿਕਸ਼ੂ। ਕੁਝ ਬੀਤਾ ਮੈਂ ਸਿਰਫ ਪਿਆਰੇ ਅਰਜ਼ ਦੇ ਕਰ ਰਿਹਾ ਦਾ ਪਰਵਾਸ ਮਤਲਬ ਦੇ ਇਹ ਨਾ ਘੁੱਟ ਭਰਦਾ ਸਮਝਿਓ ਪਿਆ। ਕਿ ਸਿੱਖੀ ਦੀ ਮੋਹਰ ਲਾਣੇ ਚੁੰਘਦਾ ਪਿਆ, ਪਿਆ। ਕਿਉਂਕਿ ਜਦੋਂ ਵੀ ਕੋਈ ਚੀਜ਼ ਕੋਈ ਹੁਣ ਮਹਾਤਮਾ ਨਾਮ ਕੋਈ ਜਪਦੇ ਸਾਧੂ ਨੇ ਕੋਈ ਗੁਰਮੁਖ ਰਹਿਬਰ ਪਿਆਰੇ ਚਲਾਉਂਦਾ ਹੈ, ਉਹਦੇ ਜਦ ਅੰਦਰ ਕੁਝ ਵੇਖੋ ਹੋਰ ਅਸੀਂ ਹੁੰਦੇ। ਇਕੱਠੇ ਵਾਹਿਗੁਰੂ ਸਮਾਂ ਵਾਹਿਗੁਰੂ ਪਾ ਕਹਿ ਕੇ ਸਕਦੇ ਲੋਕ ਹਾਂ। ਚੀਜ਼ ਹਰ ਕਰ ਬੰਦੇ ਦਿੰਦੇ। ਦੀ ਉਹਨੇ ਸੁਰਤ ਦੀ ਲੋਕਾਂ ਨੂੰ ਉਡਾਰੀ ਆਪਣੇ ਅਨੁਆਈਆਂ ਨੂੰ ਕਿਹਾ ਕਿ ਪਿੰਡੇ ਦੇ ਉੱਤੇ ਹਾਂ, ਸੰਗਤ ਬੜਾ ਸਵਾ ਪ੍ਰਭਾਵ ਮਲਨੀ ਹੈ। ਇਹਦਾ ਮਤਲਬ ਸੁਰਤ ਦੀ ਉਡਾਰੀ ਆਪੋ ਸਤ ਸੰਗਤ ਦਾ ਤਾਂ ਆਹੀ ਗੁਣ ਹੈ ਆਪਣੇ ਸਰੀਰ ਤੇ ਸਵਾਹ ਕਿ ਜਪਣ ਮਲਣਾ। ਵਾਲੇ ਦੇ ਨਾਲ ਇਹਦਾ ਜਪਣ ਅਰਥ ਲੱਗ ਹੈ ਕਿ ਪਈਏ ਮਰਨ ਤੋਂ ਤੇ ਰਸ ਬਾਅਦ ਹੋਰ ਬਣ ਸਵਾਹ ਜਾਂਦਾ। ਤਾਂ ਹੋਣਾ ਹੀ ਹੈ। ਤੈਨੂੰ ਜਿਉਂਦੇ ਜੀ ਸਮਝ ਪੈ ਜਾਏ ਕਿ ਇੱਕ ਬਚਨ ਭਗਤ ਜੀ ਨੇ ਕਰਕੇ ਰਾਹ ਹੀ ਹੋਣਾ। ਨਾਮਦੇਵ ਜੀ ਕੋਈ ਦੇ ਅਰਥ ਨਾਮ ਢੂੰਘੇ ਬਾਰੇ ਦਿੱਤੇ ਸਨ। ਕਹਿੰਦੇ ਜੈਸੇ ਸਮੇਂ ਦੇ ਗਾਇ ਨਾਲ ਕਾ ਉਹ ਬਾਦਸ਼ਾਹ ਚੇਂਜ ਹੁੰਦੇ ਗਏ। ਛੋਟਲਾ ਮੈਂ ਥਾਨ ਜਿਹੜੀ ਚੋਕਤਾ ਅਰਥ ਕਰ ਰਿਹਾ ਵਾਂ, ਹੁਣ ਤੁਸੀਂ ਮੱਖਣ ਦੇਖੋ ਗੋਟਲਾ। ਕਈ ਵਾਰੀ ਮੱਖਣ ਮੰਦਰ ਦਾ ਵੀ ਤੇ ਜਾਂਦੇ ਦੁੱਧ। ਨੇ, ਜਿਹਨੇ ਤੇ ਜਾਂ ਪਹਿਲਾਂ ਗਾਂ ਦਾ ਘੜਿਆਲ ਬੱਚਾ ਛੱਡੀਏ ਘੰਟੀ ਖੜਕਾਈ ਤੋ ਜਾਂਦੀ। ਵੇਖੋ ਕਿਵੇਂ ਗਾਂ ਇੱਕ ਦਿਨ ਆਪਣੀ ਅਰਜ਼ ਮਾਂ ਕੀਤੀ ਦੇ ਸੀ, ਸਥਾਨ ਨੂੰ ਸਾਡੇ ਕੁੱਟ ਅੰਦਰ ਕੁੱਟ ਦੀਆਂ ਕੇ ਬੜੀਆਂ ਪੀਂਦਾ ਗੱਲਾਂ ਹੈ। ਨੇ, ਕਹਿੰਦੇ ਜਦੋਂ ਜਿਹੜੀਆਂ ਗੁਰੂ ਸਾਨੂੰ ਗੁਰੂ ਬਾਹਰੋਂ ਗੁਰੂ ਗੁਰੂ ਸੰਦੇਸ਼ ਕੋ ਜਪਦਾ ਦਿੰਦੀਆਂ ਨੇ, ਪ੍ਰਭੂ ਤੇਰਾ ਜਪਦਾ ਮੂਲ ਕੁਛ ਹੋਰ ਹੈ ਹੈ। ਇਸ ਤਰ੍ਹਾਂ ਘੁੱਟ ਨਿਆਣਾ ਭਰ ਭਰ ਛੋਟਾ ਕੇ ਹੁੰਦਾ ਜਪਦਾ ਹੈ ਨਾ, ਜਿਵੇਂ ਗਾਂ ਦਾ ਜਿਹਨੂੰ ਬੱਚਾ ਸਮਝ ਆਪਣੀ ਕੋਈ ਮਾਂ ਨਹੀਂ। ਦਾ ਦੁੱਧ ਪੀਂਦਾ। ਉਹ ਹਨੇਰੇ ਵਿੱਚ ਰੋਂਦਾ ਹੋਵੇ, ਜੈਸੇ ਤੇ ਗਾय ਦੀਵਾ का बादशाह ਬਾਲ ਦਿਓ, ਛੂਟਲਾ, ਰੋਂਦਾ ਨਿਆਣਾ ਥਣ ਚੁੱਪ ਚੁੱਕ ਕਰਕੇ ਤਾਂ ਉਸ ਮਾਖਣ ਲਾਇਤ ਨੂੰ ਗੋਟਲਾ। ਦੇਖੀ ਜਾਏਗਾ। ਅੱਜ ਵੀ ਘਰ ਵਿੱਚ ਜਿਨ੍ਹਾਂ ਜਨਮ ਦਾ ਉਚਾਈਆਂ ਬੱਚਾ ਉੱਤੇ ਕਿਤੇ ਬੁੱਧੀ ਵੀ ਜਨਮ ਖੰਭ ਲੈ, ਸਾੜ ਢੱਠੀ, ਫਲ ਦੀ ਲਾਈਟ ਏ, ਮੱਲੋ ਉਹਨੂੰ ਮੱਲੀ ਦੇਖੀ ਦਿਲ ਜਾਂਦਾ ਹੈ ਉੱਥੇ ਤੇ ਰੋਣਾ ਮਾਰਦਾ ਬੰਦ ਕਰ ਦਿੰਦਾ ਹੈ। ਉਡਾਰੀਆਂ। ਅਸਲ ਵਿੱਚ ਪਿਆਲੇ ਉਹ ਅਣਵਿੱਤ ਲਾਈਟ ਨਾਲ ਦੇਖਦਾ ਬੁੱਲ ਹੋਇਆ ਲੱਗ ਕਹਿ ਰਿਹਾ ਜਾਣ ਹੈ ਉੱਥੇ ਕਿ ਮੈਂ ਵੀ ਜੋਤ ਰਸ ਤੇ ਸ਼ਊਰ ਆਵੇ ਮੇਰਾ ਰੋਣਾ ਹੀ ਤਾਂ ਹੈ ਆਉਣ ਕਿਉਂਕਿ ਮੈਂ ਪਿਆਰੀਆਂ। ਆਪਣੀ ਜੋਤ ਨੂੰ ਵੇਖਣ ਗਿਆਨੀ ਤੋਂ ਸਾਨੂੰ ਵਿਹਵਾ ਹੋ ਹੋੜਦਾ ਗਿਆ। ਤੇ ਵਹਿਮੀ ਕੀ ਢੋਲਾ ਕਾਰਨ? ਰੱਖਦਾ ਕਿ ਬਲਦੀ ਜੋਤ ਜਿਹਨੂੰ ਦੇਖ ਕੇ ਅਸੀਂ ਮੈਂ ਸ਼ਰਧਾ ਚੁੱਪ ਕਹਿੰਦੇ ਹਾਂ, ਕਰਦਾ। ਗਿਆਨੀ ਉਹਨੂੰ ਰੋਂਦਾ ਕਰਮ ਕੋਲ ਹੋਵੇ। ਕਹਿੰਦਾ। ਅਸੀਂ ਆਮ ਤੌਰ ਤੇ ਕਹਿੰਦੇ ਕਹਿੰਦਾ ਵਹਿਮ ਹੋ ਗਿਆ ਲੋਕਾਂ ਨੂੰ, ਐਵੇਂ ਜੋਗ ਮੱਤ ਗੁਰੂ ਗੁਰੂ ਕਰੀ ਜਾਂਦੇ। ਖੜਕਾਣਾ ਤੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਜੋੜ ਕੇ ਚੁੱਪ ਕਰ ਜਾਂਦਾ ਸੀ। ਵੈਗਰੂ ਵੈਗਰੂ ਕਿਉਂ ਕੋਈ ਚੁੱਪ ਕਹਿੰਦਾ ਕਰਦਾ ਹੈ? ਗੁੱਸਾ ਨਾ ਕਰਿਓ ਵੀ ਅਸਲ ਵਿੱਚ ਇਹ ਉਹ ਤਾਂ ਕਿਸੇ ਨਾਦ ਨਾਲ ਰੈਪੀਟੇਸ਼ਨ ਜੁੜਿਆ ਹੋ ਗਈ ਜੀ, ਪੁਨਰੁਕਤੀ ਹੋ ਗਈ। ਲੋ ਇੱਕ ਵਾਰ ਮੈਂ ਕਿਹਾ ਸੀ ਕਿ ਜਿਸ ਦਿਨ ਦੁਨੀਆ ਉੱਤੇ ਪੁਨਰੁਕਤੀ ਰੁਕ ਜਾਏਗੀ ਉਸ ਦਿਨ ਸਭ ਕੁਝ ਖਤਮ ਹੋ ਜਾਏਗਾ। ਆਪ ਨਾਥ ਨਾਥੀ ਹਰ ਚੀਜ਼ ਜਿਹੜੀ ਪੁਨਰੁਕਤੀ ਉੱਤੇ ਹੈ। ਰਿੱਧ ਸਿੱਧ ਅਵਰਾ ਪੁਨਰ ਸਾਧ, ਕੰਮ ਹੋ ਉਹਦੇ ਰਿਹਾ, ਵਿੱਚ ਬੋਲਿਆ ਬਚਨ ਜਾ ਹੁੰਦਾ, ਰਿਹਾ। ਆਰਾਮ ਵਿੱਚ ਭੁਗਤ ਗਿਆਨ ਦਇਆ ਭੰਡਾਰ। ਅਸੀਂ ਕਹਿੰਦੇ ਹਾਂ ਵਾਰ-ਵਾਰ, ਕਿਉਂ ਇਹ ਸ਼ਬਦ ਵਾਰ-ਵਾਰ ਕਿਉਂ? ਵਾਹਿਗੁਰੂ
ਕਿਹੜਾ ਅੰਦਰ ਹੈ ਜਿਹਦੇ ਵਿੱਚੋਂ ਤੇ ਮੈਂ ਨਾਮ ਨਹੀਂ ਬੇਨਤੀ ਵੱਜਦਾ ਕੀਤੀ, ਪਿਆ, ਜਿਸ ਜਿਹਦੇ ਦਿਨ ਅੰਦਰ ਨਾਮ ਵਾਰ-ਵਾਰ ਨਹੀਂ। ਬੰਦ ਹੋ ਖੈਰ, ਜਾਏਗਾ, ਮੈਂ ਉਸ ਦਿਨ ਆਪਣੇ ਦੁਨੀਆ ਵਿਸ਼ੇ ਖਤਮ ਹੋ ਵੱਲ ਜਾਣੀ। ਵਿਛੋੜਾ ਹੀ ਦੁੱਖ ਹੈ। ਹਰ ਚੀਜ਼ ਮੰਦਰ ਬਾਰ-ਬਾਰ ਸੀ, ਉੱਤੇ ਟਿਕੀ ਹੋਈ ਹੈ। ਪੁਜਾਰੀ ਨੇ ਸੰਖ ਇੱਕ ਮੂੰਹ ਵਾਰ ਨਾਲ ਇੱਥੇ ਲਾਇਆ, ਦਲੀਲ ਦਿੱਤੀ ਸੀ ਆਪਾਂ ਜਦੋਂ ਕਿ ਫੂਕ 26 ਮਾਰੀ ਤੇ ਅੱਖਰ ਨੇ ਅੰਗਰੇਜ਼ੀ ਉੱਚੀ ਦੇ। ਸਾਰੀ ਆਵਾਜ਼ ਆਈ। ਜਦੋਂ ਪਹਿਲੀ ਬਾਬਾ ਜਮਾਤ ਚ ਕਬੀਰ ਪੜ੍ਹਦਾ ਸਾਹਿਬ ਨੂੰ ਉਸ PhD ਆਵਾਜ਼ ਨੂੰ ਕਰਦਿਆਂ ਸੁਣ ਤੱਕ ਕੇ ਜਿੰਨੀ ਦੇਰ ਤੱਕ ਸਾਡੇ ਲੋਕਾਂ ਅੰਗਰੇਜ਼ੀ ਨੂੰ ਪੜ੍ਹਨੀ, ਗੱਲ ਜਿੰਨੀ ਸਮਝਾਈ ਮਰਜ਼ੀ ਤੁਹਾਡਾ ਕਿ ਸ਼ਬਦ ਆਪਣੇ ਕੋਸ਼ ਮੂਲ ਨਾਲ ਜੁੜ ਵੋਕੈਬਲਰੀ ਕੇ ਵੱਧ ਹੀ ਜਾਏ ਸੁੱਖ ਹੈ। ਕਿ ਵੱਧਨੀ ਜਦੋਂ ਤਾਂ ਜੇ ਸੰਖ ਕੋਲੋਂ ਅੱਖਰ ਪੁੱਛਿਆ ਤੇ ਵਾਰ-ਵਾਰ ਬਾਣੀ ਰਿਪੀਟ ਵਿੱਚੋਂ ਹੁੰਦੇ ਫਰਮਾਨ ਨੇ। ਨੇ ਕਹਿਣ ਲੱਗੇ ਸੰਖ ਦੇ ਸ਼ਬਦ ਤਾਂ ਤੈਨੂੰ ਛੱਬੀ ਨੇ ਨਾ। ਆਉਂਦੇ ਆ, ਉਹ ਮੰਦਰ ਰਿਪੀਟ ਹੁੰਦੇ ਨੇ, ਮੂਰਤੀਆਂ ਕਿੰਨਾ ਵੱਡਾ ਕੋਲ ਕੋਸ਼ ਤਿਆਰ ਹੋ ਜਾਂਦਾ। ਤੈਨੂੰ ਕੱਪੜੇ ਵਿੱਚ ਭਾਈ ਸਾਹਿਬ ਲਪੇਟ ਕੇ ਕੀਰਤਨ ਰੱਖਿਆ। ਕਰਕੇ ਗਏ ਜੀ ਮੈਂ। ਕੀ ਕਾਰਨ? ਇਹ ਤੇ ਗੱਲ ਉੱਚੀ ਡਾਕਟਰ ਸਾਰੀ ਤਾਰਨ ਜਦੋਂ ਸਿੰਘ ਹੋਣਾ ਦਿਨ ਕਹੇ ਸੀ ਨਿਕਲਦਾ ਸੁਖਮਨੀ ਤੂੰ ਸਾਹਿਬ ਦੇ ਬਾਰੇ ਧਾਹਾਂ ਮਾਰ ਲਿਖਦੇ। ਕੇ ਰੋਣਾ ਹੈ। ਪਹਿਲੀ ਤੇਰੇ ਅਸ਼ਟਪਦੀ ਰੋਣ ਦਾ ਕਾਰਨ ਚਲੋ ਕੀ ਹੈ? ਗੱਲ ਉਹਨਾਂ ਦੀ ਆਪਾਂ ਨੂੰ ਉਹਨਾਂ ਦਾ ਨਾਮ ਲੁਕਾਉਣਾ ਨਹੀਂ ਚਾਹੀਦਾ। ਅਸਲ ਵਿੱਚ ਕਈ ਜਦੋਂ ਵਾਰੀ ਮੇਰੀ ਬੰਦਾ ਕਹਿੰਦਾ ਸ਼ਾਇਦ ਆਵਾਜ਼ ਬੁਲਾਣੇ ਦੀ ਨਿਕਲਦੀ ਬੜੀ ਖੋਜ, ਬੜੀ ਸੋਹਣੀ ਗੱਲ ਉੱਚੀ ਉਹਨਾਂ ਸਾਰੀ ਦੀ। ਰੋ ਕੇ ਸਮੁੰਦਰ ਹੁਣ ਤੱਕ ਭਾਈ ਸਾਹਿਬ ਆਪਣੀ ਕੀਰਤਨ ਕਰਕੇ ਆਵਾਜ਼ ਤੁਹਾਡੇ ਚ ਪਹੁੰਚਾਉਣੀ ਕੀਰਤਨੀ ਚਾਹੁੰਦਾ ਬੈਠੇ ਆ। ਕਿ ਮੇਰੇ ਵਰਗੇ ਕੀਰਤਨ ਸੰਖੋ ਜੇ ਸਮੁੰਦਰ ਦੀਆਂ ਵਾਰ-ਵਾਰ ਲਹਿਰਾਂ ਰਟਣ ਤੋਂ ਬਿਨਾਂ ਠੋਕਰਾਂ ਮਾਰਨ ਚੱਲ ਤੇ ਸਕਦੇ? ਕਦੀ ਵੀ ਸਮੁੰਦਰ ਨੂੰ ਛੱਡਿਓ ਸੱਤ ਨਾ। ਸੁਰਾਂ ਨੇ ਸਿਰਫ ਜਿਹੜਾ ਸੁੱਖ ਰਾਗ ਦੀ। ਸਮੁੰਦਰ ਵਿੱਚ ਰਹਿ ਕੇ ਸੱਤ ਸੁਰਾਂ ਚ ਉਹ ਸੰਗੀਤ ਮੰਦਰ ਹੈ ਨਾ। ਵਿੱਚ ਨਹੀਂ, ਕਿਉਂਕਿ ਤੇ ਮੰਦਰ ਸੱਤ ਵਿੱਚ ਸੁਰਾਂ ਰਹਿਣਾ ਅੱਗੇ ਰੋਣ ਨੂੰ ਪਿੱਛੇ ਜਨਮ ਵਾਰ-ਵਾਰ ਦਿੰਦਾ ਹੈ। ਲੱਗਦੀਆਂ ਰਹਿਣ ਤੇ ਲਹਿਰਾਂ ਸਾਰੇ ਰਾਗ ਸਮੁੰਦਰ ਪੈਦਾ ਹੋ ਸਾਡੇ ਜਾਂਦੇ। ਅੰਦਰ ਨੂੰ ਸੁੱਖ ਦਿੰਦੀਆਂ। ਜਿਹੜੀ ਅਸਥਾਈ ਗਾਈ ਜਾਂਦੀ ਹੈ ਕੀਰਤਨ ਉਹ ਢਾਹਾਂ ਚ, ਸੱਚ ਮਾਰਦਾ ਇਹ ਹੈ। ਵੇ ਕਿ ਹਜ਼ੂਰ ਨੇ ਅਸਥਾਈ ਬਾਣੀ ਵਿੱਚ ਹਕੀਕਤ ਫਰਮਾਨ ਵਿੱਚ ਦਿੱਤਾ, ਬਾਰ-ਬਾਰ ਕਬੀਰ ਰਟਨ ਰਹਿ ਕੇ ਨਾਇਰ ਪੁਰਖਤੀ ਦੀ ਛੋੜਿਆ, ਦੋਸ਼ ਹੈ। ਰਹੋ ਰੇ ਸੰਖ ਮਜੂਰ ਸਾਹਿਤਕਾਰਾਂ ਕੇਵਲ ਪੁੱਛੋ ਦੇਵਲ ਤਾੜੀ ਜੇ ਵਾਰ-ਵਾਰ ਸਥਾਈ ਨਹੀਂ ਹੋਵੇਗੀ, ਅੰਤਰਾ ਕੋਈ ਨਹੀਂ ਨਿਕਲਣਾ। ਹਰ ਰੋਜ਼ ਜਦੋਂ ਸੂਰਜ ਅੰਤਰਾ ਨਿਕਲੇਗਾ ਤਾਂ ਨਿਕਲੇਗਾ ਜੇ ਸਥਾਈ ਦਾ ਰਚਨ ਹੈ। ਹਜ਼ੂਰ ਨੇ ਤੇ ਤੀਸਰਾ ਗੁਰੂ ਫਰਮਾਨ ਜੀ ਦਿੱਤਾ ਜ਼ਬਾਨ ਦਾ ਹੈ ਰਚਨ ਵਿਛੋੜਾ ਦੁੱਖ ਨੂੰ ਹੈ ਤੇ ਜਨਮ ਅੰਦਰ ਦਿੰਦਾ ਵਾਲਾ ਹੈ। ਅੰਤਰਾ ਵੀ ਤਾਂ ਕਿਰਪਾਲੂ ਚੱਲਦਾ। ਦਾਤਾ ਜੀ ਦੇ ਬਚਨ ਨੇ ਜੇਠ ਦੇ ਮਹੀਨੇ ਵਿੱਚ ਸਤਿਗੁਰੂ ਅੱਤ ਦੇ ਨੇ ਗਲੇ ਨਾਲ ਜੁੜੇ ਇਹ ਹੋਏ ਸਾਡੇ ਉਹਦੇ ਤੇ ਫਲ ਬਖਸ਼ਿਸ਼ ਕੀਤੀ ਹੈ। ਅੱਤ ਦੇ ਸੋਹਣੇ ਲੱਗਦੇ ਨੇ। ਇਹ ਵਹਿਮੀ ਕਹਿ ਦੇਣਾ, ਜਦੋਂ ਭਾਈ ਸਾਹਿਬ ਨੇ ਬੜਾ ਸਾਉਣ ਦਾ ਸੋਹਣਾ ਮੀਂਹ ਕਿਹਾ, ਪੈਂਦਾ, ਗਿਆਨੀ ਅੱਤ ਦੇ ਸਾਨੂੰ ਪੇਡੇ ਗੋੜਦਾ ਹੈ ਉਹਦੇ ਫਲ ਤੇ ਵਹਿਮੀ ਅੱਤ ਦੀਆਂ ਢੋਲਾ ਟਾਹਣੀਆਂ ਆਖਦਾ ਹੈ। ਛੱਡ ਜਾਂਦੇ ਨੇ। ਨਿੱਕੇ ਤੇ ਨਿੱਕੇ ਇਹ ਸ਼ਬਦ ਰੂਹ ਕਹਿੰਦੇ ਉਹਦੇ ਇਹ ਵਿੱਚੋਂ ਜੋਗਮਤ ਨੂੰ ਟੁੰਬੇ ਨਿਕਲਦੇ ਨੇ। ਤੇ ਚੇਤੇ ਰੱਖੋ ਰੱਬ ਤਾਂ ਆਦ ਜੁਗਾਦੀ, ਆਪਾਂ ਰੱਬ ਨੂੰ ਮੰਨਣਾ ਚਾਹਦੇ ਨੇ, ਬੁਲਾਣੇ ਵਾਲੇ ਨੇ ਸੀ ਨਹੀਂ ਮੰਨਦਾ। ਹਜ਼ੂਰ ਪੁੱਛਦੇ ਨੇ ਮੇਰੀ ਬੇਨਤੀ ਹੈ, ਇੱਕ ਰੁੱਖ ਨਾ ਲੱਗਾ ਅੱਕ ਦਾ ਤੇ ਫਲ ਗੁਰੂ ਗ੍ਰੰਥ ਸਾਹਿਬ ਇੰਨਾ ਵਿੱਚ ਸੋਹਣਾ ਲੱਗਦਾ ਸੀ। ਅੱਜ ਬੇਨਤੀ ਇੰਨੇ ਕਰਾਂ, ਟੁਕੜੇ ਚ ਹੋਏ ਗੁਰੂ ਨਾਨਕ ਤੇ ਸਾਹਿਬ ਅੱਕ ਦੇ ਤੋਂ ਫਲ ਦਾ ਪਹਿਲਾਂ ਉੱਤਰ ਸੀ, 300 ਬਾਬਾ ਜੀ, ਸਾਲ ਜਿਹੜੇ ਭਗਤ ਜੇ ਹੋਏ ਨੇ, ਉਹਨਾਂ ਦੀ ਟਾਹਣੀ ਨਾਲ ਬਾਣੀ ਜੁੜੇ ਦੇ ਰਹੀਏ ਤੇ ਆਪਣੀ ਸਰੀਰਕ ਤੌਰ ਸੁੰਦਰਤਾ ਤੇ ਕਾਇਮ ਭਗਤ ਜੈ ਰਹਿੰਦੀ ਦੇ ਹੈ। ਬਾਬਾ ਫਰੀਦ ਜਿਸ ਜੀ। ਦਿਨ ਦਾ ਅੱਕ ਦੀ ਟਾਹਣੀ ਨੂੰ ਛੱਡ ਇਸ ਦਿੱਤਾ, ਕਰਕੇ ਇੱਕ ਸਿਮਰਨ ਨੂੰ ਥਾਂ ਵਹਿਮ ਰਹਿਣ ਭਰਮ ਵਾਲੇ, ਇਹ ਦਰਨਾ ਇੱਕ ਲੈ ਕੇ ਫਲ ਦਾ ਰੂਪ ਇੱਥੇ ਰਹਿਣ ਬੜੀ ਵਾਲੇ, ਸ਼ਰਧਾ ਦੇਖੀ ਅੱਜ ਜਾਂਦੀ, ਤੁਸੀਂ ਹਜ਼ਾਰਾਂ ਬਚਦੇ ਹੋ ਨਿੱਕੇ ਕਿ ਤੁੰਬੇ ਹੋ ਗਏ। ਜੇ ਸੁਣੀਆਂ ਗੱਲਾਂ ਕੇਵਲ ਅੱਕ ਦਾ ਤੇ ਫਲ ਦੂਜੇ ਦਿਨ ਨਹੀਂ, ਨੇਮ ਛੱਡ ਦਿੰਦਾ, ਆਪਣਾ ਚੇਤੇ ਅੰਦਰ ਰੱਖਿਓ ਕੇ ਸ਼ਰਧਾ ਇੱਕ ਕੋਈ ਗੁਰੂ ਨਹੀਂ ਸੀ, ਦੇ ਐਵੇਂ ਆਪਾਂ ਸ਼ਬਦ ਵਿੱਚ ਬੈਠੇ ਕੋਈ ਸਾਂ। ਇੱਕ ਸਿਧਾਂਤ ਨਾਲ ਜੁੜਿਆ ਹੈ। ਤੇ ਜੇ ਬਾਕੀ ਸ਼ਰਧਾ ਸੋਹਣੇ ਹੈ ਲੱਗਾਂਗੇ, ਤੇ ਫਿਰ ਗੁਰੂ ਜੀ ਦਾ ਜਦੋਂ ਵਚਨ ਅੰਦਰ ਅਬ ਹਮ ਟੁੱਟ ਚੱਲੀ ਗਿਆ ठाकुर ਤੇ का ਇੱਕ ਮਨ हार, ਦੇ ਪਤਾ ਨਹੀਂ ਕਿੰਨੇ जब ਪੁੱਤਰੇ हम ਹੋ शरण ਜਾਣ। प्रभु की आई ਹਜ਼ੂਰ ਨੇ रात ਬਾਣੀ प्रभु ਵਿੱਚ ਕਿਹਾ पावें, ਖੱਖੜੀਆਂ ਸੁਹਾਵੀਆਂ लोकन की ਲੱਕੜੀਆਂ चतुराई ਅੱਖ उपमा ਪੰਚ, के वह संतर मेरा जान, विछोड़ा धनी कोई सियो भला नानक कहो सहस भावें है, बुरा कहो, हम कंठ तन दियो है। हजारां टुकड़े हो गए, ਭਾਈ ਜਿਹੜੇ ਸਾਹਿਬ ਨੇ ਆਪਣੇ ਕਿਹਾ ਮੂਲ ਤੋਂ ਗਿਆਨੀ ਟੁੱਟ ਗਏ। ਸਾਨੂੰ ਹੋੜਦਾ ਅੱਜ ਮੇਰੇ ਹੈ ਗੁਰੂ ਤੇ ਅਰਜਨ ਵਹਿਮੀ ਸਾਹਿਬ ਢੋਲਾ ਨੇ ਆਖਦਾ ਤੇ ਹੈ, ਸ਼ਲੋਕ ਮਾਰੇ ਕਹਿਣ ਗਏ ਨੇ ਲੱਗੇ, ਉਹ ਜਿਨ੍ਹਾਂ ਪੱਤਰ, ਲਾਈਆਂ ਬੁੱਧੋ ਪੁਰਜੇਨ, ਪਾਰ ਤਾਰੀਆਂ, ਇਹਦੇ ਬੈਠ ਅਰਥ ਵੇ ਆਮ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਭ ਗਈਆਂ ਯਾਰੀਆਂ। ਜਦੋਂ ਸਤਿਗੁਰੂ ਨੇ ਰੁੱਖ ਦੀ ਇਹ ਟਾਹਣੀ ਸ਼ਬਦ ਮੈਂ ਸ਼ੁਰੂ ਕੀਤਾ ਤੇ ਪ੍ਰਤੀ ਸੁੱਕ ਜਾਏ ਉਹਨੂੰ ਹੱਥ ਵਿੱਚ ਸੰਗਤ ਵਿੱਚੋਂ ਹੀ ਸ਼ਰਧਾ ਪੈਦਾ ਹੋਵੇਗੀ, ਬਰੀਕ ਹੋ ਜਾਂਦਾ, ਸੰਗਤ ਵਿੱਚੋਂ ਹੀ ਪ੍ਰਤੀਤ ਪੈਦਾ ਹੋਵੇਗੀ। ਔਰ ਜੇਨ ਦਾ ਤੇ ਅਰਥ ਜਿੰਨੀ ਕਰਦੇ ਨੇ ਕਿਸੇ ਉੱਤੇ ਕੋਈ ਘਟਨਾ ਵਾਪਰ ਜਾਏ ਤੇ ਗੁਰੂ ਬਖਸ਼ਿਸ਼ ਕਰਦਾ ਹੈ, ਜਿਹੜੇ ਚਾਹੇ ਟਾਹਣੀਆਂ ਦੁੱਖ ਨਾਲੋਂ ਹੋਵੇ, ਅਪਮਾਨ ਟੁੱਟ ਹੋਵੇ, ਜਾਂਦੇ ਨੇ, ਸੁੱਖ ਹੋਵੇ, ਇੱਜ਼ਤ ਸੁੱਕ ਕੇ ਹੋਵੇ, ਉਹ ਝੜ ਜਾਏ, ਉਨੀ ਝੜ ਕੇ ਪ੍ਰਤੀਤ ਉੜ ਬੰਦੇ ਜਾਂਦੇ ਦੀ ਨੇ। ਹੋਰ ਬਣਦੀ ਪਰ ਹੈ ਕਿ ਮਹਾਂਪੁਰਸ਼ ਪਾਰ ਬ੍ਰਹਮ ਸੰਪਰਦਾਈ ਮਹਾਂਪੁਰਸ਼ ਕਿਰਪਾ ਅਰਥ ਕਰਦੇ ਕੀਤੀ ਨੇ ਮੇਰੀ, ਪੱਤਰ ਮੈਨੂੰ ਹੱਥ ਦੇ ਕੇ ਤੂੰ ਬਚਾ ਲੈ। ਕਥਾ ਪਾਠ ਕਰਕੇ ਪੁਰਜੇਨ ਦਾ ਤੇ ਜੇ ਅਰਥ ਬਿਨਾਂ ਉਹ ਰੁੱਤ ਪ੍ਰਤੀਤ ਪੱਤ ਤੋਂ ਅੱਖਾਂ ਬੰਦ ਨੇ, ਫਿਰ ਮਹਾਰਾਜ ਜਦੋਂ ਕਹਿੰਦੇ ਜੋ ਪੱਤੇ ਬਿਨ ਟੁੱਟ ਕੇ ਪ੍ਰਤੀਤੀ ਟਾਹਣੀਆਂ ਕਪਟੀ ਤੋਂ ਜ਼ਮੀਨ ਤੇ ਕੂੜੀ ਡਿੱਗਦੇ, ਅੱਖੀ ਮੀਟ ਪੱਤਰ ਦੇ, ਪੁਰਜੇਨ उनका उत्तर ਝੜੀਆਂ, जाएगा ਜਦੋਂ झूठ। ਉਹ ਝੜ ਗਏ ਟਾਹਣੀ ਨਾਲ ਟੁੱਟ ਪ੍ਰਤੀਤ ਗਏ, ਕਹਿਣ ਲੱਗੇ ਨਹਿ ਜੜੀਆਂ ਅਗਲੀ ਬੇਨਤੀ, ਉਹ ਨਹੀਂ ਜੜੇ ਜਾਤ ਸਿਰਫ ਦੇ ਨਹੀਂ ਪਰ ਇਹ ਸ਼ਰਧਾ ਵਾਲੇ ਨੂੰ ਲਾਤੀ ਸ਼ਰਧਾ ਉਪਜਦੀ ਹੈ ਜੀ। ਸੰਪਤਾ ਇਹੀ ਕਾਰਨ ਪੇੜ ਦਾ ਅਖਰੀ ਅਰਥ ਕਿ ਅਸੀਂ ਰੋਜ਼ ਇੱਕ ਸ਼ਬਦ ਕਹਿੰਦੇ ਹਾਂ ਅਰਦਾਸ ਵਿੱਚ, ਜਿਹੜੇ ਭਾਵੇਂ ਗੱਲ ਵੱਖਰੀ ਬੰਦਾ ਦਿਨ ਚੋਂ ਇੱਕ ਵਾਰੀ ਪ੍ਰੈਕਟਿਸ ਟਾਹਣੀ ਕਰਦਾ ਹੈ ਤੋਂ ਕਿ ਟੁੱਟ ਨਹੀਂ, ਜਾਣ, ਉਹ ਪੁਰਨ ਪਰ ਗਏ, ਅਸੀਂ ਮੂੰਹ ਤੋਂ ਤਾਂ ਪਾਣੀ ਕਹਿੰਦੇ ਹਾਂ ਨਾ, ਵਿੱਚ ਦੋ ਗਲ ਸ਼ਬਦ ਗਏ, ਕਹਿੰਦੇ ਹਾਂ, ਉਹ ਸੜ ਹਾਲਾਂਕਿ ਜਾਣਗੇ। ਉਹਦੀ ਪ੍ਰੈਕਟਿਸ ਦੁਨੀਆ ਬਹੁਤ ਦੀ ਘੱਟ। ਕੋਈ ਤਾਕਤ ਇੱਕ ਉਹਨਾਂ ਤਾਂ ਸ਼ਬਦ ਅਸੀਂ ਉੱਤੇ ਕਹਿੰਦੇ ਹਾਂ, ਪੱਤਿਆਂ ਸਿੱਖਾਂ ਦਾ ਨੂੰ ਟਾਹਣੀ ਨਾਲ ਮਨ ਨਹੀਂ ਮਤ ਜੋੜ ਉੱਚੀ। ਸਕਦੀ, ਤੇ ਗੁਰੂ ਅਰਜਨ ਇਹ ਸਾਹਿਬ ਕਹਿੰਦੇ ਕਹਿੰਦੇ ਨਾਮ ਵੀ ਹੋਣ ਤੇ ਰੋਜ਼ ਮੰਗਦੇ ਨੇ, ਵਿਖਮ ਮਨ ਨਾਨਕ ਨਿਵਾ ਰਹੇ, ਮਤ ਬਹਾਨ ਉੱਚੀ ਤੇ ਰਹੇ, ਜੋਰ ਪਰ ਬਾਤ ਇੰਨਾ ਹੋ ਰਹੀ। ਵੇਲੇ ਰੋਜ਼ ਮਨ ਪੱਤੇ ਤਾਂ ਹੰਕਾਰੀ, ਇੱਕ ਖਾਤੀ ਵਾਰੀ ਬਣ ਟੁੱਟ ਬਣ ਕੇ ਗਏ ਖੁੱਲਿਆ ਤੇ ਸੜ ਬੈਠਾ। ਗਏ, ਖਤਮ ਹੋ ਜਾਣਗੇ। ਮਨ ਹੀ ਪਰ ਉੱਚਾ ਹੈ, ਜਿਹੜੇ ਬੰਦੇ ਮਤ ਨਾਮ ਨਹੀਂ ਤੋਂ ਵੀ ਵਿਛੜ ਦਿੰਦੇ। ਗਏ, ਹਾਲਾਂ ਰੋਜ਼ ਪਤਾ ਨਹੀਂ ਮੰਗਿਆ ਕਿੰਨੇ ਹੈ। ਕੁ ਜਨਮ ਉਹਨਾਂ ਕਰਨਾ ਤੇ ਤੇ ਕਿੰਨੇ ਦੂਜਾ ਕੁ ਸ਼ਬਦ ਜਨਮ ਅਸੀਂ ਸਰਨਾ ਹੈ। ਮੰਗਨੇ ਆ ਕਿੰਨੇ ਕੁ ਕਿ ਜਨਮ ਸੇ ਉਹਨਾਂ ਪਿਆਰੇ ਨੇ ਵਿਛੋੜੇ ਮੇਰੇ ਦਾ ਦੁੱਖ ਸੋਣਾ ਜਿੰਨਾ ਮਿਲਿਆ, ਬਾਬਾ ਜੀ ਨੂੰ ਪੁੱਛੀਏ ਨਾਮ ਤੋਂ ਤੇਰਾ ਬਿਨਾਂ ਨਾਮ ਕੋਈ ਜ਼ਿੰਦਗੀ ਚਿਤਾਵੇ ਤੇ ਥੋੜ੍ਹਾ ਹੈ। ਮਿਲਨੇ ਉਹਨੂੰ ਆ ਜੇ ਜਿਹੜੇ ਭੋਜਨ ਨਾ ਲਿਤਨੀ ਛਕੀਏ ਵਿਛੜਾ ਦਿੰਦੇ। ਤੇ ਸਰੀਰ ਦੀ ਮੌਤ ਹੈ। ਮਿਲ ਦਿਨ ਵਿੱਚ ਜਾਣਾ ਜੀ। 3 ਵਾਰੀ
ਵੀ ਭੋਜਨ ਛਕਨੇ ਆ ਅੱਜ ਸੈਮੀਨਾਰ 'ਚ ਪਹੁੰਚਣਾ, ਉਹ ਕਹਿੰਦਾ ਕੱਲ੍ਹ ਤੋਂ ਨਿਤਨੇਮ ਕਰਨਾ ਬੰਦ ਆਤਮਾ ਕਰੋ। ਦੀ ਮੌਤ ਹੈ। ਇਹ ਝੂਠ ਜੇ। ਸਰੀਰ
ਭੋਜਨ ਨਾ ਤੇ ਅਰਦਾਸ ਕਰਕੇ ਆਏ ਨੇ, ਸਹੀ ਪਿਆਰੇ ਮਿਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਤੇ ਮਿਲ ਕੇ ਉਹਨਾਂ ਨੂੰ ਆਏ ਜਿਨ੍ਹਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਨਾ ਪੜਿਆ ਕਰੋ ਸੀ ਅੰਮ੍ਰਿਤ ਬਚਨ ਨੇ ਜਿਹੜੇ ਨਾਮ ਤੋਂ ਜੁੜ ਗਏ। ਦਰ ਦਰਵਾਜੇ ਜਾਏ ਗਏ ਨਾਮ ਤੋਂ ਟੁੱਟੇ ਕਿ ਇਹ ਬੇਨਤੀ ਮੈਂ ਕੀਤੀ ਸੀ ਕੱਲ ਕੇ ਪਰਸੋਂ ਚ ਕਥਾ ਚ, ਸ਼ਾਇਦ ਕਿਉਂ ਪਤਾ ਸਵੇਰੇ ਸ਼ਾਮੀ ਚੱਲਦੀ ਕਥਾ ਨਾ। ਤੀਰਥ ਕਰ ਰਹੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪੈਰੀ ਲੈ ਸਜਾਏ ਰਾਜੇ ਜੈ ਸਿੰਘ ਦੀ ਰਾਣੀ ਨੂੰ ਇਹ ਸ਼ਬਦ ਕਹੇ ਸਨ, ਉਹਦੇ ਵਜਾਣ ਸ਼ਾਮ ਦਾ ਕੀਤੀ ਢੰਗ ਸੀ ਹੁੰਦਾ ਹੈ। ਜਦੋਂ ਘਰਿਆਲ ਵਜਾਉਂਦੇ ਸਨ ਤੁਸੀਂ ਘਰ ਬੁਲਾ ਕੇ ਮੇਰੇ ਘੜੀਆਂ ਲੰਗਣੀਆਂ ਤੇ ਨਿੱਕੀ ਨਿੱਕੀ ਠੋਕਰ ਮਾਰਨੀ। ਗੁਰੂ ਸਾਹਿਬ ਦੀ ਬਾਣੀ ਚ ਪ੍ਰਤੀਕ ਵਾਰ ਇੱਕ ਬਚਨ ਉਦੋਂ ਹੈ, ਗਜ਼ਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇ ਗਜ਼ਲ ਦਾ ਅਰਥ ਭਾਈ ਸਾਹਿਬ ਦੀ ਰਚਨਾ ਚ ਮੈਂ ਉਹ ਪੌੜੀ ਜ਼ਰੂਰ ਲੈਣੀ ਹੈ। ਜਿੰਨੀਆਂ ਘੜੀਆਂ ਲੱਗੀਆਂ ਹੋਣੀਆਂ ਨਿੱਕੇ ਨਿੱਕੇ ਲਾ ਕੇ ਕਿ ਠੋਕਰਾਂ ਮੁਰਦਾ ਇੱਕੋ ਹੋਏ ਦਮ ਜ਼ੋਰ ਦੀ ਮੁਰੀਦ ਠੋਕਰ ਮਾਰਨੀ। ਤੇ ਬਾਬਾ ਫਰੀਦ ਸੋ ਕਹਿੰਦੇ ਗੁਰੂ ਨੇ ਦੇਖੋ ਗੋਰ ਬੰਦਿਆ ਸਮਾਏ। ਆ ਪਿੱਤਲ ਦਾ ਇਹ ਭਾਵੇਂ ਬੜੀਆਂ ਤੁਕਾਂ ਨੇ ਮੁਰਦਾ ਹੋਏ ਮੁਰੀਦ ਨਾ ਗਲਦੀ ਨਾ ਬੁਰਾ ਤੱਕਿਆ ਨਾ ਬੁਰਾ ਇਹ ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਚੀਜ਼ ਨੂੰ ਇੰਨੀਆਂ ਠੋਕਰਾਂ ਤਨ ਵੱਜਦੀਆਂ ਧਰਤੀ ਕਲ ਧਰਨ ਸ਼ਾਲ ਮਨ ਦਬ ਵਿਸ਼ਾਵੇ, ਲੱਟਾਂ ਹੇਠ ਲਤਾੜੀਐ ਗੁਰੂ ਸ਼ਬਦ ਕਮਾਵੇ। ਲੱਗੇ ਦਰ ਦਰਵਾਜੇ ਭਾਈ ਭਗਤ ਨਿਵਾਨ ਹੋਏ ਗੁਰਮਤਿ ਕਹਿਲਾਵੇ, ਉਹ ਨੇ ਦੋਸ਼ਾਂ ਵਰਸ਼ਾ ਵਿਚਰ ਧਾਰ ਹੋਏ ਸੰਗਤ ਚਲ ਘੜੀਏ ਆਵੇ। ਘੜੀਏ ਮਾਰੀਏ ਪੈਰੀ ਲੈ ਸਜਾਏ ਨਰੋਲ ਕਹਿਣ ਲੱਗੇ ਸੋ ਖੇੜਾ ਘੜਿਆਲ ਕਹਿੰਦੇ ਨੇ ਇਸ ਤਰ੍ਹਾਂ ਪ੍ਰਤੀਤ ਹੋਵੇ ਜੇ ਨਾਮ ਨੂੰ ਵਿਛੜ ਮੁਰਦਾ ਹੋਏ ਮੁਰੀਦ, ਮੁਰੀਦ ਦਾ ਤੁਸੀਂ ਸ਼ਾਗਿਰਦ ਚੇਲਾ ਕਰਨਾ ਬਿਨਾਂ ਕਿਸੇ ਅਰਥ ਨਹੀਂ। ਮੁਰੀਦ ਉਹੀ ਹੈ ਜਿਹੜਾ ਮਰ ਗਿਆ ਜੀ ਮੇਰ ਪਾ ਕਰਦੇ ਨੇ ਤੇ ਕਬਰ ਵਿੱਚ ਇਹ ਮੈਂ ਬੇਨਤੀ ਕੀਤੀ ਸੀ ਕਦੀ ਜਿਉਂਦੇ ਬੰਦੀ ਕਬਰ ਚ ਗੱਡੇ ਗਏ ਪਿਆਰਿਓ ਆਓ ਮਰਿਆਂ ਦੀਆਂ ਕਬਰਾਂ ਬਣਦੀਆਂ ਨੇ, ਅੰਮ੍ਰਿਤ ਸੰਚਾਰ ਹੋਣਾ ਹੈ। ਜਿਉਂਦੇ ਦੀ ਨਹੀਂ ਕਬਰ। ਕੇਵਲ ਵੱਖਵਾਦੀ ਕਹਿੰਦੇ ਨੇ ਗੁਰੂ ਤੇ ਸ਼ਬਦ ਥੋੜਾ ਜਿਹਾ ਧਿਆਨ ਨਾਲ ਸੁਣਨ ਵਾਲਾ, ਗੁਰੂ ਕਬਰ ਦੀ ਤਰ੍ਹਾਂ ਹੈ, ਗੁਰ ਗੋਰ ਗੁਰੂ ਆਪਾਂ ਜਾਪੀ ਲੈਣਾ ਗੁਰ ਦਾ ਕਬਰ ਜਿੰਨੀ ਦੇਰ ਤੱਕ ਗੁਰੂ ਕਬਰ ਦੀ ਤਰ੍ਹਾਂ ਧਿਆਨ ਰੱਖਿਓ। ਇਹਨੂੰ ਫਿਰ ਤੈਨੂੰ ਸੁਣਿਓ, ਇਹ ਨਹੀਂ ਕਿਤੇ ਕਹਿੰਦਾ ਕਬਰ ਗੁਰੂ ਖਲੀ ਪੂਤ ਨਹੀਂ ਹੋਣਾ। ਮੈਂ ਇੱਕ ਅਰਜ਼ ਪਿਛਲੀ ਗੁਰੂ ਵਾਰੀ ਕਬਰ ਦੀ ਤਰ੍ਹਾਂ ਸਿੱਖਾਂ ਕੀਤੀ ਜੇ ਕਬਰ ਚ ਕਹੋ ਜੰਮਦੇ ਬੰਦੇ ਲੈ ਕੇ ਚੁੱਕ ਕੇ ਸੱਚ ਗੁਰੂ ਨੂੰ ਲੈ ਕੇ ਜਾ ਕੇ ਜੰਮਦੇ ਕਬਰ ਚ ਆਪਾਂ ਸਾਰੇ ਕਹਿੰਦੇ ਆ ਵਾਹਿਗੁਰੂ ਚਲਾ ਜਾਏਗਾ। ਪਰ ਪਿਆਰਿਓ ਕਬਰ ਸਿਰਫ ਉਹਨਾਂ ਨੂੰ ਥਾਂ ਦਿੰਦੀ ਹੈ ਜਿਹੜੇ ਮਰ ਜਾਂਦੇ ਆ, ਜਿਉਂਦੇ ਕਬਰ ਚ ਨਹੀਂ ਸਮਾ ਸਕਦੇ। ਸੱਚੇ ਦੇ ਗੁਰੂ ਕਬਰ ਵਿੱਚ ਵੀ ਉਹ ਸਮਾਉਂਦੇ ਨੇ ਜਿਹੜੇ ਖੂਨੇ ਨੂੰ ਮਾਰ ਕੇ ਸ਼ਰਧਾ ਨੂੰ ਟਿਕ ਜਾਂਦੇ ਆ, ਜਿਹੜੇ ਤਰਕ ਤੇ ਆਪਣੇ ਉਕਤੀਆਂ ਜੁਗਤੀਆਂ ਜਿਉਂਦੇ ਵਧੂ ਥਾਂ ਕਿਤੇ ਦਾ ਰੁੱਖ ਉਹਦੇ ਬਨੇਰਿਆਂ ਵਿੱਚੋਂ ਨਿਕਲਦਾ। ਮੁਰੀਦ ਮੁਰਦਾ ਕਈ ਵਾਰੀ ਖੂਬ ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਗੁਰੂ ਕਬਰ ਚੋਂ ਹੀ ਸਮਾਏਗਾ ਜਿਹੜਾ ਮਰ ਜਾਏ। ਮਰਨ ਦਾ ਮਤਲਬ ਸੁਸਾਈਡ ਨਹੀਂ, ਤੇ ਫਿਰ ਆਤਮ ਹੱਤਿਆ ਫਿਜ਼ੀਕਲ ਨਹੀਂ, ਹੋਣੀ ਕਿਉਂ ਪੈਦਾ ਹੋਇਆ। ਮਰਨ ਦਾ ਮਤਲਬ ਜਿਹੜਾ ਸਾਲ ਦਾ ਗੋੜ ਦਾ ਪੇਡਾ ਨਿਕਲਿਆ ਆਪਣੀ ਕੌਮੀ ਨੂੰ ਮਾਰ, ਸਾਲ ਕੋ ਪਹਿਲੇ ਪਿਆ ਜਿਹਨੂੰ ਗੁਰੂ ਜੀ ਨੇ ਕਿਹਾ ਕਬੀਰ ਜਾਂ ਦਿਨ ਹੋਮ ਹੁਆ ਪਾਛੇ ਬਿਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਸ਼ਬਦ ਸੁਰਤ ਮਿੱਟੀ ਪਾ ਕੇ ਤਣੇ ਦੇ ਉੱਤੇ ਪਿੱਪਲ ਦਾ ਬੀਜ ਨਹੀਂ ਬੀਜਿਆ, ਪੱਥਰਾਂ ਤੇ ਜੰਮਦਾ ਖੂਹ ਉਹਦੀ ਸੁਰਤ ਸ਼ਬਦ ਵਿੱਚ ਹੀ ਲੈ ਚੁੱਕੀ ਹੈ। ਜੰਮਦਾ ਉਹ ਆਪਣਾ ਆਪ ਗਵਾਦਾ ਕੌਮ ਨੂੰ ਮਾਰਦਾ। ਮੁਰਦਾ ਹੋਏ ਮੁਰੀਦ ਸੋ ਗੁਰੂ ਗੋਰ ਸਮਾਵੇ, ਸ਼ਬਦ ਸੁਰਤ ਹੋਏ ਉਹ ਆਪ ਗਵਾਵੇ। ਤਨ ਧਰਤੀ ਕਰ ਧਰਮ ਪੰਛੀ ਖਾ ਜਾਏ ਇੰਨੀ ਨਿਮਰਤਾ ਵਿੱਚ ਚਲਾ ਜਾਏ, ਆਪਣੇ ਸਰੀਰ ਨੂੰ ਕਮਾ ਕੇ ਪੱਥਰ ਉੱਤੇ ਸੱਟੇ, ਮਨ ਦਬ ਵਿਛਾਵੇ ਪੈਦਾ ਹੋ ਜਾਂਦਾ ਹੈ। ਦਬ ਪਿੱਪਲ ਉੱਤੇ ਦੀ ਇਹ ਵੀ ਜੀ ਪੁਰਾਣੇ ਸਮੇਂ ਨਾ ਜੀ ਦਬ ਦੀਆਂ ਸਭ ਬਣਦੀਆਂ ਪਿੱਪਲ ਨਿਕਲਦਾ ਹੈ। ਪਿਆਰਿਓ ਵਾਹਿਗੁਰੂ ਦਰਿਆਵਾਂ ਨਦੀਆਂ ਦੇ ਕਿਨਾਰੇ ਦਬ ਹੁੰਦੀ ਸੀ ਨੂੰ ਕੱਟਣਾ, ਪਰ ਜਿੰਨੀ ਉਹਨੂੰ ਕੱਟ ਕੇ ਜਿੱਥੋਂ ਲੰਘਦੇ ਹੁੰਦੇ ਸਨ ਗੱਡੇ ਪਸ਼ੂ ਆਮ ਪਿਆ ਰਸਤਾ ਉੱਥੇ ਖਿਲਾਰ ਦਿੰਦੇ ਸਨ, ਉੱਥੋਂ ਲੰਘ ਜਾਣਾ ਉਹਨੇ ਥੋੜੀ ਜਿਹੀ ਨਰਮ ਹੋ ਜਾਣਾ। ਫਿਰ ਉਹਦੀਆਂ ਸਭਾ ਬਣਦੀਆਂ ਸਨ, ਉਹਦੀਆਂ ਸਭਾ ਨੂੰ ਲੋਕ ਮਸੀਤਾਂ ਵਿੱਚ ਮੰਦਰ ਵੀ ਤੇ ਧਰਮਸ਼ਾਲਾ ਜਿਵੇਂ ਕਾਰਪੈਟ ਤੁਸੀਂ ਕਹਿੰਦੇ ਆਪਾਂ ਬੈਠੇ ਦਰੀਆਂ ਫੇਰ ਉਹ ਸਭਾ ਵੇਚਦੀਆਂ ਸਨ। ਕਹਿੰਦੇ ਨਹੀਂ ਜ਼ਿੰਦਗੀ ਬਿਲਕੁਲ ਛੋਟੀ ਹੈ, ਉਹੀ ਸੱਪ ਬਣ ਕੇ ਦਬਦੀ ਜਿਹੜੀ ਲੋਕਾਂ ਦੇ ਪੈਰਾਂ ਥੱਲੇ ਲਤਾੜੀ ਤੇ ਆਸ ਹੈ। ਪਹਿਲਾਂ ਲਤੜਦੀ ਹੈ ਕੋਈ ਨਹੀਂ ਤਾਂ ਸਭ ਬਣਦੀ ਹੈ। ਹੀ ਜ਼ਿੰਦਗੀ ਹੈ। ਇਹ ਭਾਈ ਸਾਹਿਬ ਕਹਿੰਦੇ ਨੇ ਤਾਂ ਧਰਤੀ ਕਰ ਧਰਮਸ਼ਾਲ ਮਨ ਦਬ ਵਿਛਾਵੇ। ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਬਾ ਜੀ ਨੇ ਕਿਹਾ ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜ ਹੈ ਸਭ ਕੁਝ ਮਿੰਟ ਜੇ ਸਾਰਿਆਂ ਦੇ ਰੱਬ ਦੇਖਣਾ ਚਾਹੁੰਦਾ ਦਬ ਸਕੀਏ ਆਪ ਬਖਸ਼ੋ। ਇਹਦੀ ਤੇਰੀ ਭਾਵਨਾ ਹੋਵੇ ਜੇ ਸਾਈਂ ਲੋੜ ਹੈ ਸਭ, ਇੱਕ ਛਿੱਜਾ ਵਿਆਹ ਲਤਾੜੀ ਹੈ ਤਾਂ ਸਾਈਂ ਦਾ ਦਰਬਾਰੀ ਹੈ। ਇੱਕ ਨੇ ਲਤਾੜ ਦਿੱਤਾ ਛਿੱਜਣ ਲੱਗ ਪਈ, ਸਾਈਂ ਦੇ ਦਰ ਤੇ ਪ੍ਰਵਾਨ ਹੋ ਗਈ। ਇਹ ਗੁਰਮੁਖੀ ਦੇ ਅਰਥ ਕਰਦੇ ਸਨ। ਉਹੀ ਦਬ
ਜਿਹੜੀ ਪੈਰਾਂ ਥੱਲੇ ਲਿਤਰਦੀ ਏ ਜਦੋਂ ਦੀ ਸੱਪ ਬਣ ਜਾਂਦੀ ਏ ਉਹਨੂੰ ਸਿਰ ਤੇ ਚੁੱਕ ਲੈਂਦੇ ਆ। ਤੇ ਗੁਰਮਖੋ ਆਈ ਦੱਬ ਦੀ ਬਣੀ ਹੋਈ ਸੱਪ ਪਹਿਲਾਂ ਪੈਰਾਂ ਥੱਲੇ ਤੇ ਜਦੋਂ ਸੰਗਤ ਵਿੱਚ ਵਿਸ ਜਾਏ ਤੇ ਸੰਗਤ ਵਿੱਚ ਉਹਦੇ ਉੱਤੇ ਮਿੱਟੀ ਲੱਗ ਜਾਏ, ਕਈ ਵਾਰੀ ਉਸੇ ਮਿੱਟੀ ਨੂੰ ਚੁੱਕ ਕੇ ਲੋਕੀ ਆਪਣੇ ਮੱਥੇ ਤੇ ਲਾਉਣ ਲੱਗ ਪੈਂਦੇ। ਸਭ ਉਹੀ ਹੈ। ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵੈ, ਦੱਬ ਲੱਤਾਂ ਨਾਲ ਲਤਾੜੀ ਗਈ। ਮਹਾਰਾਜ ਕਹਿੰਦੇ ਭਾਈ ਸਾਹਿਬ ਲੱਤਾਂ ਹੇਠ ਲਤਾੜੀ ਹੈ, ਗੁਰੂ ਸ਼ਬਦ ਕਮਾਵੇ। ਸ਼ਬਦ ਦੀ ਕਮਾਈ ਕਰੇ, ਇਹ ਆਪਣੇ ਆਪ ਨੂੰ ਲੱਤਾਂ ਹੇਠ ਲਤਾੜਨਾ ਹੈ। ਭਾਏ ਭਗਤ ਨਿਵਾਨ ਹੋਏ, ਪ੍ਰੇਮਾ ਭਗਤੀ ਵਿੱਚ ਨਿਮਰਤਾ ਵੀ ਚਲਾ ਜਾਏ, ਗੁਰਮਤਿ ਠਹਿਰਾਵੇ। ਜਿੰਨਾ ਕੋਈ ਨਿਮਰਤਾ ਵੀ ਜਾਏਗਾ ਉਹਨਾਂ ਨਾਮ ਉਨੀ ਗੁਰਮਤਿ ਉਹਦੇ ਅੰਦਰ ਟਿਕੇਗੀ। ਵਰਸੈ ਨਿਚਰ ਧਾਰ ਕੋਈ ਸੰਗਤ ਚਲ ਆਵੇ, ਨਿਚਰ ਧਾਰ ਦਰ ਤੇ ਇੱਕ ਲਿਵਤਾਰ ਉਹਦੇ ਅੰਦਰ ਨਾਮ ਚੱਲੇ, ਫਿਰ ਉਹ ਗੁਰੂ ਕਾ ਸਿੱਖ ਸੰਗਤ ਚਾਹੁੰਦਾ ਹੈ। ਮੇਰੇ ਕਹਿਣ ਤੋਂ ਮੁਰਾਦ ਪ੍ਰਤੀਤ ਮੁਰਦੇ ਦੀ ਤਰ੍ਹਾਂ ਬਸ ਪੈ ਗਿਆ। ਠੀਕ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਵਿਦਵਾਨ ਕਹਿੰਦਾ ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਜਦੋਂ ਆਪਾਂ ਤੁਰਨੇ ਆ ਸਾਡੇ ਪੈਰਾਂ ਦੇ ਨਿਸ਼ਾਨ ਬਣਦੇ ਆ। ਮੀਂਹ ਪੈ ਕੇ ਹਟਿਆ ਹੋਵੇ, ਆਪਾਂ ਕੱਚੀ ਮਿੱਟੀ ਤੇ ਚੱਲੀਏ, ਨਿਸ਼ਾਨ ਬਣਦੇ ਆ। ਕੋਈ ਦੱਸੋ ਨਿਸ਼ਾਨ ਨੂੰ ਚੁੱਕ ਕੇ ਲਿਜਾਇਆ ਜਾਏਗਾ? ਗਿੱਲੀ ਮਿੱਟੀ 'ਚ ਨਿਸ਼ਾਨ ਬਣ ਗਿਆ, ਕਿੰਨੇ ਚੁੱਕਣਾ? ਮਿਟੇਗਾ ਜ਼ਰੂਰ ਪਰ ਚੁੱਕਿਆ ਨਹੀਂ ਜਾਏਗਾ। ਕੁਚਾ यार में बैठ नक्शे पां की तरह, कोई मिटा तो सके पर उठा ना सके। इन गुरु तेग बहादुर साहब ने क्या आप प्रतीत चाहिए स्वामी को गिरो जो सदा स्वान तजत निलेत, भावनी साध संगीन। सिर्फ असी इको शब्द लिया दी तो शरधा। जानवर च किन्नी शरधा है जी अपने मालक प्रति। बड़ियां अजीबो गरीब गल्लां सुनने नूं मिलदियां ने। अपने मालक दे प्रति शरधा किन्नी रखदा कुकर। गुरु साहब ने इहनूं शरधा च वरतिया जी, सिदक च वरतिया। हालांकि इस बिंब नूं महाराज ने लालच च वरतिया कि द्वारे द्वार स्वान जो डोलत न सुध राम भजन की। पर इत्थे महाराज कहंदे ने कि स्वामी को गिरो ज्यों सदा स्वान तजत नित, नानक ए विदखार भजो एक मन होए एक चित। यह है शरधा। अज सतगुरु गुरु अर्जुन साहब महाराज कहते आ कि जे तां वरना नाम रसीए बंदगी करनी फिर संगत करो शरधा वाले दी, भरोसे वाले दी, प्रतीत वाले दी। सतगुरु शब्द वरत रहा जी, भावनी साध संगेन। शरधा, भावना, प्रतीत, विश्वास, भरोसा, ये सब कुछ मिलता है भरोसे वालियां दी संगत करके, विश्वास वालियां दी संगत करके। भावनी साध संगेन, पर एवें नहीं मिलती। सारे क्यों नहीं शरधा वाले बन जाते? महाराज कहते आ कि लभदन बड़ भागण है, उन्हां नूं लभदा जिन्हां दे भाग बड़े वड्डे है। जिवें पढ़ने वड भागी हर संगत पावै, भागहीन भ्रम झोटा। ये 3 वारी कहा जी महाराज ने। पहला वड भागी हर संगत पावै, फिर भागहीन भ्रम चोटा खावे। बिन भागा सत संग न लभै, बिन संगत मैल भरीजै। जो भाग बड़ी वड्डी चीज हुंदे ने। भाग बनते भी ने, भाग कट्टे भी जाते ने। हजूर कहते वड भागी ने वो जिन्हां नूं संगत नसीब होगी। जिन्हां नूं संगत नसीब होगी उन्हां नूं भावनी नसीब होगी। भावनी साध संगेन, लभदन बड़ भागने, वड्डियां भागां वाले नूं लभ्या, फिर वड्डे भागां वाले संगत चों की लैके गए। सतगुरु कहते हर नाम गुण रमणंग, हर नाम खरी प्रभु उसदा नाम। ते अगला शब्द मारन वरत्या गुण, गुणनवाद, ਉਹਦੇ गुणां दा सिफतां करनियां। हुण ये फिर बेनती करांगा, हुण ये भी कहन लग पिया जी गुण ही रब हुंदा है। गुण रब हुंदा है जी। ते गुरु ग्रंथ साहिब ते कहंदे ने गुणवंत है, वो लोकां नूं गुण दिंदा है। फिर बेनती क्योंकि चलदा भी गुण ही रब है जी, बाकी कुछ नहीं। ते महाराज कहंदे ने कि नानक निर्गुण गुण करे, गुणवंतियां गुण दे। वो गुण वंडदा है।
ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹਰ ਨਾਮ ਗੁਣ ਰਮਣੰ। ਪ੍ਰਭੂ ਦੇ ਪ੍ਰਮਾਤਮਾ ਦੇ ਸਿਮਰਨ ਦਾ ਜਿਹੜਾ ਗੁਣ ਹੈ, ਜਿਹੜੀ ਬਖਸ਼ਿਸ਼, ਜਿਹੜੀ ਹੁਨਰ ਹੈ, ਜਦੋਂ ਕਿਸੇ ਨੂੰ ਭਾਵਨੀ ਮਿਲਦੀ ਏ, ਗੁਰਮੁਖੋ ਸੰਗਤ ਵਿੱਚੋਂ ਮਿਲਦੀ ਏ, ਮਿਲਦੀ ਉਹਨੂੰ ਜਿਹਦੇ ਵੱਡੇ ਭਾਗ ਨੇ, ਫਿਰ ਵੱਡਿਆਂ ਭਾਗਾਂ ਵਾਲਾ ਸੰਗਤ ਕਰਨ ਤੋਂ ਬਾਅਦ ਹਰ ਨਾਮ ਗੁਣ ਰਮਣੰ, ਉਸ ਸੰਗਤ ਵਿੱਚ ਖਰੀ ਦੇ ਗੁਣਾਂ ਨੂੰ ਗਾਉਂਦਾ ਹੈ। ਉਹਨੂੰ ਕੀਰਤਨ ਰੂਪ ਕਹਿ ਲੋ, ਸਿਮਰਨ ਰੂਪ ਕਹਿ ਲੋ, ਨਾਮ ਰੂਪ ਕਹਿ ਲੋ, ਉੱਥੇ ਸਾਰਾ ਔਰਾ ਹੀ ਨਾਮ ਦਾ ਬਣ ਜਾਂਦਾ ਹੈ। ਹਰ ਨਾਮ ਗੁਣ ਰਮਣੰ। ਸਤਿਗੁਰੂ ਕਹਿੰਦੇ ਨੇ ਨਾਨਕ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਸੰਸਾਰ ਸਾਗਰ ਨਹਿ ਵਿਆਪਣੈ। ਉਹਨਾਂ ਨੂੰ ਸੰਸਾਰ ਸਮੁੰਦਰ ਫਿਰ ਨਹੀਂ ਵਿਆਪਦਾ, ਉਹਨਾਂ ਨੂੰ ਸੰਸਾਰ ਸਮੁੰਦਰ ਦੀਆਂ ਲਹਿਰਾਂ ਨਹੀਂ ਵਿਆਪਦੀਆਂ। ਇਹਦਾ ਮਤਲਬ ਜਿਹੜੇ ਸ਼ਰਧਾ ਨਾਲ ਸੰਗਤ ਵੀ ਜਾਂਦੇ ਆ, ਸ਼ਰਧਾ ਵਾਲੇ ਦੀ ਸੰਗਤ ਕਰਦੇ ਆ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਭਾਵਨੀ ਨਸੀਬ ਹੁੰਦੀ ਏ। ਭਾਵਨੀ ਵਾਲੇ ਉਸ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਂਦੇ ਆ। ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਆ ਉਹ ਸੰਸਾਰ ਸਾਗਰ ਤੋਂ ਬਚ ਜਾਂਦੇ ਆ। ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ। ਖਰੀ ਦੇ ਗੁਣ ਜਿਹੜਾ ਗਾਉਂਦਾ ਹੈ, ਮਹਾਰਾਜ ਨੇ ਕਹਿਣਾ ਹੈ ਬੜਾ ਮੁਸ਼ਕਲ। ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੈ ਕੇਸ਼ਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬਿਚਲਾ। ਅਨਲ ਬੇਵਾ ਬੇੜਾ ਹੋ ਖੇਵ ਨ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ। ਤੂੰ ਕਿਰਪਾ ਕਰ, ਇਹ ਲਹਿਰ ਦੀਆਂ ਛੱਲਾਂ ਉੱਠਦੀਆਂ ਨੇ, ਪ੍ਰਭੂ ਤੂੰ ਤਰਸ ਕਰਕੇ ਮੈਨੂੰ ਇਹ ਤੋਂ ਬਚਾ ਲੈ। ਜਿਹੜਾ ਪ੍ਰਭੂ ਦਾ ਚਿੰਤਨ ਕਰੇਗਾ ਉਹ ਭਵ ਸਾਗਰ ਤੋਂ ਤਰੇਗਾ, ਕਿਉਂਕਿ ਸਿਮਰਨ, ਨਾਮ, ਬਾਣੀ, ਇਹ ਲਹਿਰਾਂ ਵੀ ਤੇ ਫੁਰਨੇ ਨੇ ਨਾ। ਜਿਹੜਾ ਲਹਿਰ ਸ਼ਬਦ ਵਰਤਿਆ ਖਿਆਲ ਹੀ ਨੇ, ਤੇ ਜਿੱਥੇ ਨਾਮ ਆ ਜਾਏਗਾ ਆਪਣੇ ਆਪ ਫੁਰਨਾ ਮਰੇਗਾ ਭਵ ਸਾਗਰ ਦਾ। ਭੌਜਲ ਦੇ ਫੁਰਨੇ ਲਹਿਰ ਹੀ ਨੇ, ਹੈ ਮਨ ਆਪਣੇ ਆਪ ਚ ਵੀ ਲਹਿਰ ਹੈ ਜੀ। ਜਦੋਂ ਫੁਰਨੇ ਉੱਠਦੇ ਨੇ ਜਿੱਥੇ ਸਿਮਰਨ ਆਏਗਾ, ਉਸ ਦਿਨ ਬੇਨਤੀ ਕੀਤੀ, ਮਹਾਰਾਜ ਕਹਿੰਦੇ ਮੈਂ ਦੇਖਿਆ, ਹਮ ਦੇਖਾ ਤੈ ਡੂਬੀ ਅਲੇ, ਪੰਕਜ ਮੋਹ ਪੱਗ ਨਹੀਂ ਚਾਲੈ। ਹਮ ਦੇਖਾ ਤੈ ਡੂਬੀ ਅਲੇ, ਪੈਰ ਨਹੀਂ ਚੱਲਦੇ, ਭਰੇ ਗਏ, ਧਸ ਗਏ ਵਿੱਚ ਸੰਸਾਰ ਸਮੁੰਦਰ ਦੇ ਦਲਦਲ ਚ। ਤੇ ਬਾਬਾ ਜੀ ਨਾਲ ਹੀ ਬਚਨ ਕਰਦੇ ਨੇ, ਜਿਹਦੇ ਸੀਨੇ ਵਿੱਚ ਤੇਰਾ ਨਾਮ ਹੋ ਜਾਏ ਉਹਦੇ ਪੈਰ ਤੇ ਵੀ ਛਿੱਟੇ ਪੈਂਦੇ, ਕਿਉਂਕਿ ਤੇਰੀ ਮੁਹੱਬਤ ਉਹਦੇ ਅੰਦਰ ਹੈ। ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਮੇਰਾ ਪੈਰ ਨਹੀਂ ਭਿੱਜਦਾ, ਹੁਣ ਗੁਰੂ ਸਾਹਿਬ ਕਹਿ ਰਿਹਾ। ਹੁਣ ਇਹ ਮੇਰਾ ਨਹੀਂ ਭਿੱਜ ਰਿਹਾ, ਮੈਂਡਾ ਦਰ ਤੇ ਮੇਰਾ, ਪਰ ਇਹ ਹਉਮੈ ਵਾਲਾ ਮੇਰਾ ਨਹੀਂ। ਮੰਝ ਮੁਹੱਬਤ ਤੇਰੀ, ਤੇਰੇ ਮੇਰੇ ਸੀਨੇ ਵਿੱਚ ਤੇਰੀ ਮੁਹੱਬਤ ਹੈ। ਮੰਝ ਮੁਹੱਬਤ ਤੇਰੀ ਤੈ ਸਹਿ ਚਰਨੀ, ਮੇਰੇ ਸੋਹਣੇ ਪ੍ਰਭੂ ਤੇਰੇ ਚਰਨ। ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਖਾ ਬੇੜੀ। ਮੇਰਾ ਹਿਰਦਾ ਤੇਰੇ ਨਾਮ ਸੀਤਾ ਗਿਆ, ਤੇਰੇ ਚਰਨ ਮੇਰੀ ਬੇੜੀ ਨੇ, ਤੇਰੇ ਚਰਨ ਮੇਰਾ ਤੁਲਹਾ ਨੇ। ਬਸ ਇੱਕ ਗੱਲ ਚੇਤੇ ਰੱਖਿਓ ਗੁਰਮੁਖੋ, ਸ਼ਰਧਾ ਗੁਰੂ ਤੋਂ ਮੰਗੋ, ਭਾਵਨੀ ਸਾਧ ਸੰਗੇਨ। ਫਿਰ ਅਰਥ ਕਰਦੇ ਆ, ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਭਾਵਨਾ ਲਬਦਿਅੰਗ ਵੱਡ ਭਾਗਣਾ, ਵੱਡਿਆਂ ਭਾਗਾਂ ਵਾਲਿਆਂ ਨੂੰ ਲੱਭਦੀ ਹੈ। ਹਰ ਨਾਮ ਗੁਣ ਰਮਣੰ, ਜਿਹੜੇ ਭਾਵਨਾ ਵਾਲੇ ਨੇ ਫਿਰ ਹਰੀ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ, ਨਹੀਂ ਵਿਆਪਦਾ ਭੁੱਲੇ ਮਾਰਗ ਜਿਨੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ। ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁਖ ਸੁਖ ਕਰਤ ਜਨਮ ਫੁਨ ਮੁਵਾ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਸੰਸਾਰ ਸਾਗਰ ਨੇ ਵਿਆਪਣੇ। ਅਗਨ ਸਾਗਰ ਬੂੜਤ ਸੰਸਾਰਾ, ਕਿਉਂ नहीं व्याप्या? नानक बाह पकड़ सदगुर निस्तारा। गुर के चरण जी का निस्तारा, समुंद सागर जिन खिन में तारा। बस एक भावनी सतगुरु अगे अरदास करो, साडी भावना बने। नहीं जपदे नाम गल वखरी, पर ये क्यों खंडन करी जो नाम नहीं हुंदा, सिमरन नहीं हुंदा, बाणी नहीं हुंदी। ते सच्ची भी लोग भी चाहते ने भी छेती छेती काम निबड़े, जेड़ा दसदे पने गल बड़ी तत दी है कि नहीं? नहीं नहीं, भावना बनाओ। मैनूं याद है पदम साहब ने गल कही सी एक बार,
ਉਹਨਾਂ ਦੀ ਸ਼ਾਇਦ ਬੜੀ 1946 ਚ ਕਿਤਾਬ ਲਿਖੀ ਉਹਨਾਂ ਪਹਿਲੀ ਸਾਡੇ ਗੁਰਦੇਵ। ਉਹ 'ਚ ਇਹ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਕਰਤਾਰਪੁਰ ਨਾ 7-8 ਸਾਖੀਆਂ ਨੇ ਸਾਰੀਆਂ ਭਾਈ ਲਹਿਣਾ ਸਾਹਿਬ ਦੀਆਂ ਜਿਹੜੀਆਂ ਅਸੀਂ ਪੜ੍ਹਨੇ ਆ। 1532 ਤੋਂ 1539 ਤੱਕ ਗੁਰੂ ਅੰਗਦ ਦੇਵ ਭਾਈ ਲਹਿਣਾ ਸਾਹਿਬ ਜੀ ਦੇ ਰੂਪ ਚ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਚ ਰਹੇ ਆ ਨਾ। ਤੇ ਉੱਥੇ ਉਹਨਾਂ ਗੱਲ ਕਹੀ ਕਿ ਮਹਾਰਾਜ ਨੇ ਅੰਤਲੇ ਸਮੇਂ ਹੱਥ ਚ ਟਕਾ ਪਕੜਿਆ ਤੇ ਤਲੀ ਤੇ ਰੱਖ ਕੇ ਕਹਿੰਦੇ ਦੱਸੋ ਮੇਰੇ ਹੱਥ ਚ ਕੀ। ਕਿਸ ਨੇ ਕਿਹਾ ਮਹਾਰਾਜ ਬੁਝਾਰਤ ਕਿਉਂ ਪਾਉਂਦੇ ਹੋ ਹੱਥ ਤੇ ਟਕਾ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਕੀਆਂ ਨੂੰ ਪੁੱਛਿਆ, ਸਾਰਿਆਂ ਨੇ ਕਿਹਾ ਮਹਾਰਾਜ ਹੱਥ ਚ ਟਕਾ। ਤੇ ਭਾਈ ਲਹਿਣਾ ਸਾਹਿਬ ਕਹਿੰਦੇ ਨੇ ਪੁਰਖਾ ਸਾਡੇ ਹੱਥ ਚ ਕੀ। ਚਰਨ ਪਕੜ ਕੇ ਕਹਿੰਦਾ ਇੰਨੀ ਸਮਰੱਥਾ ਹੀ ਨਹੀਂ ਦੱਸ ਸਕਾਂ ਤੇਰੇ ਹੱਥ ਚ ਕੀ ਹੈ, ਮੈਂ ਨਹੀਂ ਦੱਸ ਸਕਦਾ। ਸਤਿਗੁਰੂ ਹੱਸ ਪਏ, ਕਹਿੰਦੇ ਨੇ ਸਾਰੇ ਦੱਸਦੇ ਪਏ ਨੇ ਮੇਰੇ ਹੱਥ ਦੀ ਤਲੀ ਤੇ ਟਕਾ। ਕਹਿੰਦਾ ਨਹੀਂ ਸਤਿਗੁਰੂ ਤੇਰੇ ਹੱਥ ਚ ਜੋਗ ਮਿਲਾਪ, ਤੇਰੇ ਹੱਥ ਚ ਦੀਨ ਦੁਨੀਆ ਦੇ ਖਜ਼ਾਨੇ, ਤੇਰੇ ਹੱਥ ਚ ਬੰਦਗੀ। ਇੱਥੋਂ ਤੱਕ ਜਿਸ ਰੱਬ ਦੀ ਦਰਗਾਹ ਚੋਂ ਧੱਕੇ ਦੀ ਕੋਈ ਬਾਹ ਨਾ ਪਕੜੇ, ਤੇਰੇ ਹੱਥ ਚ ਇੰਨੀ ਤਾਕਤ ਤੇ ਤੂੰ ਧੱਕੇ ਹੋਏ ਨੂੰ ਵੀ ਰੱਬ ਦੇ ਘਰ ਥਾਂ ਦਵਾ ਦੇ ਨਾਲ। ਮੈਂ ਤਾਂ ਇਹਨੂੰ ਕਹਾਂਗਾ ਸਭ ਨਿਧਾਨ 10 ਅਸਤ ਸਿਧਾਨ ਠਾਕੁਰ ਕਰ ਕਲ ਧਰਿਆ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ ਆਪ ਕਿਰਪਾ ਕਰਕੇ ਸਾਰੇ ਬਖਸ਼ ਦਿਆ ਜੀ, ਸਾਰੇ ਬਖਸ਼ ਦਿਆ ਜੀ, ਸਾਰੇ ਬਖਸ਼